ਅਸਲਾਮੁਅਲੈਕੁਮ ਜੀ ਦੋਸਤੋ, ਮੈਂ ਤੁਹਾਨੂੰ ਇੱਕ ਐਸੇ ਸਫ਼ਰ ਦੀ ਗੱਲ ਸੁਣਾਉਣ ਲੱਗਾ ਜਿਹਦੇ ਵਿੱਚ ਕੁਝ ਵੀ ਹੋ ਸਕਦਾ। ਕੋਈ ਸਮਝ ਨਹੀਂ ਬੰਦੇ ਨੂੰ ਲੱਗਦੀ ਕਿ ਇਹ ਬੰਦੇ ਦੁਨੀਆਦਾਰੀ ਦੇ ਕੀ ਕੀ ਕੁਝ ਬੰਦੇ ਨਾਲ ਕਰਦੇ ਨੇ। ਤੇ ਇੱਕ ਮੇਰਾ ਦੋਸਤ ਸੀ, ਦੋਸਤ ਕੀ ਸੀ, ਮੇਰਾ ਸ਼ਾਗਿਰਦ ਸੀ। ਮੇਰੇ ਨਾਲ ਉਹਨੂੰ ਮੈਂ ਆਪਣੀ ਜਾਚ ਸਿਖਾਈ ਕਾਰੋਬਾਰ ਦੀ। ਤੇ ਉਹਦੇ ਨਾਲ ਅੱਗੋਂ ਰਿਸ਼ਤੇਦਾਰ ਬਾਹਰ ਯੂਨਾਨ ਦੇ ਵਿੱਚ ਮੌਜੂਦ ਸਨ। ਹੁਣ ਹਰ ਬੰਦੇ ਨੂੰ ਪਤਾ ਹੁੰਦਾ ਹੈ ਕਿ ਮੇਰੇ ਕੋਲ ਵੀ ਕਾਰ ਗੱਡੀ ਹੋਵੇ, ਬੰਗਲਾ ਕੋਠੀ ਹੋਵੇ, ਕੋਈ ਕਾਰੋਬਾਰ ਚੰਗਾ ਹੋਵੇ। ਤੇ ਹਰ ਬੰਦੇ ਦੀ ਖੁਆਇਸ਼ ਹੁੰਦੀ ਹੈ। ਕੁਝ ਮੇਰੇ ਦੋਸਤ ਸਨ ਪਿੰਡ ਦੇ, ਉਹਨਾਂ ਨੇ ਮਸ਼ਵਰਾ ਕੀਤਾ ਆਪਸ ਦੇ ਵਿੱਚ ਬਹਿ ਕੇ ਕਿ ਯਾਰ ਉਹ ਫਲਾਣਾ ਬੰਦਾ ਤੇ ਬਾਹਰ ਚਲਾ ਗਿਆ, ਇਸ ਰਸਤੇ ਦੇ ਵਿੱਚ ਖਰਚਾ ਵੀ ਕੋਈ ਨਹੀਂ ਆਉਂਦਾ। ਤੇ ਉਹ ਸਾਨੂੰ ਫੋਨ ਕਰਦਾ ਹੈ ਕਿ ਉਸਤਾਦ ਜੀ ਤੁਸੀਂ ਵੀ ਆ ਜਾਓ। ਉਹਨਾਂ ਨੇ ਬਹਿ ਕੇ ਪ੍ਰੋਗਰਾਮ ਤੈਅ ਕਰ ਲਿਆ। ਮੇਰੀ ਵੀ ਸਲਾਹ ਬਣ ਗਈ। ਉਹ ਵੀ ਪਿੰਡ ਦੇ ਬੰਦੇ ਨੇ। ਇੱਕ ਦਾ ਨਾਂ ਜ਼ਹਾਦ ਆ, ਇੱਕ ਦਾ ਨਾਂ ਕਾਸਮ, ਇੱਕ ਦਾ ਨਾਂ ਸਬਦਰ। ਕੁਝ ਮੁੰਡਾ ਸੀ ਇੱਕ ਇੱਥੇ ਦਾ ਭਾਈ ਵਾਲੇ ਦਾ, ਉਹ ਵੀ ਸਾਡੇ ਨਾਲ ਮੁਲਵਸ ਹੋ ਗਿਆ ਇਸ ਕਾਰੋਬਾਰ ਦੇ ਵਿੱਚ। ਇੱਕ ਬੰਦਾ ਹੋਰ ਸੀ, ਉਹਦਾ ਨਾਂ ਸਾਬਰ, ਮੇਰੇ ਉਸਤਾਦ ਦਾ ਛੋਟਾ ਭਾਈ ਹੈ। ਉਸਤਾਦ ਸ਼ੌਕਤ ਦਾ ਛੋਟਾ ਭਾਈ ਸਾਬਰ। ਅਸੀਂ ਮਸ਼ਵਰਾ ਕਰ ਲਿਆ, ਅਸੀਂ ਆਖਿਆ ਠੀਕ ਹੈ ਜੀ ਜਾਣਾ ਹੈ। ਉਹ ਜਿਹੜਾ ਬੰਦਾ ਸੀ ਜਿਹਨੇ ਸਾਨੂੰ ਲੈ ਕੇ ਜਾਣਾ ਸੀ, ਜਿਹਦੇ ਨਾਲ ਸਾਡਾ ਕੰਟੈਕਟ ਸੀ, ਉਹ ਮੁਸਲਸਲ ਸਾਡੇ ਨਾਲ ਰਾਬਤੇ 'ਚ ਹੋ ਗਿਆ ਕਿ ਇਹਨਾਂ ਨੂੰ ਮੈਂ ਸਬਜ਼ ਬਾਗ ਵਿਖਾਵਾਂ। ਉਹਨੇ ਸਬਜ਼ ਦਾ ਬਾਗ ਸਾਨੂੰ ਐਸਾ ਵਿਖਾਇਆ ਕਿ ਸਾਨੂੰ ਪਾਕਿਸਤਾਨ ਦੀ ਕੋਈ ਸ਼ਾਇਦ ਚੰਗੀ ਨਹੀਂ ਲੱਗੀ। ਅਤੇ ਭਾਵੇਂ ਅਸੀਂ 30,000 ਵੀ ਕਮਾ ਲਈਏ, 20,000 ਵੀ ਕਮਾ ਲਈਏ, 50,000 ਵੀ ਕਮਾ ਲਈਏ, ਉਹ ਸਾਡੇ ਵਾਸਤੇ ਜ਼ੀਰੋ ਸੀ ਉਸ ਵਕਤ। ਅੱਛਾ, ਸਾਨੂੰ ਕੋਈ ਸ਼ਾਇ ਨਹੀਂ ਚੰਗੀ ਲੱਗਦੀ। ਤੇ ਅਸੀਂ ਘਰਦਿਆਂ ਨੂੰ ਵੀ ਕੋਈ ਗੱਲਬਾਤ ਨਹੀਂ ਸਿੱਧੀ ਦੱਸੀ ਕਿ ਅਸੀਂ ਕਿੱਥੇ ਚੱਲੇ ਹਾਂ, ਕੀ ਕਰਨ ਲੱਗੇ, ਕੀ ਨਹੀਂ ਕਰਨ ਲੱਗੇ। ਅਸੀਂ ਸ਼ਾਪਿੰਗ ਕਰਨ ਗਏ ਫੈਸਲਾਬਾਦ। ਉੱਥੇ ਅਸੀਂ ਬੂਟ, ਜੁੱਤੀਆਂ, ਜਰਾਬਾਂ, ਪਜਾਮੇ, ਜੋ ਕੁਝ ਵੀ ਲਿਆਂਦਾ ਅਸੀਂ ਲੈ ਕੇ ਆ ਗਏ। ਤੇ ਉਹ ਜਿਹਨੇ ਸਾਨੂੰ ਖੜਨਾ ਸੀ ਉਹਨੇ ਕਿਹਾ ਯਾਰ ਤੁਸੀਂ ਪਹਿਲੇ ਮੇਰੇ ਘਰ ਜਾਓ, ਮੈਨੂੰ 20,000 ਰੁਪਇਆ ਮੇਰੇ ਘਰ ਜਮ੍ਹਾਂ ਕਰਾ ਕੇ ਆਓ, ਤੇ ਫਿਰ ਤੁਸੀਂ ਮੈਂ ਨਾ ਤੁਹਾਨੂੰ ਅਗਲੀ ਗੱਲ ਦੱਸਣੀ। ਅਸੀਂ ਸਾਰੇ ਦੋਸਤ ਰਲ ਕੇ, ਮੈਂ, ਭਾਈ ਕਾਸਮ, ਭਾਈ ਜ਼ਾਹਦ, ਭਾਈ ਸਬਦਰ, ਭਾਈ ਸਾਬਰ, ਅਸੀਂ ਚਲੇ ਗਏ 20,000 ਰੁਪਇਆ ਲੈ ਕੇ ਭਾਈ ਵਾਲੇ। ਉੱਥੇ ਉਸ ਬੰਦੇ ਨਾਲ ਗੱਲਬਾਤ ਕੀਤੀ, ਉਹਨਾਂ ਨੂੰ 20,000 ਰੁਪਇਆ ਦੇ ਕੇ ਤੇ ਅਸੀਂ ਆਪਣੇ ਘਰ ਆ ਗਏ ਹਾਂ। ਘਰ ਆਣ ਕੇ ਅਗਲੇ ਦਿਨ ਅਸੀਂ ਜਾਣਾ ਸੀ। ਕੁਝ ਦੋਸਤ ਸਾਨੂੰ ਮਨਾ ਵੀ ਕਰਦੇ ਸਨ, ਜਦੋਂ ਉਹਨਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਗਲਤ ਤਰੀਕਾ ਵਾ, ਇੰਝ ਆ, ਫਲਾਣ। ਬਹਰਹਾਲ ਉਹ ਜਿਹੜਾ ਬੰਦਾ ਸੀ ਜਿਹਨੇ ਸਾਡੇ ਨੂੰ ਖੜਨਾ ਸੀ, ਉਹ ਪਹਿਲੇ ਉੱਥੇ ਮੌਜੂਦ ਸੀ ਯੂਨਾਨ ਦੇ ਵਿੱਚ। ਉਹ ਸਾਨੂੰ ਦੱਸਦਾ ਸੀ ਕਿ ਆਹ ਤੁਹਾਡਾ ਕਾਰੋਬਾਰ ਹੈ, ਇੰਨੀ ਤੁਹਾਡੀ ਲੱਖ ਰੁਪਇਆ ਤਨਖਾਹ ਹੈ, ਇੱਕ ਦੀ ਲੱਖ ਰੁਪਇਆ ਦੱਸੀ ਜਾਵੇ, ਇੱਕ ਦੀ 1.5 ਲੱਖ ਰੁਪਇਆ ਦੱਸੀ ਜਾਵੇ, 7-8 ਘੰਟੇ ਡਿਊਟੀ ਹੈ, ਤੇ ਕੋਈ ਮੁਸ਼ਕਿਲ ਹੀ ਕੋਈ ਨਹੀਂ। ਰਮਜ਼ਾਨ ਸ਼ਰੀਫ ਦਾ ਮਹੀਨਾ ਆ ਰਿਹਾ, ਤੁਹਾਨੂੰ ਕੋਈ ਮੁਸ਼ਕਿਲ ਹੀ ਨਹੀਂ ਆਣੀ ਹੈਂ। ਐਵੇਂ ਤੁਸੀਂ ਜਾਣਾ, ਗੱਡੀਆਂ ਦੇ ਵਿੱਚ ਚੱਲ ਜਾਣਾ, ਤੇ ਕੋਈ ਟੈਨਸ਼ਨ ਨਹੀਂ ਆਣੀ, ਤੁਸੀਂ ਅੱਲਾ ਦਾ ਨਾਂ ਲਓ ਤੇ ਆ ਜਾਓ। ਉਹਨੇ ਉਸਤਾਦ ਸ਼ੌਕਤ ਨਾਲ ਵੀ ਗੱਲ ਕਰ ਲਈ, ਅਸੀਂ ਘਰਾਂ 'ਚ ਵੀ ਉਹਦੀ ਗੱਲ ਕਰਾਤੀ ਉਸ ਮੁੰਡੇ ਦੀ। ਉਹਨੇ ਘਰ ਵਾਲਿਆਂ ਨੇ ਵੀ ਇਹੀ ਗੱਲ ਸੁਣਾਈ ਆ ਸਾਨੂੰ। ਉੱਤੇ ਬੜਾ ਤਮਾਦ ਯਾਰ, ਸਾਡੇ ਨਾਲ ਇਹਦਾ 10-12 ਸਾਲ ਇਹਦੇ ਨਾਲ ਸਾਡੇ ਲੰਘੇ ਨੇ, ਇਹਨੇ ਸਾਡੇ ਨਾਲ ਹੀ ਇਹ ਜ਼ਿਆਦਤੀ ਕਰਨੀ, ਇਹ ਸਾਡੇ ਨਾਲ ਇਹ ਕੰਮ ਨਹੀਂ ਕਰ ਸਕਦਾ। ਪਰ ਸਾਨੂੰ ਉਹਦੀ ਨੀਅਤ ਦਾ ਕੋਈ ਪਤਾ ਨਹੀਂ ਸੀ, ਨੀਅਤਾਂ ਤੇ ਅੱਲਾ ਜਾਣਦਾ, ਅਸੀਂ ਕੀ ਕਹਿ ਸਕਦੇ। ਤੇ ਅੱਲਾ ਦੀ ਮਿਹਰਬਾਨੀ ਨਾਲ ਜੀ ਬਾਕੀ ਸਾਰੇ ਇੰਤਜ਼ਾਮ ਪੂਰੇ ਹੋ ਗਏ। ਅਸੀਂ ਜਾਣ ਲੱਗੇ ਹਾਂ ਤੇ ਉਹ ਭਾਈ ਸਬਦਰ ਤੇ ਭਾਈ ਕਾਸਮ ਤੇ ਭਾਈ ਜ਼ਹਾਦ ਤੇ ਅਸੀਂ ਚਲੇ ਗਏ ਲਾਹੌਰ। ਤੇ ਬਾਕੀ ਭਾਈ ਸਾਬਰ ਦੇ ਉਹਨਾਂ ਨੂੰ ਘਰਦਿਆਂ ਉਹਦੇ ਰਿਸ਼ਤੇਦਾਰਾਂ ਨੂੰ ਡੱਕ ਲਿਆ ਐਨ ਮੌਕੇ ਤੇ ਆਣ ਕੇ, ਜਿਹਨੇ ਸਾਨੂੰ ਜ਼ਿਆਦਾ ਤਿਆਰ ਕੀਤਾ ਸੀ। ਉਹ ਰਹਿ ਗਿਆ, ਅਸੀਂ ਚਲੇ ਗਏ। ਅਸੀਂ ਉੱਥੇ ਚਲੇ ਗਏ ਲਾਹੌਰੋਂ ਅਸੀਂ ਟਿਕਟਾਂ ਲਈਆਂ ਟ੍ਰੇਨ ਦੀਆਂ ਤੇ ਕੋਟੇ ਚਲ ਗਏ ਹਾਂ। ਤੇ ਉਹ ਬੰਦਾ ਸਾਡੇ ਨਾਲ ਮੁਸਲਸਲ ਹੀ ਰਾਬਤੇ 'ਚ ਰਿਹਾ। ਉਹਨੇ ਕਿਹਾ ਤੁਸੀਂ ਪਰੇਸ਼ਾਨ ਨਹੀਂ ਹੋਣਾ ਕਿਸੇ ਕਿਸਮ ਦੀ ਵੀ, ਅੱਲਾ ਦੀ ਮਿਹਰਬਾਨੀ ਨਾਲ ਇੱਥੇ ਆਣ ਕੇ ਤੁਸੀਂ ਤੁਹਾਡੀਆਂ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। 1-2 ਮਹੀਨਿਆਂ ਦੇ ਵਿੱਚ ਤੁਸੀਂ ਅਮੀਰ ਹੋ ਜਾਣਾ। ਅਸੀਂ ਵੀ ਆਖਿਆ ਕਿ ਚਲੋ ਯਾਰ, ਇੱਥੇ 30-40 15-20,000 ਕਮਾਉਂਦੇ ਆ, ਕਿਤੀਆਂ ਉੱਥੇ ਜ਼ਿਆਦਾ ਕਮਾਵਾਂਗੇ ਜਾ ਕੇ। ਚਲੋ ਅਸੀਂ ਵੀ ਕੋਠੀਆਂ ਬੰਗਲੇ ਬਣਾ ਲਾਂਗੇ ਜਾ ਕੇ, ਲੋਕੀ ਤਾਂ ਲਈ ਫਿਰਦੇ, ਅਸੀਂ ਸਾਡੇ ਥੱਲੇ ਵੀ ਕੋਈ ਪਜਾਰੋ ਆ ਜਾਏਗੀ। ਹੁਣ ਸਾਨੂੰ ਵਿਚਲੀ ਗੱਲ ਦਾ ਤਾਂ ਪਤਾ ਹੀ ਨਹੀਂ ਸਾਡੇ ਨਾਲ ਬਣਨਾ ਕੀ ਹੈ। ਅੱਛਾ ਜੀ, ਅੱਲਾ ਦੀ ਮਿਹਰਬਾਨੀ ਨਾਲ ਸਫ਼ਰ ਸ਼ੁਰੂ ਹੋ ਗਿਆ ਸਾਡਾ। ਅਸੀਂ ਟ੍ਰੇਨ ਤੇ ਬੈਠੇ ਹਾਂ ਤੇ
ਕੋਟੇ ਚਲ ਗਏ ਆ। ਕੋਟੇ ਵਾਲੇ ਟ੍ਰੇਨ ਤੋਂ ਵਾਲੇ ਉਤਰੇ ਬਾਹਰ ਸਟੇਸ਼ਨ ਤੋਂ ਬਾਹਰ ਅਸੀਂ ਆਏ ਆ ਤੇ ਅੱਗੇ ਇੱਕ ਬੰਦਾ ਕਾਰ ਵਾਲਾ ਖਲੋਤਾ, ਉਹ ਏਜੰਟ ਸੀ। ਉਹਨੇ ਸਾਨੂੰ ਦੱਸਿਆ ਕਿ ਆ ਤੁਹਾਡਾ ਨਾਂ ਆ ਹੀ ਹੈ। ਅਸੀਂ ਆਖਿਆ ਜੀ ਇਹ। ਉਹਨੇ ਆਖਿਆ ਆ ਜਾਓ। ਉਹ ਸਾਨੂੰ ਕਾਰ 'ਚ ਬਿਠਾ ਕੇ ਲੈ ਗਿਆ, ਇੱਕ ਕੋਠੀ ਜਿਹੀ ਸੀ ਉਹਦੇ 'ਚ। ਉੱਥੇ ਚਲੇ ਗਏ ਅਸੀਂ ਉੱਥੇ ਬਹਿ ਕੇ ਮੂੰਹ ਛੂ ਧੋਤਾ, ਪਾਣੀ ਛਾਣੀ ਪੀਤਾ। ਉਹਨੇ ਸਾਨੂੰ ਖਾਣਾ ਛਾਣਾ ਲਿਆ ਕੇ ਦਿੱਤਾ। ਰਾਤ ਅਸੀਂ ਉੱਥੇ ਕੱਢੀ। ਉਹ ਤੋਂ ਅਗਲੇ ਦਿਨ ਉਹ ਸਾਨੂੰ ਅੱਡੇ 'ਚ ਕਾਰ 'ਚ ਬਿਠਾ ਕੇ ਅੱਡੇ 'ਚ ਲੈ ਗਿਆ, ਤਫਤਾਨ ਅੱਡਾ। ਉੱਥੇ ਕੋਟੇ ਵਾਲੇ ਬੱਸਾਂ ਵਾਲੇ ਅੱਡੇ ਤੇ ਲੈ ਗਿਆ, ਬੱਸ ਸਟੈਂਡ ਤੇ ਸਾਨੂੰ ਲੈ ਗਿਆ। ਉੱਥੇ ਸਾਨੂੰ ਟਿਕਟਾਂ ਟੁਕਟਾਂ ਦਵਾ ਕੇ ਤੇ ਆ ਗਿਆ। ਉਹ ਬੱਸ ਦੇ ਵਿੱਚ ਬੈਠੇ ਆ ਅਸੀਂ ਤਕਰੀਬਨ 7-8 ਘੰਟਿਆਂ ਦਾ ਉੱਥੋਂ ਸਫ਼ਰ ਕੀਤਾ ਕਰਕੇ। ਰਾਤ ਦੇ 12-1 ਦਾ ਟਾਈਮ ਹੋਣਾ ਤੇ ਅਸੀਂ ਇੱਕ ਪਾਕਿਸਤਾਨ ਹੋਟਲ ਹੈ ਜਿਹੜਾ ਇਰਾਨ ਦੇ ਵਿੱਚ ਤਾਫਤਾਨ ਤੋਂ, ਯਾਨੀ ਕਿ ਨਾ ਕੋਈ 5-6 ਕਿਲੋਮੀਟਰ ਪਿੱਛੇ ਤਾਫਤਾਨ ਬਾਰਡਰ ਤੋਂ। ਹਾਂ ਬਿਲਕੁਲ ਬਿਲਕੁਲ। ਉਹ ਜੀ ਤਫਤਾਨ ਦੇ ਤੇ ਕੋਟੇ ਦੇ ਸੈਂਟਰ ਦੇ ਵਿੱਚ ਜੀ ਉਹ ਹੋਟਲ ਆਉਂਦਾ। ਉੱਥੇ ਅਸੀਂ ਚਲੇ ਗਏ। 12 ਰਾਤ ਦੇ 1 ਦਾ ਟਾਈਮ ਸੀ। ਉੱਥੇ ਗਏ ਆ ਤੇ ਉੱਥੇ ਹੋਰ ਬੰਦੇ ਨਾ ਹੋਟਲ ਤੋਂ ਬਾਹਰ ਨਾ ਅਸੀਂ ਨਿਕਲਿਆ ਨਾ ਬਾਹਰ, ਏਦਾਂ ਹਵੇਲੀ ਜੀ ਬਣੀ ਸੀ। ਉਹਨਾਂ ਨੇ ਸਾਨੂੰ ਆਖਿਆ ਉੱਧਰ ਚੱਲ ਜਾਓ। ਅਸੀਂ ਉੱਧਰ ਗਏ। ਸਾਡੇ ਜਾਂਦਿਆਂ ਸਾਰੇ ਉੱਤੇ ਬੰਦੇ ਹੋਰ ਮੌਜੂਦ ਸਨ 4-5, ਉਹ ਸਿਆਲਕੋਟ ਦੇ ਸਨ। ਉਹਨਾਂ ਨੇ ਆਖਿਆ ਵੀ ਤੁਸੀਂ ਕਿੱਧਰ? ਅਸੀਂ ਆਖਿਆ ਵੀ ਅਸੀਂ ਫਲਾਣੀ ਚੱਲੇ ਆ ਯਾਰ, ਅਸੀਂ ਇੱਧਰ ਨੂੰ ਯੂਨਾਨ ਵੱਲ। ਉਹਨਾਂ ਆਖਿਆ ਅਸੀਂ ਵੀ ਉੱਧਰ ਹੀ ਜਾਣਾ, ਅਸੀਂ ਵੀ ਤੁਹਾਡੇ ਨਾਲ ਜਾਣਾ। ਅਸੀਂ ਆਖਿਆ ਚਲੋ ਠੀਕ ਹੈ। ਅਸੀਂ ਕੋਈ ਘੰਟਾ 2 ਘੰਟੇ ਆਰਾਮ ਕੀਤਾ ਹੋਣਾ। ਉਹਨਾਂ ਬੰਦਿਆਂ ਨੇ ਸਾਨੂੰ ਆਣ ਕੇ ਜਗਾ ਲਿਆ, ਉੱਠੋ ਬਈ। ਉਹਨਾਂ ਨੇ ਸਾਨੂੰ ਡਾਲੇ 'ਚ ਬਿਠਾਇਆ ਤੇ ਸਾਡਾ ਸਫ਼ਰ ਸ਼ੁਰੂ ਹੋ ਗਿਆ। ਕੁਝ ਘੰਟਾ ਕੁ ਸਫ਼ਰ ਕੀਤਾ ਹੋਣਾ ਅਸੀਂ ਸੜਕ ਤੇ। ਉਹਦੇ ਤੋਂ ਬਾਅਦ ਰੇਤਲਾ ਇਲਾਕਾ ਸੀ ਤੇ ਉਧਰ ਨੂੰ ਸ਼ੁਰੂ ਹੋ ਗਿਆ ਕੰਮ। ਉਹ ਜਦੋਂ ਰੇਤਲੇ ਇਲਾਕੇ ਤੇ ਗੱਡੀ ਚੱਲੀ, 4 ਵੀਲਰ ਗੱਡੀ ਸੀ, ਡਾਲਾ ਸੀ, ਤੇ ਉਹ ਜੋ ਘੱਟੋ ਘੱਟੀ ਸਾਨੂੰ ਕੋਈ ਸਮਝ ਨਾ ਲੱਗੇ ਕਿ ਸਾਡੇ ਨਾਲ ਬਣਨ ਕੀ ਡਿਆ। ਤੇ ਉਸ ਉਧਰ ਨੂੰ ਨਿਕਲ ਗਏ। ਜੰਗਲ ਬਿਆਬਾਨ, ਕੋਈ ਚੀਜ਼ ਨਾ, ਕੋਈ ਬੱਤੀ ਨਹੀਂ ਨਜ਼ਰ ਆਉਣ ਡਈ, ਕੋਈ ਮਕਾਨ ਨਹੀਂ ਨਜ਼ਰ ਆਉਂਦਾ, ਕੋਈ ਫੈਕਟਰੀ ਨਹੀਂ ਨਜ਼ਰ ਆਉਂਦੀ, ਕੋਈ ਚੀਜ਼ ਨਜ਼ਰ ਹੀ ਨਹੀਂ ਆਉਂਦੀ ਸਵਾਰ ਰੇਤ ਤੋਂ ਤੇ ਟਿੱਬਿਆਂ ਤੋਂ, ਤੇ ਹੋਰ ਕੋਈ ਚੀਜ਼ ਨਹੀਂ ਨਜ਼ਰ ਆਉਂਦੀ। ਉਹ 2 ਘੰਟੇ ਅਸੀਂ ਸਫ਼ਰ ਕੀਤਾ ਤੇ ਇੱਕ ਜਗ੍ਹਾ ਤੇ ਨਾ ਇਦਾਂ ਛੋਟੀ ਜਿਹੀ ਕੁੱਲੀ ਜਿਹੀ ਬਣੀ ਸੀ, ਉਹਦੇ ਵਿੱਚ ਮਟਕਾ ਪਾਣੀ ਦਾ ਪਿਆ ਸੀ। ਤੇ ਉਹ ਭਾਈ ਨੇ ਨਾ ਡਾਲਾ ਉੱਥੇ ਰੋਕਿਆ ਜਾ ਕੇ, ਉਹਨੇ ਘੁੱਟ ਪਾਣੀ ਦਾ ਪੀ ਲਓ। ਸਾਨੂੰ ਥਕਾਵਟ ਬੇਹਿਸਾਬੀ ਹੋ ਗਈ ਸੀ ਤੇ ਅਸੀਂ ਉੱਥੇ ਜਾ ਕੇ ਨਾ ਪਾਣੀ ਦਾ ਘੁੱਟ ਪੀਤਾ ਵਾ। ਪਾਣੀ ਦਾ ਘੁੱਟ ਪੀ ਕੇ 5 ਮਿੰਟ ਅਸੀਂ ਆਰਾਮ ਕੀਤਾ, ਫਿਰ ਡਾਲੇ 'ਚ ਬਹਿ ਗਏ। ਡਾਲੇ 'ਤੇ ਬਹਿ ਗਏ ਤੇ ਫਿਰ ਅਸੀਂ ਘੰਟਾ 2 ਘੰਟੇ ਸਫ਼ਰ ਕੀਤਾ। ਉਦੋਂ ਨਾ ਸਰਗੀ ਦਾ ਟਾਈਮ ਹੋ ਗਿਆ। ਅੱਗੇ ਨਾ ਛੋਟਾ ਜਿਹਾ ਇੱਕ ਗਾਉਂ ਸੀ, ਕੱਚੇ ਕੋਠੇ ਬਣੇ ਸਨ ਤੇ ਕੋਈ 10-15 ਘਰ ਹੋਣੇ ਨੇ ਗੈਰ ਇਲਾਕੇ ਦੇ ਵਿੱਚ। ਉੱਥੇ ਸਾਨੂੰ ਨਾ ਉਹ ਡਾਲੇ ਵਾਲਾ ਨਾ ਲੈ ਗਿਆ। ਅਸੀਂ ਉੱਥੇ ਉਤਰਿਆ ਜਾ ਕੇ, ਤਹਿਖਾਨਾ ਨਵਾਂ ਉਹ ਮਕਾਨ ਜਿਹਾ ਕੱਚਾ ਕੋਠਾ ਜਿਹਾ ਬਣਿਆ ਸੀ, ਉੱਥੇ ਅਸੀਂ ਰਹੇ। ਉਸ ਮਾਲਕ ਮਕਾਨ ਦਾ ਨਾਂ ਸੀ ਕਾਸਮ। ਤੇ ਉੱਥੇ ਅਸੀਂ ਰੋਟੀ ਪਾਣੀ ਖਾਧਾ, ਨਹਾਤੇ ਧੋਤੇ ਆ। ਤੇ ਉਹ ਨਹਾਉਣ ਧੋਣ ਦੇ ਵੀ ਪੈਸੇ ਉਹਨੇ ਆਖਿਆ ਭਾਈ ਜਦੋਂ ਨਹਾ ਧੋ ਕੇ ਅਸੀਂ ਆਏ ਆ ਨਾ ਵਾਪਸ ਕਮਰੇ ਵੱਲ, ਉਹਨੇ ਆਖਿਆ ਜੀ 500 ਰੁਪਇਆ ਕੱਢ ਦਿਓ। ਤੇ ਅਸੀਂ ਸਾਰਿਆਂ ਦੋਸਤਾਂ ਨੇ ਆਖਿਆ ਯਾਰ ਅਸੀਂ ਤਾਂ ਨਹੀਂ ਦੇਣੇ ਪੈਸੇ, ਅਸੀਂ ਤੈਨੂੰ ਕਾਹਦੇ ਪੈਸੇ ਦੇਈਏ। ਤੇ ਉਹ ਭਾਈਜ਼ਾਦ, ਭਾਈ ਕਾਸਮ, ਸਾਰੇ ਅਸੀਂ ਉਹਦੇ ਨਾਲ ਲੜਨ ਡੈ ਪਏ। ਉਹਨੇ ਆਖਿਆ ਭਾਈ ਅਸੀਂ ਫਿਰ ਉਹ ਮੁੰਡੇ ਨੂੰ ਫੋਨ ਕੀਤਾ ਜਿਹੜਾ ਸਾਡਾ ਏਜੰਟ ਸੀ, ਜਿਹਦੇ ਥਰੂ ਅਸੀਂ ਜਾ ਰਹੇ ਸਾਂ। ਉਹਨੇ ਸਾਨੂੰ ਆਖਿਆ ਤੁਹਾਡਾ ਖਰਚਾ ਹੀ ਨਹੀਂ ਹੋਣਾ। ਅਸੀਂ ਉਹਦੇ ਨਾਲ ਰਾਬਤਾ ਕੀਤਾ, ਉਹ ਉਲਟਾ ਸਾਨੂੰ ਅੱਗੋਂ ਗੱਲਾਂ ਬਾਤਾਂ ਸੁਣਾਉਣ ਡਿਆ ਪਿਆ। ਇੱਥੇ ਖਰਚੇ ਹੁੰਦੇ ਨੇ, ਇੰਝ ਹੁੰਦਾ, ਫਲਾਣ ਹੁੰਦਾ, ਢੀਂਗ ਹੁੰਦਾ, ਇਹ ਹੁੰਦਾ, ਉਹ ਹੁੰਦਾ। ਤੇ ਉਹ ਸਾਡੀ ਗੱਲ ਹੀ ਨਾ ਸੁਣੇ, ਉੱਥੇ ਜਾ ਕੇ ਵੀ ਸਾਡੀ ਗੱਲ ਨਾ ਸੁਣੇ। ਉਹਨੇ ਮੋਬਾਇਲ ਬੰਦ ਕਰਤਾ। ਅਸੀਂ ਉਸ ਬੰਦੇ ਨੂੰ ਇਹ ਗੱਲ ਆਖੀ ਕਿ ਭਾਈ ਅਸੀਂ ਵਾਪਸ ਜਾਣਾ ਵਾ, ਅਸੀਂ ਗਾਂਹ ਜਾਣਾ ਹੀ ਨਹੀਂ। ਜਦੋਂ ਸਾਡਾ ਬੰਦਾ ਉਹ ਸਾਥ ਹੀ ਨਹੀਂ ਹੋਣ ਦੇਣ ਡਿਆ, ਅਸੀਂ ਗਾਂਹ ਜਾ ਕੇ ਕੀ ਕਰਨਾ। ਉਸ ਬੰਦੇ ਭਾਈ ਕਾਸਮ ਨੇ ਇਹ ਗੱਲ ਆਖੀ, ਉਹ ਜਿਹਦਾ ਮਕਾਨ ਸੀ, ਜਿਹੜਾ ਸਾਨੂੰ ਰਿਹਾਇਸ਼ ਪਜੀਰ ਉੱਥੇ ਰੱਖਦਾ ਸੀ। ਉਹਨੇ ਸਾਨੂੰ ਇਹ ਗੱਲ ਆਖੀ ਕਿ ਭਾਈ ਜੇ ਅਗਰ ਜਾਣਾ ਜੇ ਤਾਂ ਜ਼ਿੰਦਾ ਜਾਣਾ, ਜੇ ਪਿੱਛੇ ਆਉਣਾ ਤਾਂ ਮਰ ਜਾਣਾ। ਮੌਤ ਆ, ਪਿੱਛੇ ਮੌਤ ਆ, ਗਾਂਹ ਜ਼ਿੰਦਗੀ ਦਾ ਕੋਈ ਪਤਾ ਨਹੀਂ ਮੌਤ ਹੈ ਕਿ ਨਹੀਂ ਹੈ, ਉਹ ਤੁਹਾਨੂੰ ਪਤਾ। ਜੇ ਵਾਪਸ ਪਿੱਛੇ ਜਾਣਾ ਜੇ ਤੇ ਮਰ ਕੇ ਤੁਹਾਨੂੰ ਉੱਥੇ ਕੋਟੇ ਘੱਲ ਦਿੰਦੇ ਆ।
ਇਹੋ ਜਿਹੇ ਉਹ ਬੰਦੇ ਗੱਲਾਂ ਕਰਦੇ ਆ। ਅਸੀਂ ਬੜੇ ਪਰੇਸ਼ਾਨ ਹੋਏ ਇੱਕ ਵਾਰੀ ਕਿ ਯਾਰ ਇਹ ਸਾਡੇ ਨਾਲ ਕੀ ਬਣ ਗਿਆ। ਬਸ ਅੱਲਾਹ ਤਾਲਾ ਨੇ ਫਿਰ ਸਬਰ ਦੇਣਾ, ਇਹ ਸਬਰ ਕਰਦੇ ਰਹੇ। ਅਸੀਂ ਆਖਿਆ ਹੁਣ ਵੇਖੀ ਜਾਏਗੀ ਜਿਹੜੀ ਗੱਲ ਹੋਣੀ। ਮੁੰਡੇ ਟੱਕਰਾਂ ਮਾਰਦੇ, ਕੰਧਾਂ ਨੂੰ ਮਾਰਦੇ, ਯਾਰ ਇਹ ਸਾਡੇ ਨਾਲ ਕੀ ਬਣ ਗਿਆ। ਹਲੇ ਅਸੀਂ ਪਾਕਿਸਤਾਨ ਦੇ ਵਿੱਚ ਲੱਗੇ ਫਿਰਦੇ ਹਾਂ, ਅਜੇ ਅੱਗੇ ਅਸੀਂ ਗਏ ਹੀ ਨਹੀਂ, ਅੱਗੇ ਪਤਾ ਨਾ ਸਾਡੇ ਨਾਲ ਕੀ ਬਣਨਾ। ਉੱਥੇ ਉਹ ਜੀ ਸਾਨੂੰ ਰੋਟੀ ਦਿੰਦੇ ਸੀ ਇੱਕ ਟਾਈਮ, ਐਡੀ ਮੋਟੀ ਐਡੀ ਵੱਡੀ ਸਾਰੀ ਰੋਟੀ ਹੁੰਦੀ ਸੀ ਸੁੱਕੀ, ਉਹ ਸਾਨੂੰ ਫੜਾ ਦਿੰਦੇ ਸੀ ਲਿਆ ਕੇ। ਤੇ ਕਦੀ ਸਾਲਨ ਦੇਣਾ ਤੇ ਕਦੀ ਨਾ ਦੇਣਾ, ਪਾਣੀ ਦੇ ਨਾਲ ਸੁਰਕ ਕੇ ਅਸੀਂ ਰੋਟੀਆਂ ਖਾਂਦੇ ਰਹੇ। 3-4 ਦਿਨ ਅਸੀਂ ਉੱਥੇ ਰੱਖਿਆ, 3-4 ਦਿਨ ਅਸੀਂ ਉਸ ਮਕਾਨ ਦੇ ਵਿੱਚ ਰਹੇ। ਤੇ ਉਹ 3-4 ਅਸੀਂ ਤੇ ਨਹਾਉਣਾ ਵੀ ਬੰਦ ਕਰਦੇ, ਹੁਣ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਹੈਗੇ। ਅਸੀਂ ਤੇ ਇਹ ਸੋਚਿਆ ਕਿ ਯਾਰ ਉਸ ਬੰਦੇ ਨੇ ਸਾਡਾ ਸਾਰਾ ਖਰਚਾ ਕਰਨਾ। ਉਹ ਕਿ ਇੱਥੇ ਇੰਨੇ ਲੱਗ ਗਏ ਤੇ ਅੱਗੇ ਕੀ ਕਰਨਾ, 20-30 ਹਜ਼ਾਰ ਰੁਪਇਆ ਜੇਬ ਚ ਪਾ ਕੇ ਨਿਕਲੇ। ਉਹ ਸਾਨੂੰ ਅੱਗੇ ਸਾਡੀ ਗੱਲ ਹੀ ਨਹੀਂ ਸੁਣਦਾ। ਫਿਰ ਅਸੀਂ ਤਾਂ ਬੜੀ ਮੁਸ਼ਕਲਾਤ ਦੇ ਵਿੱਚ ਫਸ ਗਏ। ਅਸੀਂ ਆਖਿਆ ਹੁਣ ਕੀ ਕਰੀਏ ਬਈ। ਉਹ 3-4 ਦਿਨ ਅਸੀਂ ਉਹਨੂੰ ਪੁੱਛਿਆ ਯਾਰ ਸਾਡੀ ਵਾਰੀ ਕਦੋਂ ਆਉਣੀ ਹੈ। ਤੇ ਉਹਨਾਂ ਕਿਹਾ ਜੀ ਅੱਜ ਸ਼ਾਮ ਨੂੰ ਤੁਸੀਂ ਆਪਣੀ ਤਿਆਰੀ ਕਰ ਲਓ। ਅਸੀਂ ਜਿਹੜਾ ਵੀ ਨਾਲ ਕੋਈ 1-2 ਸੂਟ ਲੈ ਕੇ ਗਏ ਸਾਂ, ਸਾਰੇ ਜਣੇ 5 ਜਣੇ ਬੰਦੇ ਸਾਂ ਅਸੀਂ। ਉੱਥੇ ਜਾ ਕੇ ਸਾਡੇ ਨਾਲ 40-50 ਉੱਥੇ 40-50 ਰਾ ਲੱਗੇ। ਉੱਥੇ ਕੁਝ ਅਫਗਾਨੀਏ ਵੀ ਰਲ ਆਉਂਦੇ ਨੇ, ਕੁਝ ਪਾਕਿਸਤਾਨੀ ਵੀ, ਜ਼ਿਆਦਾ ਬਹੁਤੇ ਗੁਜਰਾਤ ਦੇ, ਵਜ਼ੀਰਾਬਾਦ ਦੇ ਤੇ ਸਿਆਲਕੋਟ ਦੇ ਬੰਦੇ ਆ। ਇੱਧਰ ਫੈਸਲਾਬਾਦ ਦੇ ਬਹੁਤ ਹੀ ਬੰਦੇ ਘੱਟ ਨੇ। ਅਸੀਂ ਸਾਂ ਜਿਹੜੇ 4-5 ਸਾਂ, ਤੇ ਬਾਕੀ ਇੱਧਰ ਦਾ ਹੋਰ ਬੰਦਾ ਕੋਈ ਨਹੀਂ ਸੀ। ਉਹਨਾਂ ਰਾਤ ਨੂੰ ਵੀ ਡਾਲਾ ਆ ਗਿਆ ਉਹਨਾਂ ਦੇ 2। ਉਹਨਾਂ ਨੇ 4 ਵੀਲਰ ਡਾਲਾ, ਤੁਹਾਨੂੰ ਪਤਾ ਹੋਣਾ 4 ਵੀਲਰ ਡਾਲਰ ਦੇ ਪਿਛਲੇ ਪਾਸੇ ਕਿੰਨੀ ਕੁ ਜਗ੍ਹਾ ਹੁੰਦੀ ਤੇ 40-40 ਬੰਦੇ ਵਾੜੇ ਜਾਣ। 40-40 ਬੰਦੇ ਜਨਾਬ, ਉਹਨਾਂ ਨੇ 40-40 ਬੰਦੇ। ਇਹ ਮੈਂ ਉਹਨਾਂ ਨੂੰ ਗੱਲ ਦੱਸਣ ਡਿਆ, ਜਿਹੜੇ ਆਂਦੇ ਨੇ ਨਾ ਕਿ ਅਸੀਂ ਜਰਮਨੀ ਜਾਣਾ, ਅਸੀਂ ਸਪੇਨ ਜਾਣਾ, ਅਸੀਂ ਇਟਲੀ ਜਾਣਾ, ਅਸੀਂ ਯੂਨਾਨ ਜਾਣਾ, ਅਸੀਂ ਤੁਰਕੀ ਜਾਣਾ। ਇਹ ਖਾਸ ਕਰ ਅਸੀਂ ਉਹਦੇ ਵਾਸਤੇ ਵੀਡੀਓ ਬਣਾਉਣ ਡਏ, ਔਰ ਸਾਨੂੰ ਸ਼ੌਕ ਕੋਈ ਨਹੀਂ ਵੀਡੀਓ ਤਿਆਰ ਕਰਨ ਦਾ। ਅਸੀਂ ਉਹਨਾਂ ਨੂੰ ਸੱਚੀ ਤੋਂ ਬਿਲਕੁਲ ਸੱਚੀ ਕਹਾਣੀ ਦੱਸਣ ਡਏ ਹਾਂ। ਤੇ ਸਾਡੀ ਪੱਲੇ ਬੰਨ ਲਿਓ ਜੇ, ਤੇ ਨਾ ਜਾਇਓ। ਤੁਹਾਡੇ ਛੋਟੇ ਕਈਆਂ ਵੀਰਾਂ ਦੇ ਛੋਟੇ ਬੱਚੇ ਨੇ, ਮਾਂ ਪਿਓ ਨੇ, ਉਹ ਕੀ ਕਰਨਗੇ। ਉਹਨਾਂ ਨੂੰ ਧੋਖਾ ਦੇ ਕੇ ਤਾਂ ਅਸੀਂ ਇਹ ਕੰਮ ਕਰਦੇ ਹਾਂ। ਅੱਛਾ, ਬਾਕੀ ਦੇ ਅਗਾਂਹ ਤੁਹਾਨੂੰ ਦੱਸੀ ਜਾਵਾਂਗੇ। ਬਹਰਹਾਲ ਤੁਹਾਨੂੰ ਇਹ ਨਾਲ ਦੱਸੀ ਵੀ ਜਾਂਦੇ ਆ ਕਿ ਸਫ਼ਰ ਬਿਲਕੁਲ ਹੀ ਨਹੀਂ ਠੀਕ ਹੈ। ਮਾਰ ਕੇ ਜਾਣ ਵਾਲਾ ਆਪੋ ਆਪ ਨੂੰ ਮਾਰ ਕੇ ਜਾਣ ਵਾਲਾ ਸਫ਼ਰ ਆ। ਹਾਂਜੀ, ਤੇ ਜ਼ਿੰਦਗੀ ਤੇ ਮੌਤ ਦਾ ਇਹਦਾ ਕੋਈ ਪਤਾ ਨਹੀਂ ਕਿ ਕਿੱਥੇ ਮੌਤ ਆ ਜਾਣੀ ਤੇ ਕਿੱਥੇ ਸਾਡੀ ਜ਼ਿੰਦਗੀ ਆ। ਇਹ ਕੋਈ ਪਤਾ ਨਹੀਂ, ਅੱਲਾ ਨੂੰ ਪਤਾ। ਇਹ ਅੱਗੇ ਕੋਟਿਓ ਅਗਾਂਹ ਜਾ ਕੇ ਪਤਾ ਲੱਗਦਾ ਵਾ। ਇਹ ਪਿੱਛੇ ਕੋਈ ਪਤਾ ਨਹੀਂ। ਪਿੱਛੇ ਤੇ ਤੁਸੀਂ ਇੰਝ ਜਾਣ ਡੇ ਜਿਵੇਂ ਮੈਂ ਬਾਠਾਂ ਤੋਂ ਬਾਹਰ ਕਿਤੇ ਜਾਣਾ ਫੈਸਲਾਬਾਦ। ਇਹ ਇੰਝ ਹੀ ਸਫ਼ਰ ਲੱਗਦਾ। ਅੱਛਾ ਜੀ, ਇੰਨੀ ਗੱਲ ਖਤਮ ਹੋਈ। ਉਹਨਾਂ ਨੇ ਸਾਨੂੰ ਡਾਲੇ 'ਚ ਪਾਇਆ। ਉਧਰ ਰਮਜ਼ਾਨ ਸ਼ਰੀਫ ਦੀ 4ਵਾਂ-5ਵਾਂ ਰੋਜ਼ਾ ਹੋਣਾ। ਇਹਨਾਂ ਹੀ ਪਹਿਲੇ ਰੋਜ਼ੇ ਚੱਲ ਗਏ ਹਨ। ਚੌਥਾ ਤਕਰੀਬਨ ਕੋਈ 9ਵਾਂ-10ਵਾਂ ਰੋਜ਼ਾ ਸੀ ਜਦੋਂ। ਹਾਂਜੀ, 8ਵਾਂ-9ਵਾਂ ਰੋਜ਼ਾ ਸੀ ਰਮਜ਼ਾਨ ਸ਼ਰੀਫ ਦਾ। ਜਦੋਂ ਉਹਨਾਂ ਨੇ ਸਾਨੂੰ ਉੱਥੋਂ ਨਾ ਟੋਰਿਆ, ਰੋਜ਼ਾ ਖੋਲ ਕੇ ਅਜ਼ਾਨਾਂ ਹੋ ਗਈਆਂ। ਕੋਈ ਮਸਜਿਦ ਸੀ ਉਹਨਾਂ ਦੇ ਪਿੰਡ ਦੇ ਵਿੱਚ ਛੋਟੀ ਜੀ, ਜਿਹੜੇ ਐਵੇਂ ਆਵਾਜ਼ ਮਖਸੂਸ ਜੀ ਆਵਾਜ਼ ਆਉਂਦੀ ਸੀ। ਉਹ ਕਈਆਂ ਬੰਦਿਆਂ ਨੇ ਉੱਥੇ ਰੋਜ਼ਾ ਕਿੱਥੇ ਰੱਖਿਆ ਜਾਂਦਾ, ਭੁੱਖ ਦੇ ਵਿੱਚ ਜ਼ਿਆਦਾ ਰੋਜ਼ਾ ਤਾਂ ਨਹੀਂ ਰੱਖਿਆ ਜਾਂਦਾ। ਉਹ ਕਈਆਂ ਬੰਦਿਆਂ ਰੋਜ਼ਾ ਰੱਖਿਆ, ਕਈਆਂ ਨੇ ਨਹੀਂ ਰੱਖਿਆ। ਉਹ ਰੋਜ਼ਾ ਰਫਤਾਰੀ ਕਰਕੇ ਤੇ ਅਸੀਂ ਚੱਲ ਪਏ ਹਾਂ। ਡਾਲਿਆਂ 'ਚ ਉਹਨਾਂ ਦੇ 40-40 ਬੰਦੇ। ਅਸੀਂ ਤੇ ਬੜੇ ਪਰੇਸ਼ਾਨ ਕਿ 40 ਬੰਦੇ ਤੇ ਬਹਿਣੇ ਕਿਵੇਂ ਨੇ ਯਾਰ। ਇਹ ਉਹਨਾਂ ਦਾ ਰੋਜ਼ ਦਾ ਕੰਮ ਹੈ। ਉਹਨਾਂ ਨੂੰ ਪਤਾ ਅਸੀਂ ਕਿਸ ਤਰ੍ਹਾਂ 40 ਬੰਦੇ ਵਿੱਚ ਵਾੜਨੇ ਨੇ। ਕਿਉਂ ਭਾਈ ਜ਼ਹਾਦ? ਸਾਨੂੰ ਤਾਂ ਨਹੀਂ ਨਾ ਪਤਾ। ਹਾਂ, ਸਹੀ। ਉਹਨਾਂ ਨੇ ਜੀ ਇੱਕ ਸਾਈਡ ਤੇ ਨਾ 10 ਬੰਦੇ ਨਾ ਇੰਝ ਕਰਕੇ ਬਿਠਾਏ ਨੇ। ਤੇ ਆਹ ਪੋਜੀਸ਼ਨ ਡਾਲੇ ਦੀ ਹੁੰਦੀ, ਇੰਝ ਕਰਕੇ ਬੰਦਾ ਬਿਠਾਉਂਦੇ ਜੀ, ਇੰਝ ਕਰਕੇ ਗੋਡੇ ਜੋੜੇ ਹੁੰਦੇ ਨੇ। ਆਹ ਵੇਖ ਲਓ ਮੇਰੇ ਵੱਲੋਂ, ਇੰਝ ਬੰਦਾ ਬਹਾਉਂਦੇ ਜੀ, ਇੰਝ ਕਰਕੇ। ਬਾਹਾਂ ਵੀ ਇੰਝ ਰੱਖਣੀਆਂ ਨੇ, ਠੀਕ ਆ। ਬਾਂਹ ਇੰਝ ਖੋਲਣੀ ਕੋਈ ਨਹੀਂ, ਇੰਝ ਰੱਖਣੀਆਂ, ਖੁੱਲਦੀ ਇੱਕ ਦੂਸਰੇ ਨਾਲ। ਇੰਝ ਲੈਣ ਦੇ ਵਿੱਚ ਨਾ 10 ਬੰਦੇ ਲਾ ਦੇਣੇ। ਫਿਰ ਪਰਲੀ ਲੈਣ ਦੇ ਵਿੱਚ 10 ਬੰਦੇ ਲਾ ਦੇਣੇ। ਫਿਰ ਵਿਚਕਾਰਲੀ ਲੈਣ 'ਚ ਜਿੱਦਾਂ 4 ਲੈਣਾ ਲਾ ਦਿੰਦੇ ਜੇ। ਤੇ ਬੰਦੇ ਕੋਲ ਨਾ ਇੰਝ ਹੋਇਆ ਜਾਂਦਾ ਤੇ ਨਾ ਹੀ ਇੰਝ ਹੋਇਆ ਜਾਂਦਾ।
ਇੰਝ ਹੀ ਬੈਠਾ ਰਹਿਣਾ। ਅੱਛਾ ਜੀ, ਬਹਿ ਗਏ ਜੀ ਉੱਥੇ, ਕੋਈ ਸਾਹ ਨਾ ਸਾਡਾ ਨਿਕਲੇ। ਉਹਨਾਂ ਰਾਤ ਨੂੰ ਨਾ ਤੋਰ ਦਿੱਤੀਆਂ ਬੱਸਾਂ, ਦੂਜਾ 4 ਵੀਲਰ ਡਾਲੇ, 2 ਡਾਲੇ ਭਰ ਗਏ ਉੱਥੇ। ਅਫਗਾਨੀ ਬੇਸਾਬੇ ਹੋ ਜਾਂਦੇ ਜੀ, ਇਹ ਵੀ ਬਹੁਤ ਜ਼ਿਆਦਾ ਆਉਂਦੇ ਸਾਡੇ ਨਾਲ, ਬਹੁਤ ਇਹ ਅਫਗਾਨੀ ਆਉਂਦੇ ਆ। ਅੱਛਾ, ਡਾਲਾ ਚੱਲ ਪਏ ਜੀ ਡਾਲੇ। ਇਹਦਾ ਨਾਲ ਅੱਗੋਂ ਪਹਾੜੀ ਸਿਲਸਿਲਾ ਸ਼ੁਰੂ ਹੋ ਗਿਆ। ਪਹਾੜ ਹੀ ਪਹਾੜ, ਕੋਈ ਚੀਜ਼ ਨਹੀਂ ਨਜ਼ਰ ਆਉਂਦੀ ਉੱਥੇ ਕਿ ਕੀ ਇੱਧਰ ਹੈ ਤੇ ਕੀ ਨਹੀਂ। ਨਿਰੇ ਪਹਾੜ ਹੀ ਪਹਾੜ। ਤੇ ਕੋਈ 8 9 10 ਦਾ ਟਾਈਮ ਹੋਣਾ ਰਾਤ ਦਾ। 500 ਸਫ਼ਰ ਕਰਦੇ ਹੀ ਗਏ ਆ। ਸਫ਼ਰ ਉਹਨੂੰ ਅਸੀਂ ਆਂਦੇ ਰਹੇ ਆ, ਯਾਰ ਡਾਲਾ ਖਿਲਾਰ, ਯਾਰ ਡਾਲਾ, ਸਾਨੂੰ ਸਾਹ ਲੈ ਲੈਂਦੇ। ਉਸ ਬੰਦੇ ਡਾਲਾ ਡੂਲਾ ਕੋਈ ਨਹੀਂ ਖਿਲਾਰਦੇ। ਉਹ ਆਂਦੇ ਸਾਡੇ ਵੱਲੋਂ ਸਿੱਧਾ ਸਾਹ ਬੰਦ ਹੁੰਦਾ ਹੋਵੇ ਤੇ ਜਿਹੜਾ ਮਰਦਾ ਮਰੇ। ਉਹਨਾਂ ਨੂੰ ਕੋਈ ਟੈਨਸ਼ਨ ਨਹੀਂ, ਕੋਈ ਪਰੇਸ਼ਾਨੀ ਨਹੀਂ। ਰਾਤ ਉਹਨਾਂ ਜੀ ਉਹ ਸਾਡਾ ਸਫ਼ਰ ਖਤਮ ਹੋਇਆ ਡਾਲੇ ਵਾਲਾ। ਚਾਰ ਸਵੇਰੇ ਪਹਾੜੀ ਪਹਾੜ ਸਾਨੂੰ ਉੱਚੇ ਉੱਚੇ ਜਨਾਬ। ਉਹਨਾਂ ਨੇ ਸਾਨੂੰ ਨਾ ਸੈਂਟਰ ਦੇ ਵਿੱਚ ਨਾ ਕੱਚੀ ਸੜਕ ਸੀ, ਪਹਾੜਾਂ ਦੇ ਵਿੱਚ ਕਦੀ ਗੱਡੀ ਤਾਂ ਤੇ ਕਦੀ ਠਾਂ, ਉੱਥੇ ਸਾਨੂੰ ਲੈ ਜਾਂਦੇ। ਉੱਥੇ ਸਾਨੂੰ ਜਾ ਕੇ ਉਹਨਾਂ ਨੇ ਆਖਿਆ ਸੀ ਇੱਥੇ ਆਰਾਮ ਕਰੋ ਜੀ। ਉਹ 2 ਡਾਲੇ ਸਾਡੇ ਉੱਥੇ ਜੀ, ਅਸੀਂ 70 ਕੁ 80 ਬੰਦੇ ਸਾਂ। ਸਾਡੇ ਜਾਣ ਤੋਂ ਪਹਿਲਾਂ 2 ਬੰਦੇ ਉੱਥੇ ਮੌਜੂਦ ਸੀ, ਜਿਹੜੇ ਅੱਗੋਂ ਰਾਹ ਦੱਸਦੇ ਨੇ। ਉਹਨਾਂ ਆਖਿਆ ਜੀ ਇੱਥੇ ਆਰਾਮ ਕਰੋ। ਅਸੀਂ 11 12 ਵਜੇ ਜੀ ਉੱਥੇ ਚਾਦਰਾਂ ਵਿਛਾਈਆਂ ਪੱਥਰਾਂ ਦੇ ਉੱਤੇ ਤੇ ਪਹਾੜਾਂ ਦੇ ਉੱਤੇ ਸੌਂ ਗਏ ਆ। ਤੇ ਕੋਈ ਪਤਾ ਨਹੀਂ, ਕੋਈ ਸੱਪ ਲੜ ਜਾਣਾ, ਕੋਈ ਪਤਾ ਨਹੀਂ ਥੱਲੇ ਠੂੰਆਂ ਲੜ ਜਾਣਾ। ਹਾਂਜੀ, ਉਹ ਅੱਲਾ ਰੱਖੇ ਖਾਰ। ਤੇ ਦਿਨ ਚੜਿਆ ਤੇ ਉਹਨਾਂ ਨੇ ਨਾ, ਇੱਕ ਬੰਦਾ ਮੋਟਰਸਾਈਕਲ ਤੇ ਆ ਗਿਆ 125 ਤੇ। ਉਹਨੇ ਨਾ ਚਾਹ ਲਿਆਂਦੀ, ਛੋਟੇ ਛੋਟੇ ਕੱਪ ਸਨ, ਨਾਲ ਇੱਕ ਬਿਸਕੁਟ ਦਾ ਸਾਨੂੰ ਡੱਬਾ ਦਿੱਤਾ। ਅਸੀਂ ਆਖਿਆ ਸਾਡੇ ਕੋਲ ਕਿਹੜਾ ਇਹਨਾਂ ਨੇ ਪੈਸੇ ਲੈਣੇ ਨੇ। ਉਹ ਜਦੋਂ ਖਾ ਪੀ ਕੇ ਅਸੀਂ ਹਟੇ ਆ, ਉਹਨਾਂ ਆਖਿਆ ਜੀ 500 ਰੁਪਇਆ ਕੱਢੋ। ਚਾਹ ਦਾ 500 ਰੁਪਇਆ? ਹਾਂਜੀ, ਚਾਹ ਦਾ 500 ਰੁਪਇਆ ਕੱਢੋ। ਉਹ ਅਸੀਂ ਉਹਨਾਂ ਨੂੰ ਦਿੱਤਾ। ਉੱਥੇ ਤਾਂ ਬਾਬਾ ਜੀ ਪਿਸ਼ਾਬ ਕਰਨ ਦੇ ਵੀ 500 ਰੁਪਇਆ ਲੈ ਲੈਂਦੇ ਆ। ਇਹ ਗੱਲ ਜ਼ਿਹਨ 'ਚ ਰੱਖਿਓ। ਤੇ ਚਲੋ ਜੀ, ਉਹ ਨਾਸ਼ਤਾ ਕਰਕੇ ਨਾ 6 ਵਜੇ ਅਸੀਂ ਉੱਥੋਂ ਨਾ ਸ਼ੁਰੂ ਹੋ ਗਿਆ ਸਾਡਾ ਸਫ਼ਰ 80 ਬੰਦਿਆਂ ਦਾ। ਜਦੋਂ ਅਸੀਂ ਉਹਨਾਂ ਨੂੰ ਕਿਹਾ, ਉਹਨਾਂ ਪਹਾੜੀਆਂ ਨੂੰ ਕਿਹਾ ਜਾਂਦਾ ਮਸ਼ਹਦ ਦੀਆਂ ਪਹਾੜੀਆਂ। ਉਹ ਪਾਕਿਸਤਾਨ ਦੀਆਂ ਤੇ ਇਰਾਨ ਦੀਆਂ ਜਿਹੜਾ ਉਹ ਬਾਰਡਰ ਦੇ ਨਾਲ ਨਾ ਮਸ਼ਹਦ ਦੀਆਂ ਪਹਾੜੀਆਂ, ਤਫਤਾਨ ਦੇ ਨਾਲੋਂ ਨਾ ਬਾਰਡਰ ਦੇ ਤਕਰੀਬਨ ਕੋਈ 10-15 ਕਿਲੋਮੀਟਰ ਨਾ ਪਿੱਛੇ ਨੇ ਉਹ ਪਹਾੜੀਆਂ ਬਾਰਡਰ ਤੋਂ। ਉੱਥੋਂ ਸਫ਼ਰ ਸ਼ੁਰੂ ਹੋ ਜਾਂਦਾ ਜੀ। ਕਦੇ ਉਹ ਤੁਹਾਨੂੰ ਚੜ੍ਹਾ ਦਿੰਦੇ ਸੀ ਪਹਾੜੀਆਂ, ਕਦੇ ਥੱਲੇ, ਕਦੇ ਬਹੁਤ ਰਾਹ ਦੇ ਵਿੱਚ ਮੁਸ਼ਕਲਾਤਾਂ ਆਈਆਂ ਨੇ। ਹੱਤਾਂ ਕਿ ਅਸੀਂ ਐਸੇ ਮਨਾਜ਼ਰ ਵੇਖੇ ਨੇ ਉੱਥੇ ਕਿ ਢਾਂਚੇ ਪਏ ਨੇ ਬੰਦਿਆਂ ਦੇ, ਮੁੰਡਿਆਂ ਦੇ। ਹਾਂਜੀ, ਪੈਰਾਂ 'ਚ ਬੂਟ, ਖੋਪੜੀਆਂ ਪਈਆਂ ਮੁੰਡਿਆਂ ਦੀਆਂ, ਬੈਗ ਪਏ ਨੇ, ਢਾਂਚੇ ਪਏ ਨੇ ਮੁਰਦਿਆਂ ਦੇ। ਜਿਹੜਾ ਬੰਦਾ ਇਸ ਰਾਹ ਦੇ ਵਿੱਚ ਜਦੋਂ ਚੱਲਦਾ ਨਾ, ਇਹ ਉਹਨੂੰ ਸਭ ਕੁਝ ਹੀ ਨਜ਼ਰ ਆਉਂਦਾ। ਉੱਥੇ ਜਾ ਕੇ ਨਾ ਫਿਰ ਕਈ ਦੇ ਬੰਦੇ ਡਿੱਗ ਪੈਂਦੇ ਨੇ ਮੁੰਡੇ, ਤੇ ਕਈ ਆਪਣੇ ਆਪ ਨੂੰ ਸਮਝ ਜਾਂਦੇ ਨੇ, ਯਾਰ ਹੁਣ ਅਸੀਂ ਆਏ ਤੇ ਹੈ ਹੀ, ਹੁਣ ਉਹਨੇ ਕੀ ਕਰੀਏ। ਕਈ ਮੌਤ ਨਜ਼ਰ ਆਉਂਦੀ ਹੈ। ਇਹ ਮਨਾਜ਼ਰ ਅਸੀਂ ਤਕਰੀਬਨ ਉਸ ਰਸਤੇ ਦੇ ਵਿੱਚ ਨਾ ਕਈ ਵਾਰ ਵੇਖਿਆ, ਇੱਕ ਵਾਰ ਨਹੀਂ ਵੇਖਿਆ। ਇੱਕ ਬੰਦਾ ਮਰਿਆ ਪਿਆ ਤੇ ਚਲੋ ਇੱਕ ਵੇਖ ਲਿਆ, ਅੱਗੇ ਤੇ ਕੋਈ ਨਹੀਂ ਹੋਣਾ। ਉਹ ਵੀ ਸਾਡੇ ਤਰ੍ਹਾਂ ਹੀ ਸਫ਼ਰ ਕਰਨਾ, ਉਹ ਵੀ ਸਾਡੇ ਤਰ੍ਹਾਂ ਹੀ ਸਫ਼ਰ, ਇਸੇ ਰਾਹ ਦੇ ਵਿੱਚ ਹੀ ਜਾ ਕੇ ਇਸੇ ਸਬਜ਼ ਬਾਗ ਇਹਨਾਂ ਵਿਖਾ ਕੇ ਵੱਡਿਆਂ ਬੰਦਿਆਂ ਨੇ ਕਿ ਜਿਹੜੇ ਉਧਰ ਪਹਿਲੇ ਮੌਜੂਦ ਨੇ, ਉਹ ਫੋਨ ਕਰਦੇ ਨੇ ਕਿ ਯਾਰ ਆ ਜਾ ਵੀ ਫਲਾਣਿਆ, ਮੈਂ ਤੇ ਇੰਨੇ ਨੋਟ ਕਮਾਣ ਡਿਆ, ਤੂੰ ਵੀ ਆ ਜਾ। ਆਉਂਦੇ ਸਾਲ ਤੇਰੇ ਲੈਂਟਰ ਦੇ ਮਕਾਨ ਬਣਨੇ ਨੇ। ਹਾਂਜੀ, ਤੇਰੇ ਥੱਲੇ ਵੀ ਗੱਡੀ ਹੋਣੀ ਹੈ, ਫਲਾਣ ਹੋਏਗਾ, ਫਲਾਣ। ਏਦਾਂ ਕਰ ਕੁਰ ਕੇ ਤੇ ਉਹ ਬੰਦਾ ਫਸ ਜਾਂਦਾ। ਉਦੋਂ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ। ਹੁਣ 10-15 ਹਜ਼ਾਰ ਕੀ ਔਕਾਤ, 10-15 ਹਜ਼ਾਰ ਤੇ ਫੈਸਲਾਬਾਦ ਜਾਈਏ, ਸਿਆਲ ਲਾਹੌਰ ਜਾਈਏ ਤੇ ਉੱਥੇ ਖਤਮ ਹੋ ਜਾਂਦਾ 10-15 ਹਜ਼ਾਰ। 10-15 ਹਜ਼ਾਰ ਕਿਸੇ ਬੰਦੇ ਅੱਗੇ ਨਾਂ ਲਈਏ ਨਾ ਯਾਰ ਅਸੀਂ ਯੂਨਾਨ ਜਾਣਾ 10-15 ਹਜ਼ਾਰ 'ਚ, ਉਹ ਅਗਲਾ ਬੰਦਾ ਹੁੰਦਾ ਜੀ ਯਾਰ 10-15 ਹਜ਼ਾਰ ਰੁਪਈਆ, 3.5 ਲੱਖ ਉਹਨੇ ਮੁੱਕਿਆ ਸਾਡੇ ਨਾਲ। ਉਹ ਜਦੋਂ ਬਾਅਦ 'ਚ ਅਸੀਂ ਰਕਮ ਉਹਦੇ ਨਾਲ ਦੇਣੀ ਸੀ ਨਾ, ਉਹ 3.5 ਲੱਖ ਰੁਪਈਆ ਅਸੀਂ ਉਹਦੇ ਨਾਲ ਉੱਥੇ ਜਾ ਕੇ ਦੇਣੀ ਸੀ। ਆਹੋ 25,000 ਉਹਨਾਂ ਦੇ ਘਰ ਦਿੱਤਾ, 25,000 ਰੁਪਇਆ ਉਹਨਾਂ ਦੇ ਘਰ ਅਸੀਂ ਦੇ ਕੇ ਆਏ ਆ। ਤੇ ਬਾਕੀ ਜਿਹੜੇ ਪੈਸੇ ਸੀ ਨਾ, ਉਹ ਅਸੀਂ ਉੱਥੇ ਯੂਨਾਨ ਜਾ ਕੇ ਦੇਣੇ ਸੀ। ਉਹਨੇ ਸਾਡੇ ਨਾਲ ਫੋਨ ਤੇ ਗੱਲ ਕੀਤੀ, ਹੋਰ 5-7 ਬੰਦਿਆਂ ਅੱਗੇ ਵੀ ਉਹਨੇ ਗੱਲ ਕੀਤੀ। ਸਾਡੇ ਤੋਂ ਇਲਾਵਾ ਅਸੀਂ ਤੇ ਜਾਣਾ ਹੀ ਜਾਣਾ ਸੀ ਨਾ। ਉਹਨਾਂ ਨੂੰ ਵੇਖਿਆ, ਉਸਤਾਦ ਜੀ ਮੈਂ ਇਹਨਾਂ ਕੋਲ ਆਣ ਕੇ ਪੈਸੇ ਲਾਂਗਾ, ਜਦੋਂ ਇੱਥੇ ਤੁਹਾਡੇ ਬੰਦੇ ਪਹੁੰਚ ਜਾਣਗੇ ਨਾ, ਕਮਾ ਕੇ ਮੈਨੂੰ ਦੇ ਦੇਣ ਪੈਸੇ।
ਅਸਾਂ ਕਿ ਠੀਕ ਹੈ ਜੀ, ਗੱਲ ਮੁੱਕ ਗਈ। ਹੁਣ ਸਾਡੇ ਦਿਮਾਗ ਕੋਲ ਨਹੀਂ ਉੱਥੇ ਜਾ, ਜਦੋਂ ਪਹੁੰਚ ਕੇ 2-4 ਦਿਨ ਬਾਅਦ ਮਗਰੋਂ ਘਰੋਂ ਪੈਸੇ ਮਿਲ ਜਾਂਦੇ। ਉਹ ਤਾਂ ਮਗਰੋਂ ਨਾ ਜਦੋਂ ਅਸੀਂ ਪਹੁੰਚ ਜਾਣਾ ਨਾ, ਅਸੀਂ ਫੋਨ ਕਰਾਂਗੇ ਵੀ ਅਸੀਂ ਉੱਥੇ ਖੈਰ ਖਰੀਅਤ ਨਾਲ ਅੱਲਾ ਰੱਖੇ ਖੈਰ ਤੇ ਪਹੁੰਚ ਗਏ ਆ, ਤੇ ਤੁਸੀਂ ਭਾਈ ਇਹਨਾਂ ਨੂੰ 3.5 ਲੱਖ ਇਹਨਾਂ ਦੇ ਘਰ ਪਹੁੰਚਾ ਦਿਓ। ਆਹ ਸਾਡੀ ਉਹਨਾਂ ਨਾਲ ਗੱਲ ਹੋਈ ਸੀ। ਅਸੀਂ ਜਦੋਂ ਉਹਨਾਂ ਪਹਾੜੀਆਂ ਦੇ ਵਿੱਚ ਸਫ਼ਰ ਕਰਨ ਡਏ ਹਾਂ, ਸਾਨੂੰ ਘੰਟਾ ਕੁ ਤੁਰਾ ਲੈਂਦੇ ਸੀ ਤੇ 5-10 ਮਿੰਟ ਬਹਾ ਲੈਂਦੇ ਸੀ। ਘੰਟਾ ਕੁ ਤੋਰਨਾ, 5-10 ਮਿੰਟ ਇਦਾਂ ਬਿਠਾ ਲੈਣਾ, ਤੇ ਬੋਤਲਾਂ ਸਾਡੇ ਨਾਲ ਇਹਨਾਂ ਢਿੱਡਾਂ ਦੇ ਨਾਲ ਨਾ ਅਸੀਂ 2-2 3-3 ਬੋਤਲਾਂ ਨਾ ਸਾਫਿਆਂ ਦੇ ਨਾਲ ਬੰਨੀਆਂ ਸੀ। ਆਹੋ ਜਾ ਕੇ ਹੈਂ? ਪਾਣੀ ਤੇ ਪਾਣੀ ਰਾਹ 'ਚ ਕੋਈ ਨਹੀਂ ਮਿਲਦਾ, ਗੰਦੇ ਪਾਣੀ ਵੀ ਪੀਤੇ। ਪਾਣੀ ਕੋਈ ਨਹੀਂ ਰਾਹ ਦੇ ਵਿੱਚ ਮਿਲਦਾ। ਰਾਹ ਦੇ ਵਿੱਚ ਨਦੀਆਂ ਜਿੱਥੇ ਬਾਰਿਸ਼ ਪਵੇ ਤਾਂ ਉੱਥੇ ਪਾਣੀ ਇਕੱਠਾ ਹੋ ਜਾਂਦਾ। ਹੁਣ ਸਾਨੂੰ ਕੀ ਪਤਾ ਇਹਦੇ 'ਚ ਕਿਹੜੀ ਸ਼ੈ ਮਰੀ ਪਈ, ਇਹਦੇ 'ਚ ਮੁਰਦਾ ਮਰਿਆ ਪਿਆ, ਇਹਦੇ 'ਚ ਕੁੱਤਾ ਮਰਿਆ ਪਿਆ, ਇਹਦੇ 'ਚ ਕੀ ਸ਼ੈ ਮਰੀ ਪਈ। ਹਾਂਜੀ, ਉੱਥੋਂ ਵੀ ਅਸੀਂ ਘੁੱਟ-ਘੁੱਟ ਪਾਣੀ ਦਾ ਆਪਣੀ ਪਿਆਸ ਬੁਝਾਉਣ ਵਾਸਤੇ ਨਾ ਤੇ ਪੀਂਦੇ ਰਹੇ। ਪਾਣੀ ਸਾਡੇ ਕੋਲ ਮੁੱਕ ਜਾਂਦਾ ਰਿਹਾ। ਉੱਥੇ ਕੋਈ ਬੰਦਾ ਕਿਸੇ ਦਾ ਨਹੀਂ ਬਣਦਾ ਸਫ਼ਰ ਦੇ ਵਿੱਚ, ਫਲਾਣਿਆ ਯਾਰ ਤੇਰੇ ਕੋਲ ਪਾਣੀ ਹੈਗਾ, ਤੂੰ ਮੈਨੂੰ ਘੁੱਟ ਕੇ ਪਾਣੀ ਦਾ ਲਵਾ ਦੇ, ਕੋਈ ਨਹੀਂ ਲਵਾਉਂਦਾ। ਆਪਣਾ ਬੈਗ ਨਹੀਂ ਬੰਦੇ ਕੋਲ ਚੁੱਕਿਆ ਜਾਂਦਾ, ਇੰਨਾ ਯਾਨੀ ਕਿ ਥੱਕ ਜਾਂਦਾ ਟੋਟ ਤੇ ਜਿਹੜੇ ਨਾਲ ਬੈਗ ਕੋਈ ਲੈ ਕੇ ਜਾਂਦੇ ਨੇ ਨਾ ਆਪਣੇ ਯਾਰ ਬੇਲੀ, ਕਿ ਯਾਰ ਚਲੋ ਉੱਥੇ ਜਾ ਕੇ ਪਹੁੰਚ ਗਏ ਤੇ ਚਲੋ ਯਾਰ ਇਹਨਾਂ ਚੀਜ਼ਾਂ ਦੀ ਤੇ ਨਾ ਉੱਥੋਂ ਲੈਣੀਆਂ ਪੈਣਗੀਆਂ। ਤੇ ਉਹ ਜਦੋਂ ਉਹ ਸਫ਼ਰ ਕਰਦੇ ਆ ਨਾ, ਉਹ ਵੀ ਉਹਨਾਂ ਨੂੰ ਰਾਹ ਦੇ ਵਿੱਚ ਸੁੱਟ ਕੇ ਜਾਂਦੇ ਆ, ਕਿ ਉਹ ਵੀ ਨਹੀਂ ਚੁੱਕਿਆ ਜਾਂਦਾ। ਇਹਨਾਂ ਦੁਸ਼ਵਾਰ ਗੁਜ਼ਾਰ ਉਹ ਰਸਤੇ ਹੁੰਦੇ ਨੇ। ਇੱਕ ਪਹਾੜੀ ਇੰਜ ਚੜ੍ਹਨੀ ਪੈ ਜਾਏ ਨਾ ਤੇ ਬੰਦੇ ਨੂੰ ਟੈਨਸ਼ਨ ਬਣ ਜਾਂਦੀ ਕਿ ਚੜ੍ਹਨੀ ਕਿੰਜ ਆ। 500 ਫੁੱਟ ਐਵੇਂ ਹੀ ਚੜ੍ਹਨੀ ਹੈ। ਉਹ ਜਨਾਬ ਅਸੀਂ ਇਹ ਸਫ਼ਰ ਕਰਦੇ ਰਹੇ ਹਾਂ, ਉਹ ਸਾਡੇ ਨਾਲ ਬੰਦੇ ਜਿਹੜੇ ਉਹ ਰਸਤਾ ਸਾਨੂੰ ਦਿਖਾਉਂਦੇ ਸੀ, ਉਹ 3-4 ਉਹ ਹੁੰਦੇ ਸਨ। ਕੋਈ 1-2 ਅੱਗੇ ਹੁੰਦੇ ਸੀ, 1-2 ਅੱਗੇ ਹੁੰਦੇ ਸੀ, 1-2 ਪਿੱਛੇ ਹੁੰਦੇ ਸੀ। ਜਿਹੜਾ ਘੱਟ ਤੁਰਦਾ ਸੀ ਉਹਨੂੰ ਭਾਈ ਡੰਡਿਆਂ ਨਾਲ ਲਗੜੇ ਮਾਰਦੇ ਵੀ ਸੀ। ਤੇ ਜਿਹਨੂੰ ਕੋਈ ਸੱਟ ਪੇਟ ਲੱਗ ਜਾਂਦੀ ਕਿ ਮੇਰੇ ਢਿੱਡ 'ਚ ਪੀੜ ਹੋਣ ਲੱਗ ਪਈ ਏ, ਤੇ ਮੇਰੀ ਲੱਤ ਨੂੰ ਦਰਦ ਹੋਣ ਲੱਗ ਪੈਂਦੀ ਏ, ਤੇ ਮੇਰੇ ਢਿੱਡ ਮੇਰੇ ਸਿਰ ਨੂੰ ਦਰਦ ਆ, ਉਹਨੂੰ ਜਨਾਬ ਜੀ ਉਹ ਧੱਕਾ ਮਾਰਦੇ ਸੀ ਤਾਂ ਪਹਾੜੀ ਦੇ ਉੱਤੇ ਚੜਾ ਕੇ, ਤੇ ਉਹ ਪਤਾ ਕੋਈ ਨਹੀਂ ਲੱਗਦਾ ਕਿੱਥੇ ਜਾਂਦਾ ਤੇ ਕਿੱਥੇ ਨਹੀਂ। ਤੇ ਉਹ ਉੱਥੇ ਬੰਦੇ ਕੋਈ ਗੱਲ ਨਹੀਂ ਜੇ ਸੁਣਦੇ। ਉਹ ਐਵੇਂ ਧੱਕਾ ਮਾਰ ਕੇ ਤੇ ਪਤਾ ਨਹੀਂ ਜਾਂਦਾ ਕਿੱਧਰ ਨੂੰ ਆ ਬੰਦਾ। ਤੇ ਨਾਲ ਜਿਹੜੇ ਉਹਦੇ ਸਾਥੀ ਬੇਲੀ ਹੁੰਦੇ ਨੇ, ਉਹ ਵੀ ਨਹੀਂ ਫਿਰ ਉਹਨੂੰ ਜਾ ਕੇ ਚੁੱਕਦੇ ਕਿ ਯਾਰ ਇਹਨੂੰ ਅਸੀਂ ਜਾ ਕੇ ਚੁੱਕ ਲਈਏ ਸਾਡੇ ਪਿੰਡ ਦਾ। ਉਹ ਵੀ ਨਹੀਂ, ਉਹਨਾਂ ਨੂੰ ਤੇ ਆਪਣੀ ਪਈ ਹੁੰਦੀ ਉੱਥੇ। ਅੱਲਾ ਰੱਖੇ ਖੈਰ ਜੀ। ਉਹ ਸਫ਼ਰ ਸਾਡਾ ਖਤਮ ਹੋਇਆ ਜਿਉਂ ਅਸੀਂ ਸਵੇਰ ਦੇ ਟੁਰਨ ਲੱਗੇ ਹਾਂ। ਰਾਹ ਦੇ ਵਿੱਚ ਬੜੀਆਂ ਪਰੇਸ਼ਾਨੀਆਂ ਆਈਆਂ ਨੇ, ਬੜਾ ਕੁਝ ਵੇਖਿਆ। ਹਾਂਜੀ, ਮੁਰਦੇ ਵੀ ਵੇਖੇ ਨੇ, ਖੋਪੜੀਆਂ ਪਈਆਂ ਵੀ ਵੇਖੀਆਂ ਨੇ। ਹਾਂਜੀ, ਤੇ ਦੁਸ਼ਵਾਰ ਗੁਜ਼ਾਰ ਇੰਨੇ ਕੁ ਸਖਤ ਰਾਸਤੇ ਹਨ ਤੁਸੀਂ ਸੋਚ ਨਹੀਂ ਸਕਦੇ। ਇਹ ਤੇ ਹੁਣ ਸਾਨੂੰ ਪਤਾ ਨਾ, ਅਸੀਂ ਤੇ ਆਪਣੀਆਂ ਅੱਖਾਂ ਨਾਲ ਵੇਖ ਕੇ ਆਏ। ਉਹ ਜਦੋਂ ਅਸੀਂ ਇਰਾਨ ਦੇ ਬਾਰਡਰ ਦੇ ਲਾਗੇ ਪਹੁੰਚੇ, ਮੈਂ ਆਪਣੇ ਭਾਈ ਜ਼ਹਾਦ ਨੂੰ ਕਹਿਣਾ ਯਾਰ ਅਸੀਂ 3-4 ਜਣੇ ਅਸੀਂ ਇਕੱਠੇ ਰਹਿੰਦੇ ਹਾਂ, 5 ਜਣੇ, ਤੇ ਇੱਕ ਦੂਜੇ ਦੀ ਨਾ ਹੈਲਪ ਵੀ ਕਰਦੇ ਰਹੇ। ਜਿਹਦੇ ਕੋਲ ਵਜ਼ਨ ਜ਼ਿਆਦਾ ਹੋਣਾ ਜਾਂ ਜਿਹਨੂੰ ਕੋਈ ਥੱਕ ਜਾਣਾ, ਉਹਦੀ ਬਾਂਹ ਬੂਹ ਫੜ ਕੇ ਉਹਨੂੰ ਧਿੱਕ ਧੁੱਕ ਕੇ ਅਸੀਂ ਲੈ ਲੂ ਜਾਂਦੇ ਹਾਂ। ਹੈਂ, ਇਹ ਜੀ ਸਾਡੇ ਨਾਲ ਇੱਕ ਜ਼ਿਆਦਾ ਹੀ ਬਹੁਤਾ ਹੀ ਬੰਦਾ ਸੋਲ ਸੀ। ਉਹਦਾ ਨਾਮ ਆ ਸਫਦਰ। ਉਹ ਮਾਂ ਦਾ ਕੱਲਾ ਬੇਟਾ ਜੀ। ਉਹ ਵੀ ਸਾਡੇ ਨਾਲ ਕਮਾਈ ਕਰਨ ਚੱਲ ਗਿਆ। ਪੈਸਾ ਅੱਜ ਕੱਲ੍ਹ ਜ਼ਰੂਰਤ ਪੈਸੇ ਦੀ ਹੈ। ਪੈਸਾ ਬੰਦੇ ਨੂੰ ਸਭ ਕੁਝ ਕਰਾ ਦਿੰਦਾ, ਪਰ ਉਦੋਂ ਬੰਦੇ ਨੂੰ ਸਮਝ ਨਹੀਂ ਲੱਗਦੀ। ਉਹ ਬੰਦਾ, ਉਹ ਮੁੰਡਾ ਅੱਜ ਤੱਕ ਇੱਥੇ ਨਾ ਉਹਨੂੰ ਕੋਈ ਅਸੀਂ ਗੇਮ ਕਰਦਿਆਂ ਵੇਖਿਆ, ਹਾਂ, ਸਵਾ ਉਹਨੂੰ ਕੰਮ ਤੋਂ ਇਲਾਵਾ ਉਹਨੂੰ ਕੋਈ ਕੰਮ ਨਹੀਂ। ਤੇ ਉਹ ਜਦੋਂ ਉਹ ਸਫ਼ਰ ਕਰਦਾ ਸੀ ਨਾ, ਇੱਕ ਦੋ ਵਾਰੀ ਕੀ ਕਿ 3-4 ਵਾਰੀ ਉਹਨੇ ਭਾਈ ਜ਼ਾਹਦ ਨੂੰ ਇਹ ਗੱਲ ਆਖੀ, ਭਾਈ ਕਾਸਮ ਨੂੰ ਇਹ ਗੱਲ ਆਖੀ, ਯਾਰ ਤੁਸੀਂ ਚਲੇ ਜਾਓ ਤੇ ਮੈਨੂੰ ਇੱਥੇ ਮਾਰ ਦਿਓ। ਜੈਨੂਇਨ ਗੱਲ ਹੈ। ਹਾਂ, ਇਹ ਬਿਲਕੁਲ ਜੈਨੂਇਨ ਗੱਲ ਜੇ, ਤੁਹਾਨੂੰ ਸਹੀ ਗੱਲ ਦੱਸਦੇ ਪਏ ਕਿ ਤੁਰਿਆ ਨਹੀਂ ਸੀ ਜਾਂਦਾ, ਉਹਦੇ ਕੋਲ ਤੁਰਿਆ ਨਹੀਂ ਸੀ ਜਾਂਦਾ। ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਸੁਬਾਹ ਤੋਂ ਲਾ ਕੇ 6 ਵਜੇ ਤੇ ਰਾਤ ਨੂੰ 7 ਵਜੇ 7:30 ਵਜੇ ਤੱਕ ਜਿਹਨੇ ਪੈਦਲ ਟੁਰਨਾ ਵਾ, ਉਹ ਐਵੇਂ ਟੁਰਿਆ ਜਾਂਦਾ। ਤੂੰ ਪਹਾੜਿਆਂ ਤੇ ਪਹਾੜੀਆਂ ਕਦੀ ਥੱਲੇ, ਕਦੀ ਉਤਾਂ ਨੂੰ, ਕਦੀ ਨਦੀਆਂ ਕ੍ਰਾਸ ਕਰ, ਕਦੀ ਪਾਣੀ ਆ ਗਿਆ, ਕਦੀ ਫਲਾਣੀ ਸ਼ਾਹ ਅੱਗੇ ਆ ਗਈ, ਕਦੀ ਕੋਈ ਸਮਝ ਨਹੀਂ ਲੱਗਦੀ। ਇਹ ਫਿਰ ਜਦੋਂ ਟੁਰੀਏ ਤਾਂ ਫਿਰ ਪਤਾ ਲੱਗਦਾ।
ਤੇ ਉਹ ਸਾਨੂੰ ਉਹਨੇ ਕਿੰਨੀ ਵਾਰੀ ਆਖਿਆ ਯਾਰ ਤੁਸੀਂ ਮੈਨੂੰ ਮਾਰ ਦਿਓ, ਪਰ ਉਹ ਸਾਡੇ ਪਿੰਡ ਦਾ ਸੀ। ਹੁਣ ਸਾਨੂੰ ਥੋੜਾ ਬਹੁਤਾ ਅਹਿਸਾਸ ਕੱਲੀ ਸੀ। ਉਹਦੀ ਮਾਂ ਮਗਰ, ਨਾ ਕੋਈ ਉਹਦਾ ਪਿਓ ਨਾ ਕੋਈ ਹੋਰ ਹੈ, ਕੱਲਾ ਹੀ ਸੀ ਪੁੱਤ ਤੇ ਮਾਂ। ਤੇ ਸਾਨੂੰ ਉਹਦਾ ਬੜਾ ਅਹਿਸਾਸ ਸੀ ਯਾਰ, ਇਹਨੇ ਸਾਡੇ ਨਾਲ ਆ, ਅਸੀਂ ਹੁਣ ਕੀ ਕਰੀਏ। ਨਾ ਤੇ ਅਸੀਂ ਵਾਪਸ ਆਉਣ ਜੋਗੇ, ਜੇ ਵਾਪਸ ਦੀ ਗੱਲ ਉਹਨਾਂ ਨਾਲ ਕਰਦੇ ਸਾਂ ਤੇ ਉਹ ਸਾਨੂੰ ਫੈਰ ਮਾਰਦੇ ਸੀ, ਕਹਿੰਦੇ ਤੁਹਾਨੂੰ ਫੈਰ ਮਾਰ ਦੇਣਾ, ਤੁਹਾਨੂੰ ਗੋਲੀ ਮਾਰ ਦੇਣੀ ਹੈ, ਜਾਂ ਤੁਹਾਨੂੰ ਪਹਾੜ ਤੋਂ ਧੱਕਾ ਮਾਰ ਦੇਣਾ ਜੇ ਤੁਸੀਂ ਇਹ ਦੁਬਾਰਾ ਗੱਲ ਕੀਤੀ। ਹੁਣ ਸਾਡੀ ਮਜਬੂਰੀ ਸੀ, ਅਸੀਂ ਉਹਨੂੰ ਨਾਲ ਨਾਲ ਲਈ ਫਿਰਦੇ ਹਾਂ। ਕਿ ਜੀ ਅਸੀਂ ਉਹਨਾਂ ਬੰਦਿਆਂ ਨੂੰ ਪੁੱਛਿਆ ਵੀ ਇਹ ਕਿੰਨਾ ਕੁ ਸਾਡਾ ਬਾਰਡਰ ਰਹਿ ਗਿਆ ਜੀ, ਪਾਕਿਸਤਾਨ ਦੇ ਤੇ ਇਰਾਨ ਦਾ ਜਿਹੜਾ ਬਾਰਡਰ ਹੈ ਕਿੰਨਾ ਕੁ ਰਹਿ ਗਿਆ। ਉਹਨਾਂ ਕਿਹਾ ਬਸ ਲਾਗੇ ਹੀ ਆ। ਸ਼ਾਮ ਦੇ 7:30 ਦਾ ਟਾਈਮ ਹੋ ਗਿਆ, ਏਦਾਂ ਨਾ ਇੱਕ ਡੀਕ ਜੀ ਲੱਗੀ ਤੇ ਮੈਂ ਭਾਈ ਜ਼ਾਦ ਨੂੰ ਆਖਿਆ ਯਾਰ ਬਾਰਡਰ ਕਿਹੜਾ ਵਾ, ਅਸੀਂ ਤੇ ਟੀਵੀ ਦੇ ਵਿੱਚ ਬਾਰਡਰ ਵੇਖਦੇ ਹੁੰਦੇ ਆ ਤੇ ਤਾਰਾਂ ਲੱਗੀਆਂ ਨੇ ਹੈਂ, ਉਹ ਲੋਕੀ ਕੱਟਦੇ ਨੇ ਇੰਜ ਕਰਕੇ। ਤੇ ਉਹ ਜਦੋਂ ਫੌਜੀਆਂ ਦਾ ਕੋਈ ਪ੍ਰੋਗਰਾਮ ਲੱਗਦਾ ਨਾ ਟੀਵੀ ਦੇ ਵਿੱਚ, ਉਹ ਬਾਰਡਰ ਕੱਟਦੇ ਨੇ ਇੰਜ ਕਰਕੇ, ਤੇ ਉਹ ਜ਼ਿਹਨ ਦੇ ਵਿੱਚ ਰਹਿੰਦਾ ਕਿ ਯਾਰ ਇੰਜ ਦਾ ਹੀ ਬਾਰਡਰ ਹੋਣਾ ਹੈ। ਅਸੀਂ ਜਦੋਂ ਵੇਖਿਆ ਨਾ ਤੇ ਅਸੀਂ ਉਹ ਬੰਦੇ ਨੂੰ ਪੁੱਛਿਆ ਯਾਰ ਬਾਰਡਰ ਕਿਹੜਾ। ਉਸਤਾਦ ਜੀ ਉਹ ਏਦਾਂ ਨਾ ਲੀਕ ਜੀ ਇੰਜ ਲੱਗੀ ਝੂਨੇ ਜੇ ਦੀ, ਤੇ ਉਹਨੇ ਕਿਹਾ ਜੀ ਆਹ ਬਾਰਡਰ ਆ, ਇੱਧਰਲੇ ਪਾਸੇ ਸਾਡੀ ਆ ਧੂਦ ਆ ਪਾਕਿਸਤਾਨ ਦੀ, ਤੇ ਪਰਲੇ ਪਾਸੇ ਇਰਾਨ। ਅਸੀਂ ਬੜੇ ਖੁਸ਼ ਹੋਏ ਸੀ, ਅੱਲਾ ਤੇਰਾ ਬੜਾ ਕਰਮ ਆ। ਅਸੀਂ ਇਰਾਨ ਦੇ ਬਾਰਡਰ ਦੇ ਵਿੱਚ ਜੀ ਤਸ਼ਰੀਫ ਲੈ ਗਏ, ਉਧਰ ਚਲ ਗਏ, ਤੇ ਸਾਨੂੰ ਕੋਈ ਪਤਾ ਨਹੀਂ ਲੱਗਾ ਕਿ ਬਾਰਡਰ ਹੁੰਦਾ ਕੀ। ਪਰਲੇ ਪਾਸੇ ਚਲ ਗਏ ਆ, ਜਦੋਂ ਗਏ ਆ ਤਾਂ ਏਦਾਂ ਵੱਡੀ ਸਾਰੀ ਇੱਕ ਪਹਾੜੀ ਦੀ ਉਹਲੇ ਸਾਨੂੰ ਉਹਨਾਂ ਨੇ ਬਾਤਾ। ਤੇ ਰਾਹ ਦੇ ਵਿੱਚ ਉਸਤਾਦ ਜੀ ਕੋਈ ਐਸੇ ਪ੍ਰੋਗਰਾਮ ਵੀ ਹੁੰਦੇ ਰਹੇ ਆ ਕਿ ਬੰਦੇ ਉਹਨਾਂ ਕੋਲ ਅਸੀਂ ਪਾਣੀ ਮੰਗਦੇ ਸੀ ਨਾ, ਤੇ ਪਾਣੀ ਦੀਆਂ ਬੋਤਲਾਂ ਉਹਨਾਂ ਨੇ ਬੰਦਿਆਂ ਨੇ ਰੱਖੀਆਂ ਸੀ ਜਿਹੜੇ ਸਾਨੂੰ ਲੈ ਕੇ ਜਾਂਦੇ ਸੀ ਹੈਂ, ਤੇ 200 ਦੀ 300 ਦੀ ਨਾ ਉਹ ਬੋਤਲ ਲੀਟਰ ਦੀ ਦਿੰਦੇ ਸੀ, ਇੰਨੇ ਸਾਰੀ ਸਾਦਾ ਪਾਣੀ ਦੀ, ਗਰਮ, ਉਹ ਵੀ ਗਰਮ, ਉਹ ਵੀ ਸਿਰਫ ਜ਼ਬਾਨ ਗਿੱਲੀ ਕਰਨ ਵਾਸਤੇ ਉਹਨਾਂ ਨੂੰ ਸਾਨੂੰ ਨਾ ਪੈਸੇ ਭਰਨੇ ਪੈਂਦੇ ਸੀ। ਤੇ ਇਹੋ ਜਿਹੀਆਂ ਬੜੀਆਂ ਮੁਸ਼ਕਲਾਤਾਂ ਆਉਂਦੀਆਂ ਨੇ, ਕੁਝ ਵੀ ਨਹੀਂ ਜਿਹੜੀਆਂ ਗਾਂਹ ਆਉਣੀਆਂ ਨੇ ਫਿਰ ਤੁਹਾਨੂੰ ਦੱਸੀ ਜਾਂਦੇ ਨਾਲ ਨਾਲ। ਅੱਛਾ ਜੀ, ਇਹ ਇਰਾਨ ਦਾ ਸਫ਼ਰ ਜਿਹੜਾ ਨੇ ਸਾਡਾ ਕੰਪਲੀਟ ਹੋਇਆ। ਅਗਲੇ ਪਾਸੇ ਜਦੋਂ ਗਏ ਆ ਨਾ, ਉਹਨਾਂ ਨੇ ਸਾਡੀਆਂ ਟੋਲੀਆਂ ਬਣਾਤੀਆਂ ਉਹਨਾਂ ਬੰਦਿਆਂ ਨੇ, 15 ਬੰਦਿਆਂ ਦੀ। ਹੋਰ ਏਜੰਟ ਦੇ ਤੀਸਰੇ ਹੋਰ ਦੇ ਅੱਗੋਂ ਜੀ ਹੋਰ ਏਜੰਟ ਆ ਜਾਂਦਾ ਵਾ। ਇੱਕ ਏਜੰਟ ਕੋਲ ਜਾਨ ਛੁੱਟਦੀ ਹੈ। ਪਹਿਲੇ ਸਾਡਾ ਏਜੰਟ ਜੀ ਫੈਸਲਾਬਾਦ ਤੋਂ ਲਾ ਕੇ ਤੇ ਲਾਹੌਰ ਤੱਕ ਇੱਕ ਬੰਦਾ ਸੀ, ਉਹਦੇ ਤੋਂ ਅੱਗੇ ਫਿਰ ਕੋਟੇ ਤੋਂ ਲਾ ਕੇ ਤਫਤਾਨ ਸ਼ਹਿਰ ਤੱਕ, ਉਹ ਫਿਰ ਬੱਸਾਂ ਵਾਲੇ ਡਰਾਈਵਰ, ਬੱਸਾਂ ਵਾਲੇ ਬਣ ਜਾਂਦੇ ਨੇ ਏਜੰਟ। ਉਹਨਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਆਹ ਫਲਾਣਾ ਏਜੰਟ ਬਣਦਾ। ਹਾਂਜੀ, ਬੱਸਾਂ ਵਾਲੇ ਵੀ ਬਣ ਜਾਂਦੇ ਜੇ, ਕਾਰਾਂ ਵਾਲੇ ਵੀ ਬਣ ਜਾਂਦੇ ਜੇ, ਸਾਰੇ ਬਣ ਜਾਂਦੇ ਨੇ, ਘੋੜਿਆਂ ਵਾਲੇ ਵੀ ਬਣ ਜਾਂਦੇ ਜੇ ਏਜੰਟ। ਉੱਥੇ ਜਦੋਂ ਜਾਣਾ ਨਾ ਹੌਲੀ ਹੌਲੀ ਅਗਾਂਹ ਨੂੰ, ਉਹ ਫਿਰ ਏਜੰਟ ਤਬਦੀਲ ਹੁੰਦੇ ਹੀ ਰਹਿੰਦੇ, ਚੈਨ ਇੱਕ ਚੱਲਦੀ। ਹਾਂਜੀ, ਉੱਥੇ ਮੇਰੇ ਪਿਆਰਿਓ, ਜਦੋਂ ਅਸੀਂ ਉੱਥੇ ਪਹਾੜੀ ਦੇ ਲਾਗੇ ਬੈਠੇ ਨਾ ਇਰਾਨ ਦਾ ਬਾਰਡਰ ਕ੍ਰਾਸ ਕਰਕੇ, ਤੇ ਉਹਨਾਂ ਨੇ ਸਾਡੀਆਂ ਨਾ ਟੋਲੀਆਂ ਬਣਾਤੀਆਂ 15 ਬੰਦਿਆਂ ਨੇ। ਏਦਾਂ ਛੋਟੀ ਜਿਹੀ ਇੱਕ ਸਰੁੰਗ ਜੀ ਸੀ, ਅਗਲੇ ਪਾਸੇ ਪਹਾੜ ਸੀ। ਉਹ 15 ਬੰਦਿਆਂ ਨੂੰ ਲਈ ਜਾਂਦੇ ਸੀ। 8 ਦਾ ਟਾਈਮ ਹੋਣਾ ਜੀ, 15 ਬੰਦਿਆਂ ਨੂੰ ਲਈ ਜਾਂਦੇ ਸੀ, ਤੇ ਉਧਰ ਪਰਲੇ ਪਾਸੇ ਬਿਠਾਈ ਜਾਂਦੇ, ਪਹਾੜ ਤੋਂ ਪਰਲੇ ਪਾਸੇ। ਉਹ ਮੈਂ ਦੋਸਤਾਂ ਨੂੰ ਆਖਿਆ ਯਾਰ ਪਰਲੇ ਪਾਸੇ ਕੀ ਹੈ, ਮੈਨੂੰ ਆਂਦੇ ਪਈ ਯਾਰ ਸਾਨੂੰ ਕਿਹੜਾ ਪਤਾ, ਅਸੀਂ ਕਿਹੜਾ ਜਾ ਕੇ ਵੇਖਿਆ। ਅੱਛਾ ਭਾਜੀ, ਜਦੋਂ ਅਸੀਂ ਸਾਰੇ ਬੰਦੇ ਚੱਲ ਗਏ, ਐਂਡ ਤੇ ਸਾਡੀ ਵਾਰੀ ਆਈ। ਅਸੀਂ ਜਦੋਂ ਗਏ ਆ ਨਾ ਉੱਧਰ, ਤੇ ਉੱਧਰ ਨਾ ਸੜਕ ਤੇ ਕਾਰਾਂ ਖਲੋਤੀਆਂ, 15-20 ਨਾ ਕਾਰਾਂ ਖਲੋਤੀਆਂ, ਤੇ ਉਹ ਨਾ ਬੰਦੇ 15 ਨਾ ਬੰਦੇ ਇੱਕ ਕਾਰ ਦੇ ਵਿੱਚ ਨਾ 15 ਬੰਦੇ ਵਾੜੀ ਜਾਂਦੇ ਸੀ। ਹੁਣ ਤੁਹਾਡੇ ਅੱਗੇ ਨਾਂ ਲਈਏ ਨਾ 15 ਬੰਦੇ ਕਾਰ ਦੇ ਵਿੱਚ ਬਿਠਾਣੇ ਨੇ, ਤੇ ਤੁਸੀਂ ਕਿੰਜ ਬਿਠਾਵੋਗੇ? ਵੈਗਨ ਦੇ ਬੰਦੇ 15 ਆ ਜਿਹੜੀ ਆਮ ਕਾਰ ਜਿਹੜੀ ਤੁਸੀਂ ਚਲਾਉਂਦੇ ਜੇ। ਤੇ ਅਸੀਂ ਆਖਿਆ ਯਾਰ ਇਹ ਕੀ ਕਰਦੇ ਨੇ ਭਾਜੀ। ਉਹ ਜਿਹੜੀਆਂ ਪਿਛਲੀਆਂ ਸੀਟਾਂ ਨਾ, ਉਹਦੇ ਉੱਤੇ 4 ਬੰਦੇ ਉਹਦੇ ਤੇ ਬਿਠਾਉਂਦੇ ਸੀ, ਉਹ ਵੀ ਇੰਜ ਕਰਕੇ ਆਹ ਪੋਜੀਸ਼ਨ ਹੁੰਦੀ ਬਾਣ ਦੀ ਉਹਨਾਂ ਦੀ, ਏਦਾਂ ਕਰਕੇ ਬਾਂਦੇ ਨੇ, ਏਦਾਂ 4 ਬੰਦੇ ਬਾਹ ਦੇਣੇ। ਫਿਰ ਜਿੱਥੇ ਅਗਲੀ ਜਗ੍ਹਾ ਹੋਣੀ ਆ ਨਾ, ਜਿੱਥੇ ਪੈਰ ਰੱਖੀਦੇ ਨੇ, ਉਹਦੇ ਤੇ ਵੀ 4 ਬੰਦੇ ਉਹਨਾਂ ਨੇ ਬਾਹ ਦੇਣੇ। 8 ਹੋ ਗਏ। 3 ਪਿਛਲੇ ਡਿੱਗੀ ਵਿੱਚ, 2 ਬੰਦੇ ਉਹਨਾਂ ਨੇ ਅੱਗੇ ਬਾਣੇ ਨੇ ਫਰੰਟ ਤੇ, ਇੱਕ ਉਹਨਾਂ ਦੇ ਪੈਰਾਂ 'ਚ, ਇੱਕ ਉਹਨਾਂ ਦੇ ਪੈਰਾਂ ਦੇ ਵਿੱਚ ਥੱਲੇ। 8 ਤੇ 3 11, ਬਾਕੀ 4 ਆ ਗਏ। 4 ਉਹਨਾਂ ਡਿੱਗੀ 'ਚ ਬਾਣੇ।
ਡਿੱਗੀ ਵੀ ਉੱਤੋਂ ਬੰਦ ਕਰ ਦਿੰਦੇ, ਡਿੱਗੀ 'ਚ ਬੰਦਾ ਭੌਂਦੇ ਪਤਾ ਕਿੰਜ ਸੀ, ਇੱਥੋਂ ਕਾਲਰ ਤੋਂ ਫੜ ਕੇ ਨਾ ਇੰਜ ਕਾਲਰ ਤੋਂ, ਜਿਵੇਂ ਬੱਕਰਾ ਨੀ ਸੁੱਟੀ ਦਾ ਬੱਕਰਾ, ਇੰਜ ਇੰਜ ਡਿੱਗੀ ਦੇ ਵਿੱਚ ਮਾਰਦੇ ਸੀ। ਤੇ ਜਿਹੜਾ ਬੰਦਾ ਆਂਦਾ ਮੈਂ ਡਿੱਗੀ 'ਚ ਨਹੀਂ ਬਹਿਣਾ, ਤੇ ਉਹਨੂੰ ਸੋਟਿਆਂ ਨਾਲ ਕੁੱਟਦੇ ਵੀ ਸੀ, ਸੋਟਿਆਂ ਨਾਲ ਠੁੱਡਿਆਂ ਨਾਲ, ਜਿਹੜੀ ਸ਼ਾਹ ਉਹਨਾਂ ਨੂੰ ਲੱਭ ਜਾਣੀ ਹੈ ਨਾ ਉਹਨਾਂ ਨੂੰ ਫੰਡੀ ਜਾਣਾ ਉਸ ਬੰਦੇ ਨੇ। ਭਾਜੀ ਜਦੋਂ ਅਸੀਂ ਬੈਠੇ ਨਾ ਕਾਰ 'ਚ, ਜਦੋਂ ਸਾਡੀ ਵਾਰੀ ਆਈ ਹੈ, ਅਸੀਂ ਬਾਕੀ ਸਾਰੇ ਬੰਦਿਆਂ ਨੂੰ ਵੇਖਦੇ ਰਹੇ ਹਾਂ ਕਿ ਯਾਰ ਕੀ ਕਰਦੇ। ਹਰ ਕਾਰ ਵਾਲੇ ਨੇ ਇਹ ਕੰਮ ਕੀਤਾ, ਚੁੱਕ ਚੁੱਕ ਕੇ ਬੰਦਿਆਂ ਨੂੰ ਮਾਰਦੇ ਤੇ ਚੁੱਕ ਚੁੱਕ ਕੇ ਇੰਜ ਜਿਵੇਂ ਨਾ ਇਹਨਾਂ ਦੀ ਕਦਰੋਂ ਕੀਮਤ ਹੀ ਕੋਈ ਨਹੀਂ। ਉਹਨਾਂ ਨੇ ਜੀ ਵਾੜ ਦਿੱਤੇ ਬੰਦੇ ਵਿੱਚ, ਅਸੀਂ ਵੀ ਵੜ ਗਏ, ਸਾਡਾ ਇੱਕ ਬੰਦਾ ਵੜੇ ਨਾ ਵਿੱਚ, ਉਹਨੇ ਕਿਹਾ ਭਾਈ ਮੈਂ ਡਿੱਗੀ 'ਚ ਨਹੀਂ ਬਹਿਣਾ। ਉਹ ਇਹ ਨਹੀਂ ਆਂਦੇ ਕਿ ਭਾਈ ਤੂੰ ਡਿੱਗੀ 'ਚ ਨਹੀਂ ਬਹਿਣਾ ਤੇ ਤੈਨੂੰ ਅਸੀਂ ਅੱਗੇ ਬਹਾ ਦਿੰਦੇ ਆ, ਇੰਜ ਨਹੀਂ ਕਰਦੇ। ਉਹ ਮਾਰਦੇ ਨੇ ਠੁੱਡਿਆਂ ਦੇ ਨਾਲ। ਜਿਹੜਾ ਬੰਦਾ ਨਹੀਂ ਨਾ ਮੰਨਦਾ ਉਹਨਾਂ ਨੂੰ ਸਜ਼ਾ ਦੇ ਕੇ ਉਹਨੂੰ ਮਨਾਉਂਦੇ ਆ। ਜਿੱਥੋਂ ਤੱਕ ਉਹਨੇ ਮੰਨਣਾ ਨਾ ਕਿ ਮੈਂ ਹੁਣ ਭਾਈ ਵੜ ਜਾਣਾ ਡਿੱਗੀ ਦੇ ਵਿੱਚ, ਫਿਰ ਵੀ ਉਹਨਾਂ ਨੇ ਇੱਥੋਂ ਫੜ ਕੇ ਦੇ ਵਿੱਚ ਧੱਕਾ ਮਾਰਨਾ, ਡਿੱਗੀ ਦੇ ਵਿੱਚ ਐਂ ਸੁੱਟ ਦੇਣਾ ਜਾ। ਭਾਜੀ ਉਹਨਾਂ ਜਦੋਂ ਵਿੱਚ ਸਾਨੂੰ ਕਾਰ 'ਚ ਵਿੱਚ ਬਿਠਾ ਲਿਆ, ਕਾਰ 'ਚ ਨਾ ਡਰਾਈਵਰ ਜਿਹੜਾ ਨਾ ਉਹਨੇ ਨਾ ਪਿਸਤੌਲ ਕੱਢ ਕੇ ਨਾ ਕਾਰ ਸਾਹਮਣੇ ਰੱਖ ਲੈਂਦੇ ਆ। ਉਹ ਫਿਰ ਰਾਹ ਦੇ ਵਿੱਚ ਸਾਨੂੰ ਸਮਝਾਉਂਦੇ ਜਾਂਦੇ ਆ ਕਿ ਯਾਰ ਫੌਜੀ ਜੀ ਅਗਰ ਪੈ ਗਏ ਨਾ ਮਗਰੋਂ, ਕਾਰ ਖਿਲਾਰਨੀ ਤੁਸੀਂ, ਅਸਾਂ ਕਾਰ ਖਿਲਾਰਨੀ ਹੈ ਤੇ ਤੁਸੀਂ ਛਾਲਾਂ ਮਾਰ ਜਾਣੀਆਂ, ਭਾਵੇਂ ਰਾਹ ਜਿਸ ਤਰ੍ਹਾਂ ਦਾ ਮਰਜ਼ੀ ਹੈ, ਭਾਵੇਂ ਕੰਡੇ ਨੇ, ਭਾਵੇਂ ਪਹਾੜ ਨੇ, ਤੇ ਭਾਵੇਂ ਜੋ ਕੁਝ ਮਰਜ਼ੀ ਆ। ਮੱਠੀ ਕਾਰ 'ਚ ਅਸਾਂ ਮੱਠੀ ਕਾਰ ਕਰਨੀ ਆ, ਤੁਸੀਂ ਦੋਵੇਂ ਖੋਲ ਕੇ ਨਾ ਦਰਵਾਜ਼ੇ ਤੇ ਛਾਲਾਂ ਮਾਰ ਜਾਣੀ, ਮੋੜ ਕੇ ਅਸੀਂ ਦੁਬਾਰਾ ਚੁੱਕ ਤੇ ਫਿਰ ਅਸੀਂ ਦੁਬਾਰਾ ਆਵਾਂਗੇ ਘੰਟੇ ਡੇਢ ਬਾਅਦ ਜਾਂ 2 ਘੰਟੇ ਬਾਅਦ ਜਾਂ 3 ਘੰਟੇ ਬਾਅਦ, ਇਹ ਉਹਨਾਂ ਨੂੰ ਪਤਾ। ਭਾਜੀ ਉਹ ਅੱਲਾ ਰੱਖੇ ਖੈਰ, ਤੇ ਇੰਜ ਸਾਡੇ ਨਾਲ ਤੇ ਕੋਈ ਵਾਕਿਆ ਨਹੀਂ ਹੋਇਆ ਇੰਜ ਦਾ। ਤੇ ਅਸਾਂ ਨਾ ਪਹਿਲਾ ਸ਼ਹਿਰ, ਕਿਹੜਾ ਪਹਿਲਾ ਸ਼ਹਿਰ ਸੀ? ਸਰਵਾਨ। ਸਰਵਾਨ ਜੀ ਸ਼ਹਿਰ ਇਹਦਾ ਇਰਾਨ ਦਾ, ਉੱਥੇ ਜਾ ਕੇ ਸੁੱਟਿਆ ਸਾਨੂੰ। ਬਾਰਡਰ ਦੇ ਨਾਲ, ਜਿਹੜਾ ਜਿਵੇਂ ਬਾਰਡਰ ਦੇ ਨਾਲ ਜਿਹੜਾ ਪਾਕਿਸਤਾਨ ਦੇ ਤੇ ਇਰਾਨ ਦੇ ਬਾਰਡਰ ਦੇ ਨਾਲ ਲੱਗਦਾ ਨਾ ਸਰਵਾਨ ਸ਼ਹਿਰ, ਉਹਦੇ ਵਿੱਚ ਚਲੇ ਗਏ ਹਾਂ ਜੀ। ਏਦਾਂ ਕੋਠੀ ਇੱਕ ਬਣੀ ਤੇ ਪਿੱਛੇ ਕੋਠੀ ਦੇ ਨਾਲ ਜਗ੍ਹਾ ਖਾਲੀ ਸੀ, ਸਾਨੂੰ ਉੱਥੇ ਲੈ ਗਏ। ਉੱਥੇ ਗਏ ਆ ਜਾਂ ਭੇਡਾਂ ਦਾ ਵਾੜਾ ਹੁੰਦਾ ਉਵੇਂ। ਤੇ ਮੈਂ ਆਪਣੇ ਦੋਸਤਾਂ ਨੂੰ ਇਹ ਗੱਲ ਕੀਤੀ, ਮੈਂ ਯਾਰ ਭਾਈ ਕਾਸਮ ਇਹਨੂੰ ਕਿਹਾ ਯਾਰ ਬੰਦੇ ਨੂੰ ਸਾਨੂੰ ਰੋਟੀ ਕੇ ਲਿਆ ਕੇ ਦੇ ਦੇ। ਉਹਨੂੰ ਅਸੀਂ ਰੋਟੀ ਕਹੀਏ ਨਾ ਤੇ ਅੱਗੋਂ ਸਾਨੂੰ ਗਾਲਾਂ ਕੱਢਦੇ, ਆਂਦੇ ਪੈਸੇ ਲਿਆਓ ਤੇ ਤੁਹਾਨੂੰ ਰੋਟੀ ਲਿਆ ਕੇ ਦੇਈਏ। ਅਸਾਂ ਆਖਿਆ ਯਾਰ ਸਾਡੀ ਤੇ ਏਜੰਟ ਨਾਲ ਗੱਲ ਹੋਈ ਹੈ ਫਲਾਣੇ ਬੰਦੇ ਨਾਲ, ਉਹ ਆਂਦਾ ਤੁਹਾਡਾ ਖਰਚਾ ਹੀ ਕੋਈ ਨਹੀਂ ਆਉਣਾ ਪਹੁੰਚਣ ਤੱਕ, ਤੇ ਯਾਰ ਤੁਸੀਂ ਸਾਡੇ ਨਾਲ ਜ਼ਿਆਦਤੀ ਨਾ ਕਰੋ। ਉਹਨਾਂ ਕਿਹਾ ਭਾਈ ਪੈਸੇ ਲਿਆਓ ਨਹੀਂ ਤੇ ਭੁੱਖੇ ਹੀ ਮਰੋ। ਪੈਦਲ ਸਾਰਾ ਦਿਨ ਟੁਰ ਕੇ, ਤੇ ਪੈਦਲ ਅਸੀਂ ਸਾਰਾ ਦਿਹਾੜੀ ਟੁਰ ਕਰੋ ਤੁਸੀਂ। ਅਸੀਂ ਸਵੇਰ ਸੁਬਾਹ ਦੇ 6 ਵਜੇ ਦੇ ਅਸੀਂ ਟੁਰੇ ਆ। 6 ਵਜੇ ਤੁਸੀਂ ਹਿਸਾਬ ਕਰ ਲਓ, 6 ਵਜੇ ਹਿਸਾਬ ਕਰ ਲਓ ਕਿੰਨੇ ਘੰਟੇ ਬਣਦੇ ਨੇ? 18-19 ਘੰਟੇ, 17 18 16 17 18 ਘੰਟੇ ਬਣ ਜਾਂਦੇ ਜੀ ਪੈਦਲ ਹੀ ਚੱਲ ਕੇ। ਤੇ ਅਸੀਂ ਪਿੱਛੇ ਹੀ ਮਰੇ ਪਏ ਸਾਂ। ਅਸਾਂ ਕਿਹਾ ਭਾਈ ਸਾਡੇ ਕੋਲ ਤਾਂ ਹੁਣ ਕੱਖ ਵੀ ਨਹੀਂ ਹੁੰਦਾ। ਉਹਨਾਂ ਨੂੰ ਅਸੀਂ ਪੈਸੇ ਦਿੱਤੇ ਨੇ, ਕੱਢ ਕੇ ਜੇਬਾਂ ਦੇ ਵਿੱਚੋਂ ਸਾਰਿਆਂ ਨੇ 100 ਰੁਪਇਆ ਦਿੱਤਾ, ਉਹਨੂੰ ਜਮ੍ਹਾਂ ਕਰਕੇ ਨਾ ਅਸੀਂ 700-800 ਰੁਪਇਆ 1000 ਰੁਪਇਆ ਕਰਕੇ ਦਿੱਤਾ ਉਹ ਬੰਦੇ ਨੂੰ, ਕੋਠੇ ਵਾਲੇ ਨੂੰ। ਉਹਨੇ ਬਾਹਰੋਂ ਸਾਨੂੰ ਨਾ ਬੋਤਲਾਂ ਕੋਈ ਲਿਆ ਕੇ ਦਿੱਤੀਆਂ, ਕੋਈ ਬਿਸਕੁਟ ਲਿਆ ਕੇ ਦਿੱਤੇ, ਐਵੇਂ ਦੀਆਂ ਚੀਜ਼ਾਂ। ਅਸੀਂ ਤਾਂ ਭੁੱਖ ਦੇ ਮਰੇਗੇ ਯਾਰ, ਕੋਈ ਰੋਟੀ ਲੱਭੇ ਸਾਡਾ ਬਿਸਕੁਟਾਂ ਨਾਲ ਕੀ ਬਣਨਾ। ਉਹਨਾਂ ਕਿਹਾ ਭਾਈ ਇਸ ਟਾਈਮ ਇਹੋ ਕੁਝ ਹੀ ਲੱਭਣਾ, ਖਾਓ, ਖਾਣਾ ਤੇ ਖਾਓ ਨਹੀਂ ਤੇ ਰਹਿਣ ਦੇ। ਉਹ ਭਾਈ ਭੁੱਖ ਮਾਰਨ ਵਾਸਤੇ ਫਿਰ ਸਭ ਕੁਝ ਕਰਨਾ ਪੈਂਦਾ। ਉਹ 2-2 4-4 ਬਿਸਕੁਟ ਖਾਧੇ ਨੇ ਅਸੀਂ, ਖਾ ਕੇ ਕੋਈ ਨਾਲ ਪਾਣੀ ਛਾਣੀ ਪੀਤਾ, ਆਪਣਾ ਢਿੱਡ ਭਰਿਆ ਤੇ ਲੰਮੇ ਪੈ ਗਏ ਆ। ਉੱਥੇ ਜਦੋਂ ਅਸੀਂ ਲੰਮੇ ਪੈ ਗਏ ਸਾਨੂੰ ਨੀਂਦ ਆ ਕੇ ਥੱਕੇ ਆ ਸਾਰੀ ਰਾਤ, ਸਾਰੇ ਦਿਹਾੜੀ ਦੇ ਮਰੇ ਪਏ ਸਾਂ। ਅਸੀਂ ਆਖਿਆ ਕਿਹੜੇ ਲਈ ਯਾਰ ਇੱਥੋਂ ਵਾਪਸ ਹੀ ਚਲੀ ਜਾਈਏ, ਗਾਂਹ ਜਾਣ ਨੂੰ ਸਾਡਾ ਦਿਲ ਹੀ ਨਾ ਕਰੇ ਕਿ ਏਡਾ ਪਿੱਛੇ ਹੀ ਪਾਕਿਸਤਾਨ ਦੇ ਵਿੱਚ ਹੀ ਸਾਡੇ ਨਾਲ ਇੰਨਾ ਕੁਝ ਹੋ ਗਿਆ ਤੇ ਅੱਗੇ ਪਤਾ ਨਹੀਂ ਸਾਡੇ ਨਾਲ ਕੀ ਹੋਣਾ। ਤੁਹਾਨੂੰ ਹਕੀਕਤ ਗੱਲ ਦੱਸਣ ਡਿਆ ਕਿ ਅਸੀਂ ਵੀ ਇੱਕ ਵਾਰੀ ਨਾ ਵਿੱਚੋਂ ਨਾ ਦਿਲ ਛੱਡ ਗਏ ਹਾਂ ਕਿ ਯਾਰ ਇਹ ਕੀ ਬਣ ਗਿਆ ਸਾਡੇ ਨਾਲ। ਸਾਡੇ ਤੇ ਯਾਰ ਪਿੱਛੇ ਮਾਂ ਪਿਓ ਨੇ, ਛੋਟੇ ਛੋਟੇ ਬੱਚੇ ਨੇ, ਚਲੋ ਇਹਦੇ ਨਾਲ ਤੇ ਉਹ ਹੀ ਕਮਾਈ ਚੰਗੀ ਜਿਹੜੀ 15-20 ਹਜ਼ਾਰ ਰੁਪਇਆ ਲੈ ਕੇ ਆਉਂਦੇ ਆ ਮਹੀਨੇ ਦਾ, ਤੇ ਸ਼ਾਮ ਨੂੰ ਘਰ ਤੇ ਵਾਪਸ ਆ ਜਾਂਦੇ ਹਾਂ।
ਆਪਣੇ ਆਪਣੇ ਬੱਚਿਆਂ ਦੇ ਵਿੱਚ ਤੇ ਆ ਜਾਂਦੇ ਹਨ ਕਿ ਮਾਂ ਪਿਓ ਦੇ ਆਣ ਦੇ ਕੋਲ ਬਹਿੰਦੇ ਹਨ ਕਿ ਭੈਣਾਂ ਭਰਾਵਾਂ ਦੇ ਵਿੱਚ। ਇਹ ਭਾਜੀ ਇਹ ਗੱਲਾਂ ਜਿਹੜੀਆਂ ਨਾ ਇਹ ਸੋਚਾਂ ਇਹ ਜਦੋਂ ਮੁਸ਼ਕਲਾਂ ਪੇਸ਼ ਆਉਣ ਨਾ ਅੱਗੇ ਜਾ ਕੇ ਇਹ ਉਦੋਂ ਚੇਤੇ ਆਉਂਦੀਆਂ ਨੇ। ਇੱਥੇ ਚੇਤੇ ਕੋਈ ਨਹੀਂ ਆਉਂਦੀਆਂ। ਇੱਥੇ ਚੇਤੇ ਤੁਹਾਨੂੰ ਕਦੋਂ ਆਉਣ ਜਦੋਂ ਉਹ ਫਲਾਣੇ ਬੰਦੇ ਨੇ ਤੁਹਾਨੂੰ ਫੋਨ ਕਰਨਾ ਭਾਈ ਲੱਖ ਰੁਪਇਆ ਤੁਹਾਡੀ 1.5 ਲੱਖ ਰੁਪਇਆ ਤਨਖਾਹ ਹੈ। ਉਦੋਂ ਆਖੇ ਯਾਰ 1.5 ਲੱਖ ਰੁਪਇਆ ਤਨਖਾਹ ਇਹ ਤਾਂ ਸਾਲ ਦੇ ਵਿੱਚ ਹੀ ਅਮੀਰ ਹੋ ਜਾਣਾ। ਉਦੋਂ ਇਹ ਸੋਚ ਹੁੰਦੀ ਗੱਲ ਦੀ, ਹੋਰ ਬੰਦੇ ਨੂੰ ਕੋਈ ਸੋਚ ਆਉਂਦੀ ਹੀ ਨਹੀਂ ਗੀ। ਭਾਜੀ ਅਸੀਂ ਉੱਥੇ ਰਾਤ ਕੱਢੀ, ਦਿਨੇ ਉੱਠੇ ਆ। ਦਿਨੇ ਕੀ ਜਾਣਾ ਰਾਤ ਨੂੰ ਉਹਨੇ ਭਾਜੀ ਸਾਨੂੰ ਜਗਾ ਲਿਆ ਸਰਗੀ ਵੇਲੇ ਤੋਂ ਪਹਿਲਾਂ ਹੀ, ਤੇ ਉਹਨੇ ਸਾਨੂੰ ਡਾਲੇ 'ਚ ਬਿਠਾਇਆ 4-5 ਜਣਿਆਂ ਨੂੰ। ਹਾਂਜੀ, ਤੇ ਉੱਤੇ ਤਰਪਾਲ ਪਾਤੀ ਸਾਨੂੰ, ਆਂਦੇ ਡਾਲੇ ਦੇ ਵਿੱਚ ਲੰਮਿਆਂ ਪੈ ਜਾਏ। ਏਦਾਂ ਹੀ ਭਾਈ ਸਾਹਿਬ ਹੈਂ ਡਾਲੇ ਦੇ ਵਿੱਚ ਅਸੀਂ ਲੰਮੇ ਪੈ ਗਏ ਆ। ਤੇ ਉਹ ਹਵੇਲੀ ਦੇ ਵਿੱਚ ਨਾ ਭਾਜੀ ਥੋੜੀ ਜਿਹੀ ਮੈਨੂੰ ਗੱਲ ਭੁੱਲ ਗਈ ਆ। ਹਵੇਲੀ ਦੇ ਵਿੱਚ ਨਾ ਇਦਾਂ ਰੋੜੇ ਪਏ ਸਨ, ਕੁੱਟੇ ਸਨ, ਬਜਰੀ ਪਈ। ਉਹ ਸਾਨੂੰ ਉਹਨਾਂ ਬਜਰੀਆਂ ਤੇ ਸੌਣਾ ਪਿਆ। ਉਹਨਾਂ ਕਿਹਾ ਭਾਈ ਇੱਥੇ ਹੀ ਸੌਣਾ ਜੇ। ਕੋਈ ਨੰਗੇ ਸਾਨੂੰ ਕਮਰਿਆਂ ਵਿੱਚ ਨਹੀਂ ਸੌਣ ਦਿੰਦੇ, ਨਾ ਸਾਨੂੰ ਬਰਾਂਡੇ ਸੌਣ ਦਿੰਦੇ। ਉਹ ਬਾਹਰ ਹੀ ਮਿੱਟੀ ਘੱਟੇ ਦੇ ਵਿੱਚ ਸੌਂਦੇ ਰਹਿੰਦੇ। ਪਤਾ ਨਹੀਂ ਉੱਥੇ ਕੀ ਕੁਝ ਬਣਿਆ ਸੀ। ਅਸੀਂ ਇਕੱਲੇ ਨਹੀਂ, ਯਾਨੀ ਕਿ 40-50 ਬੰਦੇ ਸੀ। ਤੇ ਉਹ ਤੋਂ ਭਾਈ ਸਾਨੂੰ ਉਹਨਾਂ ਸਰਗੀ ਉਠਾਇਆ, ਸਾਨੂੰ ਡਾਲੇ 'ਚ ਉਹਨਾਂ ਬਿਠਾ ਕੇ ਤੇ ਸਾਨੂੰ ਉੱਤੇ ਤਰਪਾਲ ਪਾ ਦਿੱਤੀ। ਲੰਮੇ ਪਾ ਕੇ ਨਾ ਉੱਤੇ ਤਰਪਾਲ ਪਾਤੀ। ਚਲੋ ਜੀ ਉਹਨੇ ਡਾਲਾ ਭਜਾ ਕੱਢਿਆ ਜੀ। ਉਹ ਤੋਂ ਤਕਰੀਬਨ ਕੋਈ 4-5 ਘੰਟੇ ਲੱਗੇ ਉਹਨਾਂ ਨੂੰ ਸਾਨੂੰ ਲੈਣ ਦਾ ਜ਼ਾਇਦਾ। 4-5 ਘੰਟੇ ਜੀ ਡਾਲੇ ਤੇ ਅਸੀਂ ਸਫ਼ਰ ਕੀਤਾ ਲੰਮੇ ਪੈ ਕੇ। ਤਰਪਾਲ ਸਾਡੇ ਉੱਤੇ ਰੇ ਮੋਹਰੀਆਂ ਵਿੱਚ ਉਹਨਾਂ ਨੇ ਕੱਢੀਆਂ ਹੁੰਦੀਆਂ ਕਿ ਚਲੋ ਯਾਰ ਕੋਈ ਬੰਦਾ ਮਰੇ ਨਾ, ਤੇ ਮਰ ਵੀ ਜਾਵੇ ਤੇ ਉਹਨਾਂ ਨੂੰ ਕਾਹਦਾ ਮਸਲਾ। ਉਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ, ਬੰਦਾ ਮਰਦਾ ਤੇ ਮਰੇ। ਅਸੀਂ ਤੇ ਉਹ ਤੋਂ ਫਸੇ ਹੁੰਦੇ ਆ, ਸਾਨੂੰ ਤਾਂ ਸਾਰੇ ਕੰਮ ਕਰਨੇ ਪੈਂਦੇ ਆ। ਅਸੀਂ ਉਹਨੂੰ ਕਹਿ ਵੀ ਨਹੀਂ ਸਕਦੇ ਯਾਰ ਤਰਪਾਲ ਤਾਂ ਚੁੱਕਦੇ, ਸਾਡਾ ਤਾਂ ਸਾਹ ਗੁੰਮ ਹੋਣ ਡਿਆ। ਉਹ ਭਾਜੀ ਅਸੀਂ ਡਾਲੇ ਦੇ ਵਿੱਚ ਬਹਿ ਕੇ ਉਹ ਸਫ਼ਰ ਤੈਅ ਕੀਤਾ। ਇੱਕ ਸ਼ਹਿਰ ਆ ਗਿਆ, ਜ਼ੈਦਾਨ ਸ਼ਹਿਰ ਹੈ ਜੀ। ਜ਼ਿਆਰਤਾਂ ਦਾ ਜਿਹੜਾ ਆਰਾਮ ਦਾ ਸ਼ਹਿਰ ਹੈ ਜ਼ਾਇਦਾ। ਜ਼ਿਆਰਤਾਂ ਦਾ ਸ਼ਹਿਰ ਹੈ ਜੀ ਉਹ ਆਰਾਮ ਦਾ, ਜਿੱਥੇ ਬੜੀਆਂ ਵੱਡੀਆਂ ਜ਼ਿਆਰਤਾਂ ਨੇ। ਸੁਣਿਆ ਹੀ, ਅਸਾਂ ਕਿਹੜਾ ਵੇਖਿਆ। ਅਸਾਂ ਤੇ ਇੰਝ ਹੀ ਵਹਿੰਦੇ ਰਹੇ, ਅਸੀਂ ਕਿਹੜਾ ਬਾਹਰ ਸਾਨੂੰ ਤੋਰਦੇ ਸੀ। ਅੱਛਾ ਜੀ, ਉੱਥੇ ਗਏ ਆ ਜੀ। ਉੱਥੇ ਇੱਕ ਮਕਾਨ ਬਣਿਆ, ਉਹਦੇ ਵਿੱਚ ਜਾ ਕੇ ਸਾਨੂੰ ਉਹਨੇ ਲਾਇਆ। ਤੇ ਉਹ ਅੱਗੋਂ ਜਿਹੜਾ ਸਾਡਾ ਏਜੰਟ ਸੀ ਉਹਦਾ ਨਾਂ ਸੀ ਨਾਸਰ ਸ਼ਾਹ। ਉਸ ਬੰਦੇ ਦਾ ਨਾਂ ਸੀ ਨਾਸਰ ਸ਼ਾਹ। ਉਹਦੇ ਜਦੋਂ ਉੱਥੇ ਗਏ ਨਾ, ਅਸੀਂ ਨਹਾਤੇ ਧੋਤੇ ਫਰੈਸ਼ ਹੋਏ, ਮੂੰਹ ਸ਼ੂ ਧੋਤਾ ਅਸੀਂ। ਉਹਨੇ ਸਾਨੂੰ ਰੋਟੀ ਲਿਆ ਕੇ ਦਿੱਤੀ, ਐਡੀ ਮੋਟੀ ਰੋਟੀ ਤੇ ਐਡੀ ਕਿ ਚੌੜੀ ਰੋਟੀ ਤੇ ਸੁੱਕੀ ਲੰਘਦੀ ਨਹੀਂ ਸੀ ਗਾਂ। ਪਤਾ ਨਹੀਂ ਹੁਣ ਕਿਵੇਂ ਲੰਘਾਉਣੀ ਹੈ, ਪਰ ਉੱਥੇ ਖਾਣੀ ਪੈਂਦੀ ਮਜਬੂਰੀ ਨੂੰ ਭਾਈ। ਉਹ ਨਾਲ ਇੱਕ ਚਾਹ ਕੱਪ ਨਾ ਕਾਵੇ ਦਾ, ਸਾਨੂੰ ਨਾ ਸਾਰਿਆਂ ਦੋਸਤਾਂ ਨੇ ਇੱਕ ਕੱਪ ਨਾ ਕਾਵੇ ਦਾ ਨਾਲ ਲਿਆ ਕੇ ਦਿੱਤਾ। ਤੇ ਉਹ ਅੱਗੇ ਨਾਲ ਇੱਕ ਮਖਾਣੇ ਉਹ ਮਿੱਠੇ ਜਿਹੇ ਹੁੰਦੇ ਨੇ, ਇਹ ਤੁਸੀਂ ਚੂਸਣੇ ਆ ਜੀ। ਅੱਛਾ ਜੀ, ਉਹ ਲਿਆ ਕੇ ਦੇ ਤੇ ਸਾਨੂੰ। ਉਹ ਅਸੀਂ ਖਾ ਪੀ ਕੇ ਰੱਬ ਦਾ ਸ਼ੁਕਰ ਅਦਾ ਕੀਤਾ, ਜਿੰਜ ਦਾ ਵੀ ਆ ਸੀ। ਖਾ ਪੀ ਕੇ ਨਾ ਅਸੀਂ ਅੰਦਰ ਨਾਲ ਦੇਖਿਆ, ਤੇ ਅੰਦਰ ਸਾਡੇ ਜਾਂਦੇ ਨਾ ਕਾਫੀ ਅੰਦਰ ਨਾ ਮੁੰਡੇ ਲੰਮੇ ਪਏ। ਉਹ ਜਿਹਨੂੰ ਪੁੱਛੇ ਤੁਸੀਂ ਕਿੱਥੋਂ ਆਏ ਸੀ, ਆਖਿਆ ਅਸੀਂ ਫਲਾਣੀ ਜਗ੍ਹਾ ਤੋਂ ਫੈਸਲਾਬਾਦੋਂ ਆਏ ਆ। ਉਹ ਸਾਨੂੰ ਦੱਸਦੇ ਅਸੀਂ ਭਾਈ ਆਏ ਆ ਫਲਾਣੀ ਜਗ੍ਹਾ ਤੋਂ। ਕੋਈ ਆਖੇ ਵਜ਼ੀਰਾਬਾਦੋਂ ਆਏ ਆ, ਕੋਈ ਆਖੇ ਸਿਆਲਕੋਟੋਂ ਆਏ ਆ। ਇਹਦਾ ਫਲਾਣੇ ਸ਼ਹਿਰ ਦਾ ਨਾਂ ਲੈਂਦੇ। ਉੱਥੇ ਵਾਹਵਾ ਬੰਦੇ ਵਾਹਵਾ ਜਮਾ ਸੀ। ਉਹ ਭਾਈ ਜੀ ਉਹ ਨਾਸਰ ਸ਼ਾਹ ਸਾਹਿਬ ਆ ਗਏ ਨੇ। ਉਹਨਾਂ ਨੇ ਸਾਨੂੰ ਨਾ ਆਖਿਆ ਕਿ ਅੱਜ ਨਾ ਸ਼ਾਮ ਨੂੰ ਤੁਹਾਡੀ ਤਿਆਰੀ ਕਰ ਲਓ। ਅਸਾਂ ਕਹੀ ਠੀਕ ਹੈ। ਸਾਡੇ ਨਾਲ ਭਾਜੀ ਇੱਕ ਨਾ ਪਾਸਪੋਰਟ ਕੱਢ ਕੇ ਦਿੱਤੇ ਉਹਨਾਂ ਨੇ। ਭਾਜੀ ਸਾਡੇ ਨਾਲ ਸੀ ਇੱਕ ਮੌਲਵੀ ਭਾਈ ਵਾਲੇ ਦਾ। ਉਹਨੇ ਨਾ ਐਡੀ ਦਾੜੀ ਰੱਖੀ, ਤੇ ਉਹ ਜਿਹੜਾ ਨਾ ਉੱਥੇ ਮਿਲਾਉਂਦੇ ਨੇ ਪਾਸਪੋਰਟ। ਉਹਨਾਂ ਦੇ ਵੀਜ਼ੇ ਕੋਲ ਬੋਰੇ ਭਰੇ ਪਏ, ਉਹਨਾਂ ਕੋਲ ਭਾਜੀ ਬੋਰੇ ਭਰੇ ਹੁੰਦੇ ਨੇ।
ਸੇਬਿਆਂ ਦੀਆਂ ਬੋਰੀਆਂ ਨਾਲ ਭਰੀਆਂ ਹੁੰਦੀਆਂ ਨੇ, ਪਾਸਪੋਰਟਾਂ ਦੇ ਉੱਤੇ ਵੀਜ਼ੇ ਸਟੈਂਪ ਹੋਏ ਹੁੰਦੇ ਨੇ, ਸਹੀ ਵੀਜ਼ੇ ਸਟੈਂਪ ਹੋਏ ਹੁੰਦੇ ਨੇ। ਤੇ ਉਹ ਕੋਈ ਪਾਕਿਸਤਾਨ ਦਾ ਵੀ ਬਣੇ ਹੁੰਦੇ ਨੇ, ਕੋਈ ਕਿਸੇ ਸ਼ਹਿਰ ਦਾ ਕਿਸੇ ਮੁਲਕ ਦਾ ਬਣਿਆ ਹੁੰਦਾ, ਕੋਈ ਕਿਸੇ ਮੁਲਕ ਦਾ ਬਣਿਆ ਹੁੰਦਾ ਕਿ ਇੱਥੇ ਕੰਮ ਸ਼ਮ ਕਰਨ ਆਏ। ਉਹਨਾਂ ਉੱਤੇ ਨਾਂ ਹੋਰ ਲਿਖੇ ਹੁੰਦੇ ਨੇ। ਉਹ ਫਿਰ ਜਿਹੜੀ ਇਦਾਂ ਬਿਠਾ ਲੈਂਦੇ ਬੰਦਿਆਂ ਨੂੰ ਲੈਣ ਦੇ ਵਿੱਚ, ਤੇ ਉਹ ਜਿਹਦਾ ਇਦਾਂ ਪਾਸਪੋਰਟ ਫੜ ਲੈਂਦੇ ਨੇ, ਇੱਕ ਉਹ ਜਿਹਦੀ ਸ਼ਕਲ ਮਿਲ ਜਾਏ ਤੇ ਉਹਨੂੰ ਉਹ ਦੇ ਛੱਡਦੇ ਆ, ਆਹ ਲੈ ਵੀ ਤੇਰੀ ਸ਼ਕਲ ਮਿਲ ਗਈ ਆ ਤੇ ਆਪਣਾ ਪਾਸਪੋਰਟ ਸਾਂਭ ਲਾ, ਤੇ ਉੱਤੇ ਜਿਹੜੇ ਨਾਂ ਆ ਨਾ ਤੂੰ ਆਪਣੇ ਰੱਟੀ ਆ। ਉਹ ਇਦਾਂ ਕਰਦੇ ਆ। ਹੁਣ ਇੱਕ ਬੰਦਾ ਜਿਹਦੀ ਸਾਡੇ ਦਾੜੀ ਸੀ ਬੰਦ ਮੌਲਵੀ ਦੀ, ਉਹ ਫੈਸਲਾਬਾਦ ਦੇ ਜਿਹੜਾ ਸਾਡੇ ਨਾਲ ਗਿਆ ਸੀ, ਉਹਨੂੰ ਕਹਿੰਦੇ ਮੌਲਵੀ ਸਾਹਿਬ ਤੁਹਾਨੂੰ ਦਾੜੀ ਬਣਾਉਣੀ ਪੈਣੀ ਹੈ। ਉਹ ਆ ਕੇ ਨਬੀ ਦੀ ਸੁਨਨਤ ਆ, ਮੈਂ ਦਾੜੀ ਨਹੀਂ ਬਣਾਉਣੀ, ਮੈਂ ਰੱਖੀ ਆ। ਉਹਨੇ ਕਿਹਾ ਫਿਰ ਇਹ ਗੱਲ ਆ ਨਾ ਤੇ ਫਿਰ ਇੱਥੇ ਹੀ ਰਹਿ। ਉਹ ਰੌਲਾ ਪਾਵੇ ਰੋਵੇ ਉੱਚੀ ਉੱਚੀ, ਮੈਂ ਦਾੜੀ ਨਹੀਂ ਬਣਾਉਣੀ। ਭਾਈ ਕਾਸਮ ਭਾਈ ਜ਼ਾਹਦ ਇਦਾਂ ਹੀ ਗੱਲ ਨਾ, ਉਹਦੀ ਨਹੀਂ ਉਹਨਾਂ ਨੇ ਮੰਨੀ। ਅਸਾਂ ਵੀ ਆਖਿਆ ਭਾਈ ਕੱਲ ਚਲੋ ਕੋਈ ਗੱਲ ਨਹੀਂ, ਕੋਈ ਐਸਾ ਕੋਈ ਪਾਸਪੋਰਟ ਤੁਸੀਂ ਵੇਖ ਲਵੋ ਜਿਹਦੇ ਉੱਤੇ ਦਾੜੀ ਬਣੀ ਬੰਦੇ ਦੀ, ਉਹ ਇਹਨੂੰ ਤੁਸੀਂ ਦੇ ਛੱਡੋ। ਉਸ ਬੰਦੇ ਨੇ ਸਾਡੀ ਵੀ ਨਹੀਂ ਮੰਨੀ। ਉਹਦਾ ਤੁਸੀਂ ਕੌਣ ਹੁੰਦੇ ਸਮਝਾਉਣ ਵਾਲੇ ਸਾਨੂੰ? ਭਾਜੀ ਉਹਨਾਂ ਕਹੇ ਇਹਦੀ ਦਾੜੀ ਦੂਜਾ ਲਾਣੀ ਹੈ ਤੇ ਤਾਂ ਇਹ ਤੁਹਾਨੂੰ ਤੋਰਨਾ, ਨਹੀਂ ਤਾਂ ਤੁਸੀਂ ਇੱਥੇ ਬੈਠੇ ਰਹੋ, ਆਹ ਤੁਹਾਡੀ ਕੋਈ ਗੱਲਬਾਤ ਨਹੀਂ ਸੁਣਨੀ। ਉਹ ਸਾਡੇ ਜੋ ਟਪੰਨਾ ਮੰਨਿਆ ਤੇ ਮੇਰੀ ਇੱਥੇ ਬੈਠੇ ਰਹੋ, ਜਿੰਨੇ ਦੇਰ ਇੱਥੇ ਬੈਠੇ ਰਹੋਗੇ ਉਹਨਾਂ ਤਾਂ ਭਾਈ ਤੁਹਾਡੇ ਕੋਲ ਇੱਕ ਰਾਤ ਦੇ 5000, ਇੱਕ ਰਾਤ ਦਾ 1000 ਰੁਪਈਆ ਨਾਲ ਰੋਟੀ ਪਾਣੀ ਦਾ ਵੀ ਖਰਚਾ ਲੈਦਾ, ਉਹ ਅਸੀਂ ਭਾਈ ਤੁਹਾਡੇ ਕੋਲ ਲੈਣਾ। ਅਸਾਂ ਵੀ ਤਰਲੇ ਲਈਏ ਮੌਲਵੀ ਸਾਹਿਬ ਮਨਾ ਦਿਓ ਦਾੜੀ, ਫਿਰ ਕਿਹੜੀ ਗੱਲ ਹੈ, ਫਿਰ ਵੀ ਆ ਹੀ ਜਾਏਗੀ ਦਾੜੀ। ਹੁਣ ਮੌਲਵੀ ਵੀ ਪਿੱਟੇ ਤੇ ਰੋਵੇ ਆ ਕੇ ਮੈਂ ਦਾੜੀ ਨਹੀਂ ਬਣਾਉਣੀ। ਅਸਾਂ ਅੱਗੇ ਵੀ ਹੁਣ ਅਸੀਂ ਕੀ ਕਰੀਏ ਵੀ ਤੂੰ ਸਾਨੂੰ ਵੀ ਨਾਲ ਮੁਸੀਬਤ 'ਚ ਪਾਇਆ। ਉਹ ਬੜੇ ਔਖਿਆਂ ਭਾਜੀ ਅਸੀਂ ਮੌਲਵੀ ਸਾਹਿਬ ਨੂੰ ਮਨਾਇਆ ਤੇ ਉਹਨਾਂ ਨੇ ਲਿਆਂਦੀ ਭੇਡਾਂ ਮੁੰਨਣ ਵਾਲੀ, ਜਿਹੜੇ ਭੇਡਾਂ ਨਹੀਂ ਮੁੰਨੀ ਦੀਆਂ ਕੈਂਚੀ, ਕਿਉਂ ਭਾਈ ਜ਼ਾਦ ਇਦਾਂ ਹੀ ਹੈ। ਉਹਨਾਂ ਨੇ ਭਾਈ ਉਹ ਲਿਆਂਦੀ ਤੇ ਇੱਥੋਂ ਫੜ ਕੇ ਨਾ ਮੁੰਡੇ ਦੇ ਵਾਲ, ਆ ਭਾਈ ਜ਼ਾਦ ਦੇ ਜਿਵੇਂ ਵਾਲ ਫੜੇ ਆ, ਏਦਾਂ ਇੱਕ ਬੰਦਾ ਵਾਲ ਫੜਦਾ ਐਂ ਕਰਦਾ ਸੀ ਤੇ ਉਹਨੂੰ ਐਂ ਫੇਰਦੇ ਸੀ ਐਂ ਕਰਕੇ, ਜਿਵੇਂ ਬੱਕਰੇ ਦੀ ਜਿਵੇਂ ਛਤਰੇ ਦੀ ਖੱਲ ਲਾਈ ਦੀ ਆ, ਐਂ ਜੋ ਦਾੜੀ ਮੁੰਨਦੇ ਆ। ਉਹ ਭਾਜੀ ਦਾੜੀ ਮਨਾਤੀ, ਉਹਦਾ ਪਾਸਪੋਰਟ ਰਲ ਗਿਆ ਤੇ ਮੇਰਾ ਤੇ ਭਾਈ ਕਾਸਮ ਦਾ ਪਾਸਪੋਰਟ ਨਾ ਰਲੇ। ਉੱਥੋਂ ਤੱਕ ਹਾਂ, ਉੱਥੋਂ ਭਾਜੀ ਅਸੀਂ ਨਾ ਉੱਥੋਂ ਭਾਈ ਜ਼ਾਹਦ ਤੇ ਭਾਈ ਸਫਦਰ ਤੇ ਉਹ ਮੌਲਵੀ, ਇਹਨਾਂ ਦੇ ਪਾਸਪੋਰਟ ਮਿਲ ਗਏ। ਮੌਲਵੀ ਸਾਡੇ ਤੋਂ ਬਾਅਦ ਚ ਗਿਆ, ਸਾਡੇ ਨਾਲ ਨਹੀਂ ਗਿਆ। ਉਹ ਸਾਡੇ ਨਾਲ ਗਿਆ ਸੀ, ਉਹ ਤੋਂ ਸਾਡੇ ਤੋਂ 2-3 ਦਿਨ ਬਾਅਦ। ਉਹ ਭਾਜੀ ਇਹਨਾਂ ਦੋ ਬੰਦਿਆਂ ਦੇ ਪਾਸਪੋਰਟ ਮਿਲ ਗਏ ਤੇ ਸਾਨੂੰ ਕਹਿੰਦੇ ਨੇ ਭਾਈ ਅਸੀਂ ਪਾਸਪੋਰਟ ਹੋਰ ਲੈ ਕੇ ਆਉਂਦੇ ਆ ਤੇ ਉਹਨਾਂ ਦੇ ਵਿੱਚ ਚੈੱਕ ਕਰਦੇ ਜੇ ਤੁਹਾਡਾ ਵੀ ਮਿਲ ਗਿਆ ਫਿਰ ਤੁਹਾਨੂੰ ਇਕੱਠਿਆਂ ਭੇਜ ਦਿੰਦੇ, ਜੇ ਨਾ ਮਿਲਿਆ ਤੇ ਫਿਰ ਇਹਨਾਂ ਨੂੰ ਅਸੀਂ ਛੱਡ ਆਉਣਾ। ਭਾਜੀ ਇਹ ਤੋਂ ਪਾਕਿਸਤਾਨ ਤੋਂ ਲਾ ਕੇ ਜ਼ੈਦਾਨ ਸ਼ਹਿਰ ਤੱਕ ਅਸੀਂ 5 ਭਰਾ ਇਕੱਠੇ ਗਏ ਆ ਤੇ ਉੱਥੇ ਜਦੋਂ ਪਾਸਪੋਰਟ ਮਿਲ ਗਏ ਨੇ ਇਹਨਾਂ ਦੋਵਾਂ ਦੇ, ਭਾਈ ਜ਼ਾਹਦ ਦੇ ਤੇ ਭਾਈ ਸਫਦਰ ਦੇ, ਇਹਨਾਂ ਨੂੰ ਉਹਨਾਂ ਨੇ ਪੈਂਟ ਪੁੰਡ ਪਵਾ ਕੇ ਪੱਪੂ ਬਣਾ ਕੇ, ਜਿਵੇਂ ਅੰਗਰੇਜ਼ਾਂ ਦੇ ਨਹੀਂ ਹੁੰਦੇ ਮੁਲਕ, ਉਹਨਾਂ 'ਚ ਬੰਦੇ ਪੈਂਟਾਂ ਸ਼ੰਟਾਂ ਪਾ ਕੇ ਫਿਰਦੇ ਆ, ਇਹ ਜੇ ਇਹਨਾਂ ਨੂੰ ਮੈਂ ਪੈਂਟਾਂ ਸ਼ੰਟਾਂ, ਉਹਨਾਂ ਨੇ ਸ਼ਰਟਾਂ ਸ਼ੁਰਟਾਂ ਕਰੀਮਾਂ ਸ਼ਰੀਮਾਂ ਫੇਰਾਂ ਲਵਲੀ ਲਾ ਕੇ ਹੈਂ ਤੇ ਇਹਨਾਂ ਨੂੰ ਜੀ ਉਹਨਾਂ ਨੇ ਅਗਲਿਆਂ ਨੇ ਕਾਜ ਇਹਨਾਂ ਨੂੰ ਬਿਠਾਇਆ ਤੇ ਅੱਡੇ 'ਚ ਲੈ ਗਏ। ਅੱਡੇ 'ਚ ਜਾ ਕੇ ਇਹਨਾਂ ਨੂੰ ਉਹਨਾਂ ਨੇ ਜਿਹੜੀ ਉਹ ਉੱਥੋਂ ਬੱਸ ਜਾਂਦੀ ਨਾ ਵੱਡੀ ਜ਼ਾਇਦਾਨ ਤੋਂ ਤਹਿਰਾਨ ਜਾਂਦੀ, ਜ਼ਾਇਦਾਨ ਤੋਂ ਨਾ ਤਹਿਰਾਨ ਜਿਹੜਾ ਸ਼ਹਿਰ ਹੈ ਨਾ ਇਹਨਾਂ ਦਾ, ਦਾਰੁਲ ਖਲਾਫਾ ਜੀ ਇਰਾਨ ਦਾ, ਇਹਨਾਂ ਨੇ ਉੱਥੇ ਜਾਣਾ ਸੀ। ਅਸਾਂ ਉਹਦਾ ਬਤੇਰਾ ਭਾਈ ਜੀ ਤਰਲਾ ਲਿਆ ਵਾ ਭਾਈ ਅਸੀਂ ਇਕੱਠੇ ਜਾਣਾ, ਅਸੀਂ ਪਿੱਛੋਂ ਇਕੱਠੇ ਜਾਣਾ, ਅਗਲਾ ਇਕੱਠਾ ਹੀ ਸਫ਼ਰ ਕਰਨਾ। ਉਹਨੇ ਕਿਹਾ ਨਹੀਂ ਭਾਜੀ ਇੱਥੇ ਇੰਜ ਨਹੀਂ ਹੁੰਦਾ, ਜੇ ਇੱਕ ਦੀ ਗੱਲ ਬਣ ਜਾਣੀ ਇੱਕ ਨੂੰ ਹੀ ਭੇਜ ਦੇਣਾ, ਦੋ ਦੀ ਬਣ ਜਾਣੀ ਦੋ ਨੂੰ ਭੇਜ ਦੇਣਾ। ਉੱਥੋਂ ਅਸੀਂ ਜੀ ਵਿਛੜ ਗਏ ਹਾਂ, ਸਾਡੇ ਦੋ ਭਾਈ ਪਹਿਲੇ ਚਲੇ ਗਏ ਤੇ ਅਸੀਂ ਬੱਚੇ 3 ਰਹਿ ਗਏ, ਮੈਂ ਤੇ ਕਾਸਮ ਤੇ ਉਹ ਮੌਲਵੀ ਆਰਫ ਜਿਹਦੀ ਉਹਨਾਂ ਨੇ ਦਾੜੀ ਮੁੰਨੀ ਹੈ। ਅਸੀਂ ਇਹ ਸਾਡੇ ਨਾਲ ਪਹਿਲੇ ਇੱਕ ਦਿਨ ਤਾਂ ਸਾਡੇ ਦਾ ਫਰਕ ਪੈ ਗਿਆ। ਸਾਡਾ ਅਗਲਾ ਦਿਨ ਜੀ ਪਾਸਪੋਰਟਾਂ ਦੇ ਉਹਨਾਂ ਨੇ ਹੋਰ ਲੈ ਕੇ ਆਂਦੇ ਪਾਸਪੋਰਟ, ਉਹ ਵੀ ਨਹੀਂ ਮਿਲੇ, ਕਾਰਾਂ ਵੀ ਡਿੱਗੀਆਂ ਬੰਦ ਕਰਕੇ। ਹਾਂ ਫਿਰ ਉਹ ਵੀ ਨਹੀਂ ਮਿਲੇ, ਉਹ ਵੀ ਨਹੀਂ ਪਾਸਪੋਰਟ ਮਿਲੇ। ਫਿਰ ਉਹਨਾਂ ਨੇ ਨਾ ਉੱਥੋਂ ਜੀ ਚੈੱਕ ਪੋਸਟਾਂ ਬੜੀਆਂ ਆਉਂਦੀਆਂ ਰਾਹ ਦੇ ਵਿੱਚ, ਜਿਹੜੀਆਂ ਉਹਨਾਂ ਚੈੱਕ ਪੋਸਟਾਂ ਉਹ ਲੰਘਾਉਂਦੇ ਆ।
ਉਹ ਬੱਸਾਂ ਤੇ ਨਹੀਂ ਲੰਘਾਉਂਦੇ, ਕੋਈ ਬੱਸਾਂ ਤੇ ਲੰਘ ਵੀ ਜਾਂਦੀਆਂ ਨੇ, ਪੈਸੇ ਪੂਸੇ ਦੇ ਦਵਾ ਕੇ ਨਾ ਉਹਨਾਂ ਨੂੰ ਅਗਲੇ ਟਪਾ ਟਪੂ ਵੀ ਦਿੰਦੇ ਨੇ। ਕੋਈ ਐਸੀਆਂ ਚੈੱਕ ਪੋਸਟਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਖਤਰਨਾਕ ਨੇ, ਬਹੁਤ ਮੁਸ਼ਕਲ ਨੇ। ਉੱਥੋਂ ਬੱਸ ਤੇ ਜਾਂ ਕਾਰ ਤੇ ਸਫ਼ਰ ਕਰਨਾ ਬਹੁਤ ਮੁਸ਼ਕਲ ਆ। ਉੱਥੋਂ ਉਸਤਾਦ ਜੀ ਸਾਨੂੰ ਲਾ ਲੈਂਦੇ ਸੀ, ਉੱਥੋਂ ਕਾਰਾਂ ਤੋਂ ਲਾ ਕੇ ਨਾ, ਮਸਲਨ ਹੁਣ ਮੈਂ ਤੁਹਾਨੂੰ ਮਿਸਾਲ ਦੇਣਾ ਵਾਂ ਕਿ ਮਸਲਨ ਅਸੀਂ ਜਾਣਾ ਧਨੌਲੇ, 5 ਕਿਲੋਮੀਟਰ ਸਫ਼ਰ ਕਰ ਜਾਣਾ ਧਨੌਲੇ ਅਸੀਂ ਇੰਜ ਜਾਣਾ ਵਾ, ਚੈੱਕ ਪੋਸਟ ਲੰਘਣੀ ਆ ਜੀ ਰਸੂਲਪੁਰ ਵਾਲੇ ਪੁਲ ਵਾਲੀ। ਹਾਂਜੀ, ਇਹ ਚੈੱਕ ਪੋਸਟ ਕ੍ਰਾਸ ਕਰਨੀ, ਇਹ ਅਸੀਂ ਜਾਣਾ ਵਾ ਪਹਿਲੇ ਇੱਥੋਂ ਫਲਾਈ ਮੋੜ ਜਾਵਾਂਗੇ, ਫਲਾਈ ਮੋੜ ਤੋਂ ਰੜਾ ਟਾਹਲੀ, ਹਾਂਜੀ ਰੜਾ ਟਾਹਲੀ ਫਿਰ ਜੰਡਾਂ ਵਾਲਾ, ਠੀਕ ਹੈ ਜੀ, ਜੰਡਾਂ ਵਾਲੇ ਫਿਰ ਘੋਨਾ ਆ ਜਾਂਦਾ। ਇਹ ਮਸਲਨ ਇੰਜ ਕ੍ਰਾਸ ਕਰਨੀ ਉੱਤੋਂ ਦੀ ਵੱਲ ਕੇ, ਤੇ ਵਿੱਚ ਰਾਹ ਦੇ ਵਿੱਚ ਸਫ਼ਰ ਬਣ ਜਾਂਦਾ। ਰਾਹ ਦੇ ਵਿੱਚ ਬੜੇ ਬੜੇ ਵਾਕਿਆਤ ਹੁੰਦੇ ਆ ਜੀ। ਰਾਹ ਦੇ ਵਿੱਚ ਵੀ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ। ਕੋਈ ਜੰਗਲ ਬਿਆਬਾਨ ਹੁੰਦਾ ਇੱਦਾਂ ਹੀ, ਉਹ ਜਦੋਂ ਚੈੱਕ ਪੋਸਟਾਂ ਕ੍ਰਾਸ ਕਰਾਉਂਦੇ ਆ, ਫਿਰ ਅੱਗੇ ਕਾਰਾਂ ਖਲੋਤੀਆਂ ਹੁੰਦੀਆਂ, ਕਾਰਾਂ ਦੇ ਵਿੱਚ ਫਿਰ ਉਂਝ ਹੀ ਪਾਉਂਦੇ ਨੇ ਜਿਵੇਂ ਸਾਨੂੰ ਬਾਰਡਰ ਤੋਂ ਲੈ ਕੇ ਆਏ ਸਨ ਡਿੱਗੀਆਂ ਦੇ ਵਿੱਚ, ਇੱਦਾਂ ਹੀ ਉਹ ਜੀ ਉਹ ਕਾਰਾਂ ਦੇ ਵਿੱਚ ਸਫ਼ਰ ਕਰਾਉਂਦੇ ਆ। ਤੇ ਇੱਕ ਭਾਜੀ ਇੱਕ ਵਾਰੀ ਨਾ ਭਾਈ ਜ਼ਾਦ ਹੋਰੀ ਤੇ ਭਾਈ ਸਫਦਰ ਇਹ ਤੇ ਸਾਡੇ ਤੋਂ ਬਹੁਤ ਅੱਗੇ ਚੱਲ ਗਏ ਸੀ। ਹਾਂਜੀ, ਇਹ ਤਹਿਰਾਨ ਪਹੁੰਚ ਗਏ, ਅੱਲਾ ਰੱਖੇ ਖੈਰ, ਤੇ ਅਸੀਂ ਪਿੱਛੇ ਰਹਿ ਗਏ ਹਾਂ। ਸਾਨੂੰ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਨਾ ਉਹ ਚੈੱਕ ਪੋਸਟਾਂ ਕ੍ਰਾਸ ਕਰਾਈਆਂ ਨੇ, ਤੇ ਉਹ ਕੁਝ ਐਸੀਆਂ ਚੈੱਕ ਪੋਸਟਾਂ ਸੀ ਜਿਹੜੀਆਂ ਪੈਦਲ ਵੀ ਨਹੀਂ ਸੀ ਲੰਘੀਆਂ ਜਾਂਦੀਆਂ। ਹਾਂਜੀ, ਤੇ ਉਹ ਸਾਨੂੰ ਮੋਟਰਸਾਈਕਲਾਂ ਤੇ ਉਹਨਾਂ ਨੇ ਨਾ ਕ੍ਰਾਸ ਕਰਾਈਆਂ। ਰਾਤ ਨੂੰ ਜੰਗਲਾਂ ਦੇ ਵਿੱਚੋਂ ਮੋਟਰਸਾਈਕਲ ਭਜਾ ਕੇ ਅਗਲੇ ਲੈ ਜਾਂਦੇ। ਤੇ ਇੱਕ ਵਾਰੀ ਸਾਡੇ ਮਗਰ, ਸਾਡੀ ਕਾਰ ਦੇ ਮਗਰ ਪੁਲਿਸ ਲੱਗ ਗਈ, ਤੇ ਉਸ ਭਾਈ ਨੇ ਇਹ ਗੱਲ ਆਖੀ ਕਿ ਭਾਈ ਪੁਲਿਸ ਮਗਰ ਲੱਗ ਗਈ ਆ, ਤੇ ਮੈਂ ਤੁਹਾਨੂੰ ਫਲਾਣੀ ਜਗ੍ਹਾ ਤੇ ਲਾਣਾ ਵਾ, ਤੁਸੀਂ ਛਾਲ ਮਾਰ ਕੇ ਨਾ ਥੱਲੇ ਖਾਲਾ ਵਾ, ਉਹਦੇ 'ਚ ਬਹਿ ਜਾਣਾ। ਅਸੀਂ ਭਾਜੀ ਉਹ ਪੁਲਿਸ ਵਾਕਈ ਮਗਰ ਲੱਗੀ। ਅਸੀਂ ਜਿਵੇਂ ਵੱਡੀ ਸੜਕ ਦੇ ਉੱਤੋਂ ਨੂੰ ਥੱਲੇ ਖਾਲੇ ਲੰਘਦੇ ਹੁੰਦੇ ਨੇ, ਬਿਲਕੁਲ ਛੋਟਾ ਜਿਹਾ ਖਾਲਾ, ਜਿਵੇਂ ਆ ਸਾਡੇ ਆਮ ਪਾਣੀ ਆਉਂਦਾ ਨਾ ਖਾਲਿਆਂ 'ਚ, ਇਦਾਂ ਹੋਲੇ ਫਿਰ ਅੱਗੋਂ ਚਲਾਨੇ। ਚੱਲ ਭਾਜੀ ਉਹ ਸਾਡੇ ਮਗਰ ਜਦੋਂ ਪੁਲਿਸ ਲੱਗ ਗਈ ਨਾ, ਤੇ ਉਹਨਾਂ ਨੇ ਸਾਨੂੰ ਨਾ, ਅਸੀਂ ਛਾਲਾਂ ਮਾਰੀਆਂ ਕਾਰ 'ਚੋਂ ਬਾਹਰ ਨਿਕਲ ਆਏ। ਨਾਲਾ ਬਿਲਕੁਲ ਛੋਟਾ ਜਿਹਾ, ਜਿਵੇਂ ਆਮ ਨਾਲੇ ਹੁੰਦੇ ਨੇ ਨਾ, ਇਦਾਂ ਦਾ ਨਾਲਾ ਸੀ। ਉਹਦੇ ਵਿੱਚ ਨਾ ਉਹ ਵਿੱਚ ਵੜ ਕੇ ਖਾਲੇ ਦੇ ਵਿੱਚ, ਉੱਤੋਂ ਸਾਡੇ ਤੋਂ ਸੜਕ ਲੰਘਣ ਡਈ ਹੈ। ਅਸੀਂ ਬਾਬਾ ਜੀ 4 ਘੰਟੇ ਨਾ ਖਾਲੇ ਦੇ ਵਿੱਚ ਨਾ ਇੰਝ ਬੈਠੇ ਰਹੇ, ਇੰਝ ਜਿਵੇਂ ਕੁੱਕੜ ਬੈਠਾ ਹੁੰਦਾ ਨਾ, ਇੰਝ 4 ਘੰਟੇ ਬੈਠੇ ਰਹੇ ਖਾਲੇ ਦੇ ਵਿੱਚ। ਆਹ ਸਾਡੀ ਨਾ ਉਹ 5, 10, 15 ਜਣੇ ਬੰਦਿਆਂ ਦੀ ਨਾ ਇਹੀ ਪੋਜੀਸ਼ਨ ਸੀ। ਅਸੀਂ ਥੱਕ ਗਏ, ਸਾਡੇ ਕੋਲ ਮੋਬਾਈਲ ਹੈਗਾ ਜੀ, ਸਿਮ ਲਈ ਸੀ ਉੱਥੋਂ ਦੀ ਦੂਜਾ ਆਰਾਮ ਦੀ, ਤੇ ਮੈਂ ਨਾ ਕਾਸਮ ਨੂੰ ਇਹ ਗੱਲ ਆਖੀ, ਯਾਰ ਉਹਨੂੰ ਨਾਸਰ ਸ਼ਾਹ ਨੂੰ ਫੋਨ ਕਰ ਕਿ ਯਾਰ ਸਾਨੂੰ ਕਿਹੜੀ ਮੁਸੀਬਤ 'ਚ ਪਾਇਆ, ਸਾਨੂੰ 4 ਘੰਟੇ ਹੋ ਗਏ ਨੇ ਇੱਥੇ ਅਜੇ ਖਾਲੇ ਦੇ ਵਿੱਚ ਬਹਿ, ਤੇ ਖਾਲੇ 'ਚ ਹੀ ਮਰ ਜਾਵਾਂਗੇ ਇੱਥੇ। ਭਾਜੀ ਖਾਲੇ ਦੇ ਵਿੱਚ ਇਹਨਾਂ ਨਾ ਪਾਣੀ ਸੀ, ਹਾਂਜੀ, ਤੇ ਸਾਡੇ ਸਿਰ ਤਾਂ ਨਹੀਂ ਸੀ ਹੁੰਦੇ, ਐ ਕੋਡਿਆ ਕੁੱਕੜ ਹੀ ਬਣੇ ਰਹੇ ਵਿੱਚ ਉਹਦੇ 'ਚ ਖਾਲੇ 'ਚ। 4 ਘੰਟੇ ਖਾਲੇ 'ਚ ਬੈਠੇ ਰਹੇ। ਫਿਰ ਅਸੀਂ ਕਾਸਮ ਨੇ ਫੋਨ ਕੀਤਾ ਨਾਸਰ ਸ਼ਾਹ ਨੂੰ, ਜਿਹੜਾ ਸਾਡਾ ਏਜੰਟ ਸੀ, ਉਹਨੂੰ ਫੋਨ ਕੀਤਾ ਤੇ ਕਰਕੇ, ਤੇ ਅਸੀਂ ਹਟੇ ਹੀ ਹਾਂ। ਤਾਂ ਉਹਨੇ ਸਾਨੂੰ ਇਹ ਗੱਲ ਆਖੀ ਕਿ ਅਸੀਂ ਬੰਦਾ ਤੁਹਾਡੇ ਕੋਲ ਪਹੁੰਚ ਜਾਂਦਾ ਵਾ ਅੱਧੇ ਘੰਟੇ ਤੱਕ। ਤੇ ਮੈਂ ਉਹਨੂੰ ਯਾਰ ਇਹਨੂੰ ਇਹ ਵੀ ਗੱਲ ਆਖੀ, ਮੈਂ ਯਾਰ ਸਾਡੇ ਕੋਲ ਪਾਣੀ ਕੋਈ ਨਾ, ਤੇ ਉਹਨੂੰ ਆਖੀ ਪਾਣੀ ਲਈ ਜਾਵੇ। ਭਾਜੀ ਅਸੀਂ ਉਹ ਜਿਹੜਾ ਪਾਣੀ ਸੀ ਨਾ ਵਿੱਚ ਖਲੋਤਾ ਖਾਲੇ 'ਚ, ਹਾਂਜੀ, ਹੁਣ 4 ਘੰਟੇ ਦਾ ਇੱਕ ਤਾਂ ਪਿਆਸ ਲੱਗ ਹੀ ਜਾਂਦੀ ਹੈ, ਉਹ ਇੱਕ ਅਸੀਂ ਘੁੱਟ ਮੂੰਹ ਨੂੰ ਲਾਉਂਦੇ ਰਹੇ, ਲਾਉਣਾ ਪੈਂਦਾ। ਜ਼ਬਾਨ ਗਿੱਲੀ ਨਾ ਕਰੀ ਉਹਦਾ ਸਫ਼ਰ ਨਹੀਂ ਹੁੰਦਾ। ਹੁਣ ਗੰਦਾ ਤੇ ਗਦਲਾ ਪਾਣੀ ਸੀ, ਵਿੱਚ ਮੱਛਰ, ਵਿੱਚ ਮੱਖੀਆਂ, ਵਿੱਚ ਗੰਦ ਬਲਾਂ ਵੀ ਮਰਿਆ ਹੁੰਦਾ। ਇਹ ਜਦੋਂ ਇਹੋ ਜਿਹੇ ਸਫ਼ਰ ਤੇ ਜਾਈਏ ਨਾ, ਸਾਰੇ ਸੋਚ ਸਮਝ ਕੇ ਜਾਣਾ ਚਾਹੀਦਾ, ਪਰ ਇੱਥੇ ਸਾਨੂੰ ਸੋਚ ਆਉਂਦੀ ਹੀ ਨਹੀਂ ਗੀ। ਭੂਤ ਸਵਾਰ ਹੋਇਆ ਸੀ ਜਨਾਨ ਦਾ, ਇੱਥੇ ਸਾਨੂੰ ਭੂਤ ਸਵਾਰ ਹੋਇਆ ਸੀ। ਅਸੀਂ ਅਗਰ ਯਾਰ ਅਸੀਂ ਜਨਾਨ ਜਾਣਾ, ਅਸੀਂ ਅਮੀਰ ਹੋ ਜਾਣਾ ਮੈਂ ਦਿਨਾਂ ਦੇ ਵਿੱਚ ਹੀ। ਅੱਛਾ ਜੀ, ਉਹ ਭਾਜੀ ਗੱਡੀ ਆ ਗਈ, ਉਹਨੇ ਬੋਤਲਾਂ ਅੱਲਾ ਰੱਖੇ ਖਾਇਆ ਤੇ ਲਿਆਂਦੀਆਂ ਨਾਲ, ਲੀਟਰ ਸਾਦਾ ਬੋਤਲਾਂ ਲਿਆਂਦੀਆਂ, ਅਸੀਂ ਇੱਕ ਲੈ ਲਈ। ਉਹਨੇ ਸਾਨੂੰ ਉੱਥੋਂ ਕੱਢਿਆ ਬਾਹਰ, ਤੇ ਕੱਢ ਕੇ ਨਾ ਅੱਗੇ ਲੈ ਗਿਆ। ਇੱਦਾਂ ਨਾ ਕੋਠਾ ਜਿਹਾ ਇੱਕ ਬਾਹਰ ਬਣਿਆ ਸੀ, ਰਾਤ ਦਾ ਟਾਈਮ ਸੀ, ਉੱਥੇ ਸਾਨੂੰ ਨਾ ਜਾ ਕੇ ਉਹਨਾਂ ਡੱਕ ਦਿੱਤਾ ਕਿ ਯਾਰ ਅੱਗੇ ਖਤਰਾ ਬੜਾ ਵਾ,
ਤੇ ਤੁਸੀਂ ਇੱਥੇ ਬਵੋ। ਉਸ ਕੋਠੇ ਦੇ ਵਿੱਚ ਅਸੀਂ ਜੀ ਪੂਰੀਆਂ 2 ਦਿਹਾੜੀਆਂ ਕੋਠੇ ਦੇ ਵਿੱਚ ਹੀ ਰਹੇ ਹਾਂ। ਬਾਹਰ ਨਿਕਲਣ ਦੀ ਸਾਨੂੰ ਕੋਈ ਇਜਾਜ਼ਤ ਨਹੀਂ ਸੀ। ਉੱਥੇ ਸਾਨੂੰ ਪਾਣੀ ਦਿੰਦੇ ਸੀ, ਉੱਥੇ ਸਾਨੂੰ ਦਿਲ ਕੀਤਾ ਤੇ ਰੋਟੀ ਦੇ ਦਿੱਤੀ, ਨਹੀਂ ਕੀਤਾ ਤੇ ਨਾ ਸੀ। ਤਾਲਾ ਲਾ ਕੇ ਅਗਲੇ ਚਲੇ ਜਾਂਦੇ ਸੀ ਆਪਣੇ ਘਰਾਂ, ਉਹ ਵੀ ਕੋਠਿਆਂ ਜੰਗਲਾਂ ਦੇ ਵਿੱਚ ਹੀ। ਉਹ ਜੀ ਦੂਸਰੇ ਦਿਨ ਜੀ ਉੱਥੋਂ ਅਗਲੇ ਗੱਡੀ ਵਾਲੇ ਆਏ, ਉਹਨਾਂ ਨੇ ਸਾਨੂੰ ਉੱਥੋਂ ਬਾਹਰ ਕੱਢਿਆ। ਕੱਢ ਕੇ ਤੇ ਸਾਨੂੰ ਨਾ ਦੂਜਾ ਬਿਠਾਤਾ ਉਹਦੇ ਤੇ ਬੱਸ ਤੇ। ਉੱਥੇ ਜਾ ਕੇ ਉਹਨਾਂ ਨੇ ਸਾਨੂੰ ਪਾਸਪੋਰਟ ਦਿੱਤੇ ਅਗਲਿਆਂ ਬੰਦਿਆਂ ਨੇ, ਉਤੋਂ ਸਾਡੇ ਵੀ ਰਲ ਗਏ। ਉਹਨਾਂ ਨੇ ਸਾਨੂੰ ਨਾ ਬੱਸ 'ਚ ਬਿਠਾਤਾ ਜਿਹੜੀ ਤਹਿਰਾਨ ਜਾਣੀ ਸੀ। ਉਸ ਸ਼ਹਿਰ ਦਾ ਤਕਰੀਬਨ ਸਫ਼ਰ ਬਣਦਾ 13-14 ਘੰਟੇ ਦਾ ਬਣਦਾ। ਪੂਰਾ ਦਿਨ ਬੱਸ ਚੱਲੀ, ਰਾਤ ਚੱਲੀ, ਅਗਲੇ ਦਿਨ ਸਵੇਰ 6-7 ਵਜੇ ਅਸੀਂ ਪਹੁੰਚੇ ਸੀ ਤਹਿਰਾਨ। ਹਾਂ 14-15 ਘੰਟੇ ਦਾ ਸਫ਼ਰ ਹੈ। 18-19 ਭਾਜੀ ਉਹ ਸ਼ਹਿਰ ਤੋਂ ਲਾ ਕੇ ਨਾ ਜਿੱਥੋਂ ਸਾਡੇ ਪਾਸਪੋਰਟ ਮਿਲੇ ਬਣੇ ਸਾਨੂੰ ਮਿਲੇ ਨੇ, ਤੇ ਉੱਥੋਂ ਸਫ਼ਰ ਬਣਦਾ 14-15 ਘੰਟਿਆਂ ਦਾ ਉਸ ਬੱਸ ਦਾ। ਉਹਦੇ 'ਚ ਅਸੀਂ ਵੜ ਗਏ ਹਾਂ। ਉੱਥੇ 1-2 ਵਾਰੀ ਬੰਦੇ 'ਚ ਫੌਜ ਆਈ ਆਰਮੀ ਉਹਨਾਂ ਦੀ, ਇਰਾਨ ਵਾਲਿਆਂ ਦੀ। ਉਹਦੇ ਨਾਲ ਕੁੱਤੇ ਵੀ ਸਨ। ਉਹਨਾਂ ਨੇ ਸਾਨੂੰ ਚੈੱਕ ਚੁੱਕ ਕੀਤਾ ਸਾਡੇ ਪਾਸਪੋਰਟ, ਤੇ ਚੈੱਕ ਕਰਕੇ ਤੇ ਚਲੇ ਗਏ। ਉਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਤੇ ਉੱਥੋਂ ਅੱਲਾ ਰੱਖੇ ਖਾਰ ਤੇ ਅਸੀਂ ਇਰਾਨ ਪਹੁੰਚ ਗਏ, ਤਹਿਰਾਨ। ਅਸਾਂ ਵੀ ਤਹਿਰਾਨ ਪਹੁੰਚ ਗਏ। ਤੇ ਜਿੱਥੋਂ ਅਸੀਂ ਵਿਛੜੇ ਸਾਂ, ਜਿਹੜੇ ਸਾਡੇ ਭਾਈ ਵਿਛੜੇ, ਭਾਈ ਜ਼ਾਦ, ਭਾਈ ਕਾਸਮ, ਭਾਈ ਸਫਦਰ। ਹਾਂ ਕਾਸਮ ਮੇਰੇ ਨਾਲ ਸੀ, ਭਾਈ ਸਫਦਰ ਤੇ ਭਾਈ ਜ਼ਹਾਦ ਤੇ ਉਹ ਮੌਲਵੀ ਜਿਹਦੀ ਦਾੜੀ ਮੁੰਨੀ, ਇਹ ਸਾਡੇ ਜਾਂਦਿਆਂ ਨੂੰ ਉੱਥੇ ਮੌਜੂਦ ਸਨ। ਉਹ ਜਦੋਂ ਸਾਨੂੰ ਉਹਨੇ ਬੱਸ ਵਾਲੇ ਨੇ ਲਾਇਆ ਨਾ ਸੜਕ ਤੇ, ਸਾਡੇ ਜਾਂਦਿਆਂ ਸਾਰੇ ਅੱਗੇ ਵੈਗਨ ਖਲੋਤੀ ਸੀ, ਛੋਟੀ ਵੈਗਨ ਸੀ। ਉਹ 'ਚ ਸਾਨੂੰ ਉਹਨਾਂ ਨੇ ਭਾਇਆ, ਤੇ ਜਿੱਥੇ ਇਹਨਾਂ ਨੂੰ ਰੱਖਿਆ ਸੀ ਨਾ ਭਾਈ ਜ਼ਹਾਦ ਹੋਰਾਂ ਨੂੰ, ਅਸਾਂ ਵੀ ਉੱਥੇ ਚਲੇ ਗਏ। ਅਸੀਂ ਫਿਰ ਉੱਥੇ ਜਾ ਕੇ ਇਕੱਠੇ ਹੋ ਗਏ। ਭਾਜੀ ਉੱਥੇ ਗਏ ਆ, ਉਹ ਬੰਦਾ ਚੰਗਾ ਸੀ। ਹਾਂਜੀ ਉਹਨੇ ਸਾਨੂੰ ਰੋਟੀ ਪਾਣੀ ਖਵਾਇਆ, ਤੇ ਰੋਟੀ ਪਾਣੀ ਖਾ ਪੀ ਕੇ ਤੇ ਅਸੀਂ ਨਾ ਬੈਠੇ ਲੰਮੇ ਲੁੰਮੇ ਪਏ ਅਸੀਂ ਅੰਦਰ। ਉਹਨਾਂ ਆਖਿਆ ਆ ਜਾਓ ਬੱਚਿਓ, ਤੁਹਾਡਾ ਸਫ਼ਰ ਅਗਲਾ ਸ਼ੁਰੂ ਹੋ ਗਿਆ। ਉਹ ਭਾਈ ਜ਼ਾਦ ਔਰ ਤੁਹਾਨੂੰ ਉੱਥੋਂ ਪਰਨ ਨੂੰ ਖੜਿਆ ਸੀ, ਕਾਰ ਤੇ ਸਾਨੂੰ ਲੈ ਗਏ, ਤੁਸੀਂ ਉੱਥੇ ਰਹਿ ਗਏ। ਹਾਂ ਭਾਈ ਇਹਨਾਂ ਤਿੰਨਾਂ ਜਣਿਆਂ ਨੂੰ ਨਾ, ਭਾਈ ਜ਼ਹਾਦ ਨੂੰ, ਭਾਈ ਸਫਦਰ ਨੂੰ ਤੇ ਉਹ ਮੌਲਵੀ ਨੂੰ। ਨਹੀਂ ਸੀ ਸਾਡੇ ਨਾਲ, ਉਹ ਹੋਰ ਇੱਕ ਮੁੰਡਾ ਸੀਗਾ, ਕੀ ਉਹਦਾ ਨਾਮ, ਸਿਕੰਦਰਾ ਤੇ ਫਰਿਆਦ ਦੇ ਹਨ। ਉਹ ਸਿਕੰਦਰਾ ਸੀ ਇੱਕ ਮੁੰਡੇ ਦਾ ਨਾਂ, ਤੇ ਇੱਕ ਫਰਿਆਦ ਸੀ ਉਹ ਸਿਆਲਕੋਟ ਦਾ। ਵੀ ਸਾਡੇ ਯਾਰ ਬੇਲੀ ਬਣ ਗਏ। ਯਾਰ ਬੇਲੀ ਇਹਨਾਂ ਕੰਮਾਂ 'ਚ ਬੜੇ ਬਣਦੇ। ਜਦੋਂ ਕਰੀਏ ਨਾ ਸਫ਼ਰ, ਬਹੁਤ ਸਾਰੇ ਯਾਰ ਬੇਲੀ ਲੱਭ ਜਾਂਦੇ, ਕੋਈ ਚੰਗੇ ਵੀ ਲੱਭ ਜਾਂਦੇ, ਕੋਈ ਮੰਦੇ ਵੀ ਲੱਭ ਜਾਂਦੇ। ਉਹ ਬੰਦੇ ਚੰਗੇ ਸੀ, ਉਹ ਵੀ ਇਹਨਾਂ ਦੇ ਨਾਲ ਰਲ ਗਏ। ਇਹਨਾਂ ਦਾ ਸਫ਼ਰ ਸ਼ੁਰੂ ਹੋ ਜਾਓ। ਉੱਥੋਂ ਕਾਰ ਦੇ ਵਿੱਚ ਅਸੀਂ ਬਹਿਣਾ ਸੀ, ਤੇ ਕਾਰ 'ਚ ਉੱਥੇ ਇੰਝ ਬਿਠਾਉਂਦੇ ਨੇ, ਦੂਜਾ ਬੋਤਲਾਂ ਸ਼ੋਤਲਾਂ ਨਾਲ, ਬਿਸਕੁਟ ਨਾਲ, ਫਲਾਣੀ ਇੰਝ ਜਿਵੇਂ ਉਹ ਫੈਮਲੀ ਇੱਕ ਲੈ ਕੇ ਨਾ ਬੰਦਾ ਜਾ ਰਿਹਾ ਕਾਰ ਵਾਲਾ, ਕਿ ਇੰਝ ਵਿੱਚ ਬਹਿਣਾ। ਇਹ ਮਹਿਸੂਸ ਨਹੀਂ ਕਰਾਉਣਾ ਕੋਈ ਬਾਹਰ ਵੇਖਣ ਵਾਲਾ ਆਵੇ ਕਿ ਇਹ ਬੰਦੇ ਕਿਹੜੇ ਲਈ ਜਾਂਦਾ, 2 ਨੰਬਰ ਬੰਦੇ ਲਈ ਜਾਂਦਾ ਕਿ ਆਪਣੀ ਫੈਮਿਲੀ ਲਈ ਜਾਂਦਾ। ਇਹ ਉਹਨਾਂ ਦੇ ਮੁਤਾਬਕ ਸਾਨੂੰ ਚੱਲਣਾ ਪੈਂਦਾ ਬੱਸ ਕਾਰ ਦੇ ਵਿੱਚ। ਉਹਨਾਂ ਨੇ ਬਿਸਕੁਟ ਦੇ ਡੱਬੇ ਅੱਗੇ ਖੋਲ੍ਹ ਦਿੱਤੇ, ਉਹ ਖਾਂਦੇ ਪੀਂਦੇ ਰਹੇ। ਇਹ ਚੱਲ ਗਏ। ਅਗਲੇ ਦਿਨ ਸਾਡੀ ਵਾਰੀ ਆਈ, ਅਸੀਂ ਵੀ ਇੱਦਾਂ ਹੀ ਕੀਤਾ। ਉਤੋਂ ਜੀ ਉਹ ਤਹਿਰਾਨ ਤੋਂ ਲੱਗ ਕੇ ਤੇ ਤਬਰੇਜ਼ ਰਾਹ ਦੇ ਵਿੱਚ ਮੁਲਕ ਇੱਕ ਸ਼ਹਿਰ ਆਉਂਦਾ ਵਾ, ਬੜਾ ਪਿਆਰਾ ਤੇ ਖੂਬਸੂਰਤ ਸ਼ਹਿਰ ਆ, ਜਿਹੜਾ ਲੋਕੀ ਵੇਖਣ ਜਾਂਦੇ ਨੇ ਇੰਨੇ ਪੈਸੇ ਲਾ ਕੇ। ਉਹ ਅਸਾਂ ਜੀ ਕਾਰਾਂ ਦੇ ਵਿੱਚ 10-20 ਹਜ਼ਾਰ 'ਚ ਵੇਖਿਆ ਤਬਰੇਜ਼। ਤੇ ਵਿੱਚ ਬੜੀ ਇੱਕ ਵੱਡੀ ਸਾਰੀ ਬੜੀ ਖੂਬਸੂਰਤ ਸੁਰੰਗ ਵੀ ਆਉਂਦੀ ਹੈ, ਜਿਹਦੇ 'ਚ ਲਾਈਟਾਂ ਬੜੀਆਂ ਖੂਬਸੂਰਤ ਲੱਗੀਆਂ ਨੇ। ਇੱਦਾਂ ਹੀ ਵੇਖੀ ਸੀ ਨਾ ਸੁਰੰਗ, ਆਈ ਸੀ ਨਾ ਤਬਰੇਜ਼ ਤੋਂ ਪਿੱਛੇ। ਹਾਂ ਹਾਂ ਅੱਛਾ, ਉਹ ਜੀ ਸਫ਼ਰ ਇੱਦਾਂ ਸਾਨੂੰ ਕਰਾਉਂਦੇ ਵਿੱਚ। ਉਹਨਾਂ ਨੂੰ ਕਾਰ ਵਾਲੇ ਨਾ ਮਨਾ ਵੀ ਕਰਦੇ, ਉਹ ਕਾਰ ਅੱਗੋਂ ਨਾਲ ਚੈੱਕ ਪੋਸਟ ਕਈ ਆਉਂਦੀਆਂ ਰਹੀਆਂ ਨੇ, ਅੱਗੋਂ ਉਹਨਾਂ ਨੂੰ ਹੱਥ ਦਿੰਦੇ ਰਹੇ। ਉਹ ਨਹੀਂ ਖਿਲਾਰਦੇ ਖਰੂਦਦੇ ਕੋਈ ਨਹੀਂ। ਉਹਨਾਂ ਦੀ ਰਫ਼ਤਾਰ ਹੀ ਇੰਨੀ ਕੁ ਹੁੰਦੀ ਹੈ ਕਾਰਾਂ ਦੀ, ਅਗਲੇ ਭਜਾ ਭਜੂ ਕੇ ਰਸ਼ ਦੇ ਵਿੱਚ ਲੈ ਲੂ ਜਾਂਦੇ। ਪਤਾ ਕਿ ਜੀ ਅਸੀਂ ਰੋਮੀਓ ਸ਼ਹਿਰ ਇੱਦਾਂ ਹੀ ਆ, ਸਲਮਾਸ ਬਾਰਡਰ ਕੋਲ ਚਲ ਗਏ। ਸਲਮਾਤ ਬਾਰਡਰ ਰੋਮੀਓ ਸ਼ਹਿਰ ਦੇ ਕੋਲ, ਜਿਹੜਾ ਬਾਰਡਰ ਹੈ ਤੁਰਕੀ, ਜਿੱਥੋਂ ਐਂਟਰ ਹੋਣਾ, ਜਿੱਥੋਂ ਤੁਰਕੀ ਦੇ ਨਾਲ ਉਹ ਰੋਮੀਓ ਸ਼ਹਿਰ ਲੱਗਦਾ ਇਰਾਨ ਦਾ। ਤਲਮਾਸ ਇੱਕ ਬਾਰਡਰ ਆਉਂਦਾ ਵਾ ਤੇ ਇੱਕ ਰੋਮੀਓ ਸ਼ਹਿਰ ਆਉਂਦਾ, ਸਲਮਾਸ ਬਾਰਡਰ। ਅੱਛਾ, ਸਲਮਾਸ ਬਾਰਡਰ ਵੱਲੋਂ ਭਾਈ ਜ਼ਹਾਦਰ ਗਏ ਨੇ 3 ਜਣੇ, ਤੇ ਅਸੀਂ ਰੋਮੀਓ ਸ਼ਹਿਰ ਗਏ ਹਾਂ। ਇਹ ਵੀ ਨਾਲ ਇੰਝ ਹੀ ਲੱਗਦਾ ਜਿਵੇਂ ਸਾਨੂੰ ਲਾਹੌਰ ਬਾਰਡਰ ਇੰਡੀਆ ਦੇ ਨਾਲ ਲੱਗਦਾ।
ਇੰਜ ਉਹਨਾਂ ਦੇ ਤੁਰਕੀ ਦੇ ਨਾਲ ਇਹ ਸ਼ਹਿਰ ਆ ਰੂਮੀਓ, ਹਾਂਜੀ, ਵਿੱਚ ਇੱਕ ਪਹਾੜੀ ਸਿਲਸਿਲਾ ਵਾ, ਉਹ ਕ੍ਰਾਸ ਕਰਕੇ ਤੇ ਬਾਰਡਰ ਕ੍ਰਾਸ ਕਰਨਾ ਪੈਂਦਾ। ਉਸ ਕਾਰ ਵਾਲੇ ਨੇ ਭਾਜੀ ਸਾਨੂੰ ਰਾਤ ਨੂੰ 12 ਵਜੇ ਲਾਇਆ, ਰਾਤ ਦੇ 12 ਵਜੇ ਏਦਾਂ ਹੀ। ਉੱਥੇ ਜਦੋਂ ਅਸੀਂ ਉਤਰੇ ਆ ਨਾ ਤੇ ਅੱਗੇ ਇੱਕ ਕਾਰ ਵਾਲਾ ਬੰਦਾ ਖਲੋਤਾ ਕਾਰ ਲੈ ਕੇ, ਤੇ ਉਹ ਕਾਰ ਦੇ ਵਿੱਚ ਸਾਨੂੰ ਬਿਠਾ ਕੇ ਨਾ ਆਪਣੇ ਮਕਾਨ ਦੇ ਵਿੱਚ ਲੈ ਗਿਆ। ਉਸ ਮਕਾਨ ਵਾਲੇ ਬੰਦੇ ਦਾ ਨਾਂ ਸੀ ਸਿਕੰਦਰ, ਬਹੁਤ ਵੱਡਾ ਏਜੰਟ ਆ ਏਦਾਂ ਹੀ। ਸਿਕੰਦਰ ਉਸ ਬੰਦੇ ਦਾ ਨਾਂ ਜੀ। ਉੱਥੇ ਚਲ ਗਏ, ਏਦਾਂ ਤਹਿਖਾਨਾ ਸੀ, ਉੱਥੇ ਜਾ ਕੇ ਨਾ ਕਲੀਨ ਏਦਾਂ ਵਿਛਿਆ ਤੇ ਲੰਮੇ ਪੈ ਗਏ। ਸਾਡੇ ਜਾਣ ਤੋਂ ਪਹਿਲਾਂ ਵੀ ਉੱਥੇ ਤੁਹਾਡੀ ਮੁਲਾਕਾਤ ਹੋਈ, ਭਾਈ ਜ਼ਾਦਰ ਵੀ ਉੱਥੇ ਹੀ ਸਨ, ਇਹ ਉੱਥੇ ਸਾਡੇ ਜਾਣ ਤੋਂ ਪਹਿਲੇ ਮੌਜੂਦ ਸਨ। ਤੇ ਉਹ ਅਸੀਂ ਰਾਤਾਂ ਤਕਰੀਬਨ 3 ਕੁ ਰਾਤਾਂ ਰਹੇ, 3 ਕੁ ਰਾਤਾਂ ਰਹੇ। ਉਦਾਂ ਨਹੀਂ ਨਿਕਲ ਗਏ ਸੀ ਮੈਂ ਤੇ ਸਭ। ਇਹ ਸਾਡੇ ਤੋਂ ਪਹਿਲੇ ਚਲੇ ਗਏ ਨੇ, ਅਸਾਂ ਉੱਥੇ ਬੈਠੇ ਰਹੇ ਹਾਂ, ਛਾਪੇ ਛੁਪੇ ਪੈਂਦੇ ਰਹੇ ਹਾਂ। ਪੈਂਦੇ ਸੀ ਉੱਥੇ ਵੀ ਉਹਨਾਂ ਦੀ ਕੋਠੀ ਦੇ ਵਿੱਚ ਹੀ ਪੁਲਿਸ ਵਾਲਿਆਂ ਦੇ, ਪਰ ਉਹ ਸਾਨੂੰ ਨਾ, ਅਸੀਂ ਥੋੜੇ ਬੰਦੇ ਹੁੰਦੇ ਸਾਂ ਆਪਣੀ ਫੈਮਿਲੀ ਦੇ ਵਿੱਚ, ਸਾਨੂੰ ਨਾ ਉੱਪਰ ਲੈ ਜਾਂਦੇ ਸੀ। ਉੱਥੇ ਉੱਪਰ ਹੁੰਦੀਆਂ ਸੀ ਉਹਨਾਂ ਦੀਆਂ ਕੁੜੀਆਂ ਵਿੱਚ ਤੇ ਉਹਨਾਂ ਦੀਆਂ ਔਰਤਾਂ ਵਿੱਚ ਸਾਰੀਆਂ, ਤੇ ਉਹ ਸਾਨੂੰ ਵਿੱਚ ਬਿਠਾ ਦਿੰਦੇ ਆ ਜਿਵੇਂ ਫੈਮਿਲੀ ਮੈਂਬਰ ਨੇ। ਤੇ ਉਹ ਫਿਰ ਪੁਲਿਸ ਬਾਹਰੋਂ ਵੇਖ ਕੇ ਝਾੜੀਆਂ ਝੂਟੀਆਂ ਮਾਰ ਕੇ ਚੱਲ ਜਾਂਦੀ ਸੀ, ਉੱਤੇ ਨਹੀਂ ਸੀ ਆਉਂਦੀ। ਫਿਰ ਚੱਲ ਜਾਣਾ, ਫਿਰ ਸਾਨੂੰ ਨਾ ਤਹਿਖਾਨੇ 'ਚ ਵਾੜ ਦੇਣਾ। ਤੇ ਉਹਨਾਂ ਦਾ ਤਾਂ ਕਈ ਕਾਰੋਬਾਰ ਆ, ਉਹ ਇਹਨਾਂ ਚੀਜ਼ਾਂ ਨੂੰ ਮਹਿਸੂਸ ਹੀ ਨਹੀਂ ਕਰਦੇ ਕਿ ਗੈਰ ਬੰਦਾ ਸਾਡੀਆਂ ਔਰਤਾਂ 'ਚ ਕਿਉਂ ਬੈਠਾ। ਉਹ ਵੀ ਭਾਜੀ ਕੋਈ ਟੁਕੜੇ ਸਾਨੂੰ ਆਪਣੇ ਖਾਧੇ ਪੀਤੇ ਟੁਕੜੇ ਸਾਨੂੰ ਦਿੰਦੇ ਸੀ ਰੋਟੀ ਪਾਣੀ ਦੇ, ਹੈਂ, ਤੇ ਉਹ ਅਸੀਂ ਖਾ ਪੀ ਕੇ ਤੇ ਸੌ ਜਾਂਦੇ ਹਾਂ, ਲੰਮੇ ਪੈ ਜਾਂਦੇ ਹਾਂ। ਤੇ ਘਰੋਂ ਫੋਨ ਸੁਣਾਉਂਦਾ ਸੀ, ਤੇ ਉਹਨਾਂ ਨੂੰ ਇਹ ਗੱਲ ਦੱਸੀ ਕਿ ਅਸੀਂ ਬੜੇ ਈਜ਼ੀ ਤਰੀਕੇ ਨਾਲ ਜਾ ਰਹੇ ਹਾਂ। ਜਿਉਂ ਅਸੀਂ ਉਹਨਾਂ ਨੂੰ ਇਹ ਗੱਲ ਆਖੀਏ ਕਿ ਸਾਡੇ ਨਾਲ ਰਾਹ 'ਚ ਇੰਝ ਹੋਇਆ ਤੇ ਫਲਾਣ ਹੋਇਆ ਤੇ ਆਹ ਹੋਇਆ, ਤੇ ਅਸੀਂ ਵੀ ਪਰੇਸ਼ਾਨ ਤੇ ਘਰ ਦੇ ਵੀ ਪਰੇਸ਼ਾਨ। ਕਿਉਂ ਭਾਈ ਸਾਹਿਬ ਏਦਾਂ ਹੀ ਅਸਾਂ ਘਰਦਿਆਂ ਨੂੰ ਕੋਈ ਗੱਲ ਨਹੀਂ ਦੱਸੀ ਜੋ ਸਾਡੇ ਨਾਲ ਬੀਤਿਆ, ਜੋ ਕੁਝ ਹੋਇਆ ਸਾਡੇ ਨਾਲ, ਜਿਵੇਂ ਅਸੀਂ ਮੁਸ਼ਕਲਾਂ ਦੇ ਨਾਲ ਉੱਥੇ ਤੱਕ ਪਹੁੰਚੇ, ਕੋਈ ਗੱਲ ਦੱਸੀ ਨਹੀਂ। ਉੱਥੇ ਜਾ ਕੇ ਨਾ ਜੀ ਸਾਡੀਆਂ ਉਹਨਾਂ ਨੇ ਸਿਮਾਂ ਖੋਲੀਆਂ, ਸਾਡੇ ਮੋਬਾਇਲ ਉਹਨਾਂ ਨੇ ਖੋਲੇ ਉਸ ਸਿਕੰਦਰ ਨੇ, ਤੇ ਉਹਨਾਂ ਕਿ ਇਹ ਨਹੀਂ ਅੱਗੇ ਲੈ ਕੇ ਜਾਣਾ। ਤੇ ਉਹਨੇ ਸਾਨੂੰ ਡਾਲੇ ਦੇ ਵਿੱਚ ਬਹਾਇਆ 3 ਦਿਨਾਂ ਬਾਅਦ। 3 ਦਿਨ ਅਸੀਂ ਉੱਥੇ ਰਹੇ। 3 ਦਿਨ ਪਹਿਲਾਂ ਸਾਨੂੰ ਨਾ ਉੱਥੇ ਫੋਨ ਆਉਂਦੇ ਰਹੇ ਘਰਾਂ ਦੇ, ਪਹਿਲੇ ਵਿਚਾਰੇ 100 ਰੁਪਇਆ 200 ਰੁਪਇਆ ਪਾ ਕੇ ਤੇ ਸਾਨੂੰ ਫੋਨ ਕਰ ਲੈਂਦੇ ਕਿ ਸਾਡੇ ਮੁੰਡੇ ਕਿੱਥੇ ਕੁ ਨੇ, ਹੈਂ। ਉਹ ਬਾਬਾ ਜੀ ਜਦੋਂ ਫੋਨ ਕਰਕੇ ਹਟੀਦਾ ਸੀ ਨਾ, ਤੇ ਰਜ਼ਾਈਆਂ ਉੱਤੇ ਲਾ ਕੇ ਤੇ ਵਿੱਚ ਰੋਣ ਇੰਨਾ ਆਉਂਦਾ ਨਾ, ਤੇ ਉਹ ਕੁਝ ਉਦੋਂ ਹੀ ਬੰਦਾ ਸਮਝ ਸਕਦਾ ਕਿ ਯਾਰ ਮੈਂ ਕੀ ਕਰ, ਮੈਂ ਕਿੱਥੇ ਕੀ ਛੱਡ ਕੇ ਆਇਆ। ਇਹਦੇ ਨਾਲ ਤੇ ਉਹ ਪਾਕਿਸਤਾਨ ਹੀ ਚੰਗਾ। ਯਾਰ ਇੰਨੇ ਡੇਂਜਰਸ ਰਸਤੇ, ਇੰਨਾ ਕੁਝ ਰਾਹ ਦੇ ਵਿੱਚ ਹੋਇਆ, ਇੰਨਾ ਕੁਝ ਰਾਹ ਦੇ ਵਿੱਚ ਵੇਖਿਆ, ਉਹਦੇ ਬਾਵਜੂਦ ਵੀ ਇਹ ਬੰਦੇ ਨੂੰ ਸਭ ਕੁਝ ਕਰਨਾ ਪੈਂਦਾ। ਜੇ ਉਹਨਾਂ ਨੂੰ ਅਸੀਂ ਆਖੀਏ ਨਾ ਅੱਗੇ ਜਾ ਕੇ ਵੀ ਯਾਰ ਅਸੀਂ ਗਾਂਹ ਨਹੀਂ ਜਾਣਾ, ਗਾਂਹ ਤੇ ਮੌਤ ਆ ਤੇ ਫਲਾਣ ਫਲਾਣ, ਉਹ ਆਂਦੇ ਨੇ ਗਾਂਹ ਤੁਹਾਡੀ ਜ਼ਿੰਦਗੀ ਆ, ਪਿੱਛੇ ਮੌਤ ਆ। ਉਹ ਆਹ ਲਫ਼ਜ਼ ਕਹਿੰਦੇ ਆ, ਤੁਹਾਨੂੰ ਮਾਰ ਦਿੰਦੇ, ਤੁਹਾਨੂੰ ਸੁੱਟ ਦਿੰਦੇ, ਤੁਹਾਡੀਆਂ ਲਾਸ਼ਾਂ ਵੀ ਨਹੀਂ ਘਰ ਪਹੁੰਚਣੀ। ਅੱਤਾ ਕਿ ਜੀ ਉਸ ਭਾਈ ਸਿਕੰਦਰ ਜਿਹੜਾ ਸਾਡਾ ਏਜੰਟ ਸੀ, ਉਹਨੇ ਸਾਨੂੰ ਰਾਤ ਨੂੰ ਨਾ ਸ਼ਾਮ ਵੇਲੇ ਡਾਲੇ 'ਚ ਪਾਇਆ, ਡਾਲੇ ਦੇ ਉੱਤੇ ਤਰਪਾਲ ਪਾਤੀ ਆ। ਅਸੀਂ 16 ਬੰਦੇ ਸਾਂ, ਕੁਝ ਹੋਰ ਵੀ ਪਹਿਲੇ ਹੀ ਉਹਦੇ ਕੋਲ ਬੰਦੇ ਮੌਜੂਦ, ਜਦੋਂ ਇੱਦਾਂ ਦੇ ਕੋਈ ਏਜੰਟ ਹੁੰਦੇ ਨਾ ਉਹਨਾਂ ਕੋਲ ਪਹਿਲੇ ਵੀ ਬੰਦੇ ਬੈਠੇ ਹੁੰਦੇ ਉੱਥੇ, ਉਹਨਾਂ ਕੋਲ ਮੌਜੂਦ ਹੁੰਦੇ ਪਹਿਲੇ ਅਗਾਂਹ ਜਾਣ ਵਾਸਤੇ, ਬਾਰਡਰ ਕ੍ਰਾਸ ਕਰਨ ਵਾਸਤੇ। ਉਹਨੇ ਸਾਡੇ ਕੋਲ ਜੀ 5-5 ਹਜ਼ਾਰ ਰੁਪਇਆ ਲਿਆ ਏਜੰਟ ਨੇ। ਉਹਨੇ ਕਿਹਾ ਤੁਹਾਨੂੰ ਮੈਂ ਲਿਆ ਕੇ ਦੇਵਾਂ ਕਰੰਸੀ। ਕਿਉਂ ਜੀ? ਉਹ ਤੋਂ ਜੀ ਕਰੰਸੀ ਚੇਂਜ ਕਰ ਦੇ ਕਿ ਤੁਹਾਨੂੰ ਹੈਗਾ ਮਸਲਾ ਨਾ ਬਣੇ। ਅਸਾਂ ਜਿਹੜੇ ਸਾਡੇ ਕੋਲ ਪੈਸੇ ਆਏ ਸੀ ਅਸੀਂ ਉਹਨੂੰ ਦੇ ਦਿੱਤੇ। ਸਾਨੂੰ ਨਹੀਂ ਪਤਾ ਕਿ ਉਹ ਕਿੰਨੀ ਕੁ ਸਾਨੂੰ ਉਹਨੇ ਲਿਆ ਕੇ ਦਿੱਤੀ ਹੈ, ਜਿਹੜੀ ਸਾਨੂੰ ਉਹਨਾਂ ਲਿਆ ਕੇ ਦੇਣੀ ਸੀ। ਅਸੀਂ ਕਿਹੜਾ ਬਾਹਰ ਨਿਕਲਣਾ ਸੀ, ਜਾਂ ਅਸੀਂ ਕਿਹੜਾ ਕੁਝ ਉਹਨਾਂ ਨੂੰ ਕਹਿ ਸਕਦੇ ਕਿ ਸਾਨੂੰ ਇੰਨੀ ਕੁ ਕਰੰਸੀ ਲਿਆ ਕੇ ਦਿਓ ਜੀ। ਉਹਨਾਂ ਸਾਨੂੰ ਜਿੰਨੇ ਪੈਸੇ ਲਿਆ ਕੇ ਦਿੱਤੇ ਅਸੀਂ ਚੁੱਪ ਕਰਕੇ ਜੇਬ 'ਚ ਪਾ ਲਏ।
ਤੁਮਣ ਸ਼ੁਮਣ ਜੋ ਕੁਝ ਵੀ ਆ ਜੋ ਇਰਾਨ ਦੀ ਕਰੰਸੀ ਆ। ਅਗਾਂ ਫਿਰ ਉਹ ਇਰਾਨ ਦੀ ਦੇ ਕੇ ਤੇ ਅਗਾਂ ਫਿਰ ਉਹ ਲੈ ਲਈ ਦੂਸਰੀ ਤੁਰਕੀ ਦੀ ਕੀ ਉਹਨੂੰ ਆਂਦੇ ਹਾਂ ਤੁਰਕੀ ਲੀਰਾ। ਉਹ ਤੁਰਕੀ ਦੀ ਜਿਹੜੀ ਕਰੰਸੀ ਅਸੀਂ ਉਥੋਂ ਚੇਂਜ ਕਰਾ ਲਈ, ਕਰਾ ਕਰੂ ਕੇ ਤੇ ਸ਼ਾਮ ਵਾਲੇ ਉਹਨਾਂ ਸਾਨੂੰ ਡਾਲੇ 'ਚ ਕੱਢਿਆ। ਉਹਨਾਂ ਕਿਹਾ ਜੀ ਅਸੀਂ ਪੁੱਛਿਆ ਇੱਥੋਂ ਕਿੰਨਾ ਕੁ ਦੂਰ ਬਾਰਡਰ ਆ। ਉਹਨਾਂ ਕਿਹਾ ਸਾਡੀ ਗੱਲ ਹੋ ਗਈ ਆ, ਕੋਈ ਟੈਨਸ਼ਨ ਨਹੀਂ, ਤੁਸੀਂ ਪਰੇਸ਼ਾਨ ਨਹੀਂ ਹੋਣਾ। ਉਹ ਬਾਬਾ ਜੀ ਇਹ ਗੱਲ ਹੀ ਕਰਦੇ ਆ ਕਿ ਪਰ ਤੁਸੀਂ ਪਰੇਸ਼ਾਨ ਨਹੀਂ ਹੋਣਾ। ਸੱਚੀ ਗੱਲ ਤਾਂ ਕਿਸੇ ਨੂੰ ਦੱਸਦੇ ਹੀ ਨਹੀਂ ਕਿ ਜਦੋਂ ਭਾਜੀ ਅਸੀਂ ਉਹ ਤੋਂ ਬਾਹਰ ਨਿਕਲੇ ਨਾ ਡਾਲੇ ਦੇ ਵਿੱਚ, ਜਦੋਂ ਬੈਠੇ ਆ ਅਸੀਂ ਤੇ ਅਗਾਂ ਪਹਾੜਾਂ ਜੰਗਲਾਂ ਦੇ ਵਿੱਚ ਸਾਨੂੰ ਲੈ ਗਿਆ। ਇੰਨੇ ਨੇ ਦੁਸ਼ਵਾਰ ਗੁਜ਼ਾਰ ਰਾਹ ਦੇ ਵਿੱਚ ਰਸਤੇ ਆਉਂਦੇ ਰਹੇ ਨਾ ਕਿ ਕੁਝ ਨਾ ਪੁੱਛੋ ਯਾਰ। ਤੇ ਉਹ ਇੰਨੀ ਸਪੀਡ ਨਾਲ ਡਾਲਾ ਭਜਾਉਂਦੇ ਨਾ ਤੇ ਪਿੱਛੋਂ ਭਾਵੇਂ ਜੋ ਮਰਜ਼ੀ ਕੋਈ ਡਿੱਗਦਾ ਡਿੱਗੇ, ਕੋਈ ਮਰਦਾ ਮਰੇ, ਜੋ ਹੁੰਦਾ ਹੋਵੇ। ਅਸੀਂ ਮੁੰਡੇ ਨਾਲ ਡਾਲੇ ਦੇ ਵਿੱਚ ਰੌਲਾ ਪਾਉਂਦੇ ਸੀ ਕਿ ਯਾਰ ਮੇਰਾ ਫਲਾਣੇ ਨਾਲ ਸਿਰ ਵੱਜ ਗਿਆ, ਮੇਰਾ ਗਲਾਰ ਨਾਲ ਸਿਰ ਵੱਜ ਗਿਆ, ਮੇਰੇ ਨਾਲ ਆਹ ਮਾਰ ਵੱਜ ਗਿਆ। ਤੇ ਉਹ ਜਦੋਂ ਉੱਤਰ ਕੇ ਤੇ ਭੈਣ ਮਾਰਨ ਲੱਗ ਪੈਂਦੇ, ਡਾਂਗਾਂ ਨਾਲ ਸੋਟਿਆਂ ਨਾਲ ਮਾਰਨ ਲੱਗ ਪਏ। ਤੁਸੀਂ ਉੱਚੀ ਉੱਚੀ ਰੌਲਾ ਕੇ ਪਾਉਂਦੇ ਜੀ, ਚੁੱਪ ਕਰਕੇ ਪਾਓ। ਉੱਥੇ ਭਾਜੀ ਫਿਰ ਚੁੱਪ ਕਰਕੇ ਬਹਿਣਾ ਪੈਂਦਾ। ਤੇ ਉਹ ਤੋਂ 3-4 ਘੰਟਿਆਂ ਬਾਅਦ ਨਾ ਜੀ ਉਹਨੇ ਸਾਨੂੰ ਨਾ ਏਦਾਂ ਪਹਾੜੀ ਇਲਾਕਾ, ਪਹਾੜੀ ਸਿਲਸਿਲਾ ਸੀ। ਹੁਣ ਸਾਨੂੰ ਕੀ ਪਤਾ ਇਹ ਬਾਰਡਰ ਕਿੰਨਾ ਕੁ ਦੂਰ ਰਹਿੰਦਾ। ਉਹਦੇ ਕੋਲ ਨਾ ਸਾਨੂੰ ਉਹਨੇ ਲਾ ਦਿੱਤਾ ਜਾ ਕੇ। ਅਸੀਂ ਅਜੇ ਉਤਰੇ ਹੀ ਹਾਂ, ਰਾਤ ਦਾ ਟਾਈਮ ਸੀ, 9 ਤੱਕ ਟਾਈਮ ਹੋਣਾ। ਤੇ ਅਸੀਂ ਉਤਰੇ ਹੀ ਹਾਂ 15-16 ਜਣੇ। ਕੁਝ ਸਾਡੇ ਨਾਲ ਇੰਡੀਆ ਦੇ ਕੋਈ 2-4 ਬੰਦੇ ਸੀ, ਕੋਈ 2-4 ਬੰਗਲਾਦੇਸ਼ ਦੇ ਸੀ, ਉਹ ਅਸੀਂ ਸਾਂ 3-4 ਪਾਕਿਸਤਾਨੀ। ਅੱਤਾ ਕਿ ਮਿਲ ਮਿਲਾ ਕੇ ਨਾ 16 ਕੁ ਬੰਦੇ ਬਣਦੇ। ਕੋਈ ਅਫਗਾਨੀ ਨਹੀਂ ਸੀ ਨਾਲ। ਅਫਗਾਨੀ ਜ਼ਿਆਦਾ ਕਰ ਅਫਗਾਨੀ ਜਿਹੜੇ ਨੇ ਇਹ ਬੰਦੇ ਬਹੁਤ ਇਹੋ ਜਿਹੇ ਕੰਮ ਕਰਦੇ ਆ। ਅਫਗਾਨੀ ਤੇ ਸਿਆਲਕੋਟ ਵਾਲੇ ਬੰਦੇ। ਸਿਆਲਕੋਟ ਗੁਜਰਾਤ। ਹਾਂ, ਸਿਆਲਕੋਟ ਗੁਜਰਾਤ, ਵਜ਼ੀਰਾਬਾਦ, ਗੁਜਰਾਂਵਾਲਾ, ਇਹ ਬੰਦੇ ਬਹੁਤ ਜ਼ਿਆਦਾ ਉਧਰ ਜਾਂਦੇ ਆ। ਹੁਣ ਅਸੀਂ ਤਾਂ ਪਹਿਲੀ ਵਾਰੀ ਗਏ, ਸਾਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ ਸੀ। ਅੱਛਾ ਜੀ, ਉਹ ਜਦੋਂ ਨਾ ਉਹਨੇ ਸਾਨੂੰ ਜੰਗਲਾਂ ਵਿੱਚ ਜਾ ਕੇ ਲਾਇਆ, ਉਹਨਾਂ ਅੱਗੇ 2 ਘੋੜੀਆਂ ਵਾਲੇ ਸੀ। ਉਹਨਾਂ ਨੇ ਵਰਦੀ ਬੜੀ ਨਾ ਡੇਂਜਰਸ ਜਿਹੀ ਕਿਸਮ ਦੀ ਉਹਨੇ ਵਰਦੀ ਪਾਈ ਸੀ, ਕਾਲੇ ਜਿਹੇ ਰੰਗ ਦੀ। ਤੇ ਪਲਾਸ ਇੱਧਰ ਵੀ ਵੱਜਾ, ਕੋਈ ਕਤੀਰੇ ਵਾਵਾ ਸਮਾਨ ਨਾਲ ਉਹਨਾਂ ਨੇ ਬੰਨਿਆ ਨਾਲ। ਹਾਂਜੀ, ਤੇ ਨਾਲ 2 ਘੋੜੀਆਂ ਸੀ। ਉਹ ਸਾਡੀ ਇੱਦਾਂ ਉਹਨਾਂ ਲੈਣ ਬਣਾਤੀ, ਸਾਨੂੰ ਉਹਨਾਂ ਰੁਕਣ ਨਹੀਂ ਦਿੱਤਾ। ਇੰਝ ਸਾਡੀ ਉਹਨਾਂ ਲੈਣ ਬਣਾ ਲਈ। ਲੈਣ ਦੇ ਵਿੱਚ ਲੱਗ ਗਏ, ਇੱਕ ਘੋੜੀ ਵਾਲਾ ਪਿੱਛੇ ਹੁੰਦਾ ਸੀ ਤੇ ਇੱਕ ਘੋੜੀ ਵਾਲਾ ਅੱਗੇ ਹੁੰਦਾ। ਉਹਨਾਂ ਨੇ ਸਾਨੂੰ ਕੋਈ ਘੰਟਾ ਕੁ ਸਫ਼ਰ ਕਰਾਇਆ। ਉਹਨਾਂ ਨੇ ਪਹਾੜੀਆਂ ਦੇ ਕਦੀ ਤਾਂ ਚੜਾ ਲੈਂਦੇ, ਕਦੀ ਠਾਂ ਲਾ ਲੈਂਦੇ, ਕਦੀ ਕਾਂ, ਕਦੀ ਵਿੱਚ ਨਦੀ ਨਾਲੇ ਆ ਜਾਂਦੇ, ਉਹ ਵੀ ਕ੍ਰਾਸ ਕਰਨੇ ਪੈਂਦੇ ਸੀ। ਤੇ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਥੱਕ ਗਿਆ, ਮੇਰੇ ਕੋਲ ਸਫ਼ਰ ਨਹੀਂ ਸੀ ਹੁੰਦਾ ਹੈਂ, ਤੇ ਉਹਨੂੰ ਬਹੁਤ ਜ਼ਿਆਦਾ ਉਹਦੇ ਤੇ ਤਸ਼ੱਦਦ ਕਰਦੇ ਸੀ, ਉਹਨੂੰ ਮਾਰਦੇ ਸੀ। ਹਾਂਜੀ, ਉਹਨਾਂ ਕੋਲ ਸੋਟੇ ਵੀ ਹੁੰਦੇ, ਸੋਟਿਆਂ ਦੇ ਨਾਲ ਲੱਤਾਂ ਦੇ ਪਿੰਨੀਆਂ ਦੇ ਉੱਤੇ ਨਾ, ਪਿੰਨੀਆਂ ਦੇ ਉੱਤੇ ਡੰਡੇ ਮਾਰਦੇ ਤੇ ਚੁੱਕ ਚੁੱਕ ਕੇ ਜਿਵੇਂ ਖਿੱਦੂ ਨਹੀਂ ਆ ਥੱਲੇ ਸੁੱਟੀ ਦਾ, ਐਵੇਂ ਚੁੱਕ ਕੇ ਬੰਦੇ ਨੂੰ ਥੱਲੇ ਮਾਰਦੇ ਕਿ ਤੁਸੀਂ ਇਹ ਜਾਂ ਗਾਂਹ ਜਾਣਾ ਜਾਂ ਪਛਾਂ ਜਾਓ। ਪਛਾਂ ਜਾਣਾ ਤੇ ਮਰਨਾ ਹੀ ਜੇ। ਮੌਲਵੀ ਜਿਹੜਾ ਸੀ ਨਾ ਸਾਡੇ ਨਾਲ, ਉਹ ਵਿਚਾਰਾ ਬਹੁਤ ਹੀ ਨਾ ਉਹਨੇ ਮਾਰ ਵੀ ਬੜੀ ਖਾਧੀ। ਹਾਂਜੀ, ਤੇ ਨਾਲੇ ਵਿਚਾਰਾ ਸੋਲ ਬਹੁਤ ਹੋ ਗਿਆ। ਉਹਦੇ ਨਾਲ ਦਰਦਾਂ ਜਿਸਮ ਦੇ ਵਿੱਚ ਹੋਣ ਲੱਗ ਪਈਆਂ। ਤੇ ਅਸਾਂ ਉਹਨਾਂ ਬੰਦਿਆਂ ਅੱਗੇ ਤਰਲਾ ਮਿੰਨਤ ਕੀਤਾ, ਜਿਹੜੇ ਨਾਲ ਸੀ, ਜਿਹੜੇ ਏਜੰਟ ਸੀ ਜਿਨ੍ਹਾਂ ਨੇ ਸਾਨੂੰ ਬਾਰਡਰ ਕ੍ਰਾਸ ਕਰਾਉਣਾ ਸੀ। ਤੇ ਉਹ ਪੈਸੇ ਲੈਂਦੇ ਸੀ, ਉਹ ਥੋੜ੍ਹਾ ਟਰਾ ਕੇ ਤੇ ਫਿਰ ਲਾ ਦੇਣ ਮੌਲਵੀ ਨੂੰ, ਫਿਰ ਅੱਗੇ ਥੋੜ੍ਹਾ ਇੱਦਾਂ ਨਾ ਸਫ਼ਰ ਕਰਾ ਕੇ ਤੇ ਫਿਰ ਲਾ ਦਿੰਦੇ ਸੀ, ਫਿਰ ਪੈਸੇ ਲੈਂਦੇ। ਪਤਾ ਕਿ ਇੱਦਾਂ ਕਰਦਿਆਂ ਨਾ ਉਹਨਾਂ ਨੇ ਗੈਲਨ ਬੰਨੀ ਸੀ ਨਾਲ ਘੋੜੀ ਦੇ। ਉਹ ਕੋਲ ਨਾ 20 ਲੀਟਰ ਦੀ ਗੈਲਨ ਹੋਣੀ ਜਿਹੜੀ ਪਾਣੀ ਦੀ ਭਰੀ ਸੀ। ਸਾਡੇ ਕੋਲ ਪਾਣੀ ਕੋਈ ਨਹੀਂ ਸੀ। ਉਹਨਾਂ ਕੋਲ ਪਾਣੀ ਮੰਗੀ ਤਾਂ ਕਦੀ ਦਿੰਦੇ ਸੀ ਤੇ ਕਦੀ ਨਹੀਂ ਸੀ ਦਿੰਦੇ। ਉਹ ਵੀ ਇੱਕ ਘੋਟੀ ਭਰਨਾ, ਮੈਂ ਮੂੰਹ ਦੇ ਨਾਲ ਇਹਦੇ ਨਾਲ ਗੈਲਨ ਲਾਣੀ ਆ ਤੇ ਰੱਖ ਦੇਣਾ। ਪੂਰੇ ਪਾਣੀ ਕੋ ਗਲਾਸ ਨੂੰ ਸੀ ਭਰ ਕੇ ਦਿੰਦੇ। ਤੇ ਉਹ ਮੌਲਵੀ ਸਾਹਿਬ ਉਹਨਾਂ ਨੂੰ ਥੋੜ੍ਹਾ ਇੰਨਾ ਸਫ਼ਰ ਅਸੀਂ ਕਰਾਇਆ ਕਿ ਮੌਲਵੀਆਂ ਦਾ ਭਾਈ ਮੇਰੇ ਕੋਲੋਂ ਨਾ ਅਗਾਂਹ ਨਹੀਂ ਹੁਣ ਜਾਇਆ ਜਾਂਦਾ, ਮੇਰਾ ਕੋਈ ਹਿਸਾਬ ਲਾਓ। ਅਸਾਂ ਕਿ ਵੀ ਤੇਰਾ ਹੁਣ ਅਸੀਂ ਹਿਸਾਬ ਕੀ ਲਾਈਏ, ਸਾਨੂੰ ਤੇ ਆਪ ਨਹੀਂ ਸਮਝ ਲੱਗਣ ਡਈ। ਇਹ ਤਾਂ ਕਿਹੜਾ ਕੰਪਨੀ ਬਾਅਦ ਜੇ ਫਿਰਨ ਡੇ ਤੇਰਾ ਹਿਸਾਬ ਲਾਈਏ, ਕਿਉਂ ਜੀ? ਤੇ ਉਹ ਏਦਾਂ ਕਰਦਿਆਂ ਕਰਾਉਂਦਿਆਂ ਜੀ
ਉਹ ਮੌਲਵੀ ਨੂੰ ਅਸੀਂ ਬਾਂਹ ਫੜ ਲਈ, ਇੱਕ ਪਾਸੋਂ ਕਾਸਮ ਨੇ ਫੜ ਲਈ ਬਾਂਹ, ਇੱਕ ਪਾਸੋਂ ਮੈਂ ਫੜ ਲਈ। ਉਹਨੂੰ ਵਿਚਾਰੇ ਨੇ ਇਹਨਾਂ ਤੋੜਦੇ ਨਾ ਇੱਦਾਂ ਜਿੱਥੇ ਅਸੀਂ ਜਾਣਾ ਸੀ ਉੱਥੇ ਗਏ ਹਾਂ। ਤੇ ਉਹ ਭਾਜੀ ਘੋੜੀ ਨੂੰ ਨਾ ਚੜਾ ਲੈਂਦੇ ਸੀ, ਇੱਕ ਨੂੰ ਤਾਂ ਨੂੰ ਪਹਾੜੀ ਤੇ, ਇੱਕ ਸਾਡੇ ਕੋਲ ਹੁੰਦੀ ਸੀ ਘੋੜੀ ਵਾਲਾ। ਤੇ ਉਹ ਜਦੋਂ ਨਾ ਉਹਨੇ ਅਗਲਾ ਜਿਹੜਾ ਘੋੜੀ ਵਾਲਾ ਉੱਪਰ ਹੁੰਦਾ ਸੀ ਨਾ ਪਹਾੜੀ ਤੇ, ਉਹ ਅੱਗੋਂ ਹਿਸਾਬ ਲਾਉਂਦਾ ਸੀ ਕਿ ਅੱਗੋਂ ਰਸਤਾ ਠੀਕ ਆ, ਅੱਗੇ ਕੋਈ ਪ੍ਰੋਬਲਮ ਤੇ ਨਹੀਂ। ਤੇ ਉਹ ਪਿੱਛੋਂ ਸਾਨੂੰ ਇਸ਼ਾਰਾ ਕਰਨਾ, ਫਿਰ ਅਸਾਂ ਨਾ ਦੂਜਾ ਚਲੇ ਜਾਣਾ। ਅਸਾਂ ਲਾਈਨ ਬਣਾ ਲੈਣੀ, ਉਹ ਪਹਾੜੀ ਤੇ ਚੜ੍ਹਨ ਵਾਸਤੇ ਉਹਨੂੰ ਉੱਤੋਂ ਰੱਸਾ ਸੁੱਟਣਾ ਥੱਲੇ। ਹਾਂਜੀ, ਤੇ ਉਹ ਰੱਸੇ ਨੂੰ ਫੜ ਕੇ ਨਾ ਅਸੀਂ ਤੇ ਪਹਾੜੀ ਦੇ ਉੱਪਰ ਚੜ੍ਹ ਜਾਣਾ। ਜਿਵੇਂ ਫੌਜੀ ਨਹੀਂ ਟ੍ਰੇਨਾਂ ਕਰਦੇ, ਐਵੇਂ ਸਾਨੂੰ ਟ੍ਰੇਨਾਂ ਕਰਨੀ ਪੈਂਦੀ ਹੈ ਜੀ। ਉੱਧਰ ਰਾਹ 'ਚ ਕੋਈ ਪਤਾ ਨਹੀਂ, ਸੱਪ ਲੜ ਜੇ, ਠੂੰਆਂ ਲੜ ਜੇ, ਜਿਹੜੀ ਸ਼ਾ ਮਰਜ਼ੀ ਲੜ ਜੇ। ਹਾਂਜੀ, ਉਹਨਾਂ ਨੂੰ ਕੋਈ ਸਿਰਦਰਦੀ ਨਹੀਂ। ਤੇ ਇਹੋ ਜਿਹਾ ਵੀ ਮਾਹੌਲ ਬੜਾ ਵੇਖਿਆ, ਸੱਪ ਠੂਵੇਂ ਛੂਵੇਂ ਵੀ ਬੜੇ ਵੇਖੇ ਆ, ਪਰ ਉੱਥੇ ਹਰ ਸ਼ਾਈ ਭੁੱਲ ਜਾਂਦੀ ਹੈ। ਉੱਥੇ ਡਰ ਡੁਰ ਲੱਥ ਜਾਂਦਾ। ਤੇ ਉਹ ਜੀ ਉਹ ਜਿਹੜਾ ਉੱਤੇ ਬੰਦਾ, ਉਹਦੇ ਕੋਲ ਜਦੋਂ ਅਸੀਂ ਪਹੁੰਚੇ ਨਾ ਜਾ ਕੇ, ਉਹ ਘੋੜੀ ਦਾ ਪੈਰ ਥਿੜਕਿਆ ਤੇ ਉਹ ਜਿਹੜੀ ਗਾਲਣ ਨਾਲ ਵੱਜੀ ਸੀ ਨਾ ਪਾਣੀ ਦੇ, ਉਹ ਥੱਲੇ ਡਿੱਗ ਪਈ। ਹੁਣ ਇੰਨੀ ਬੁਲੰਦੀ ਤੋਂ ਕੋਈ ਸ਼ਾਇਦ ਡਿੱਗੀ ਹੋਵੇ ਥੱਲੇ, ਉਹਦੀ ਆਵਾਜ਼ ਤੇ ਹੋਣੀ। ਉਹ ਫਿਰ ਗਾਲਣ ਸੀ, ਉਹ ਜਿੱਥੇ ਵਜੇ ਧੜਾਲ ਜਿਵੇਂ ਬੰਬ ਚੱਲ ਗਿਆ। ਅੱਛਾ, ਉਹ ਇੰਨੀ ਆਵਾਜ਼ ਆਉਣ ਦੀ ਦੇਰ ਹੋਈ ਆ ਤੇ ਫਾਇਰਿੰਗ ਹੋ ਗਈ ਸ਼ੁਰੂ। ਫੌਜੀਆਂ ਨੂੰ ਪਤਾ ਲੱਗ ਗਿਆ, ਨਾਲ ਮੋਰਚੇ ਸੀ ਫੌਜੀਆਂ ਦੇ, ਛੋਣੀਆਂ ਸੀ ਫੌਜੀਆਂ ਦੀਆਂ। ਹਾਂ, ਕੁੱਤੇ ਭੌਂਕਣੇ ਸ਼ੁਰੂ ਹੋ ਗਏ। ਉਹਨਾਂ ਨੇ ਕੁੱਤੇ ਵੀ ਰੱਖੇ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਇੱਧਰੋਂ ਇਹ ਸਫ਼ਰ ਹੁੰਦਾ। ਹਾਂਜੀ, ਅਸਾਂ ਉੱਥੇ ਬੜੇ ਖੌਫਜ਼ਦਾ ਹੋ ਗਏ। ਅਸੀਂ ਆਖਿਆ ਲੈ ਬਾਈ ਕੰਮ ਤੇ ਮੈਂ, ਮੇਰੇ ਨਾਲ ਜਿਹੜਾ ਮੁੰਡਾ ਸੀ ਕਾਸਮ, ਉਹ ਭਾਜੀ ਗੈਲਨ ਜਦੋਂ ਥੱਲੇ ਡਿੱਗੀ ਨਾ, ਤੇ ਉਹ ਬੜੀ ਆਵਾਜ਼, ਉਹਦੀ ਗੈਲਨ ਦੀ ਬਹੁਤ ਜ਼ਿਆਦਾ ਆਵਾਜ਼ ਆਈ। ਤੇ ਉਹਨਾਂ ਨੂੰ ਪਤਾ ਲੱਗ ਗਿਆ ਫੌਜੀਆਂ ਨੂੰ ਕਿ ਇੱਥੇ ਕੋਈ ਮਸਲਾ। ਤੇ ਉਹ ਅਸੀਂ ਵੀ ਬੜੇ ਘਬਰਾ ਗਏ। ਉਹਨਾਂ ਨੇ ਸਾਨੂੰ ਇੱਕ ਜਗ੍ਹਾ ਤੇ ਨਾ ਜਮ੍ਹਾਂ ਕਰ ਲਿਆ, ਪਹਾੜੀ ਤੋਂ ਥੱਲੇ ਥੋੜਾ ਜਿਹਾ ਲੈ ਆਂਦਾ ਉਹਨਾਂ ਨੇ। ਤੁਹਾਨੂੰ ਨਾ ਥੋੜਾ ਇਹਦੇ ਨਾਲ ਨਾ ਜਮ੍ਹਾਂ ਇਹਦੇ ਨਾਲ ਇਕੱਠੇ ਕਰਕੇ ਨਾ ਸਾਨੂੰ ਨਾ, ਉਹ ਅਫਗਾਨੀ ਸੀ ਇੱਕ ਬੰਦਾ, ਉਹਨਾਂ ਨੂੰ ਫਾਰਸੀ ਆਉਂਦੀ, ਸਾਨੂੰ ਫਾਰਸੀ ਦੀ ਸਮਝ ਨਾ ਲੱਗੇ ਕਿ ਕੀ ਬੋਲਦੇ ਆ। ਉਹਨਾਂ ਨੇ ਫਿਰ ਸਾਨੂੰ ਗੱਲ ਦੱਸਣੀ ਕਿ ਉਹ ਆਹ ਗੱਲ ਕਹਿੰਦੇ। ਉਹ ਅਫਗਾਨੀ ਨੇ ਫਿਰ ਸਾਨੂੰ ਉਰਦੂ 'ਚ ਦੱਸਣੀ ਕਿ ਬਈ ਆਹ ਬੰਦੇ ਆਹ ਗੱਲ ਕਹਿੰਦੇ, ਇੰਝ ਰਹਿਣਾ ਵਾ, ਇੱਦਾਂ ਕਰਨਾ, ਫਲਾਣ ਕਰਨਾ, ਇੱਧਰ ਨੂੰ ਜਾਣਾ, ਇੱਧਰ ਨੂੰ ਜਾਣਾ। ਹਾਂ, ਉੱਥੇ ਫਾਇਰਿੰਗ ਸ਼ੁਰੂ ਹੋਣ ਡਿਆ ਵੀ, 4 ਸਵੇਰੇ ਬੰਦੂਕਾਂ ਦੀ ਤੇ ਫਾਇਰਿੰਗ ਦੀ ਆਵਾਜ਼ ਹੀ ਆਵੇ। ਤੇ ਮੈਂ ਕਾਸਮ ਨੂੰ ਨਾ, ਜਿਹੜਾ ਮੇਰੇ ਨਾਲ ਗਿਆ ਸੀ, ਇਹਨੂੰ ਮੈਂ ਇਹ ਗੱਲ ਆਖੀ, ਯਾਰ ਮੈਂ ਕਾਸਮ ਕੰਮ ਖਰਾਬ ਹੋ ਗਿਆ ਪੁੱਤਰਾ। ਹੈਂ, ਤੇ ਨਾ ਹੁਣ ਮੈਨੂੰ ਤੇ ਆਪ ਸਮਝ ਨਹੀਂ ਲੱਗਦੀ ਹੁਣ ਸਾਡੇ ਨਾਲ ਬਣਨਾ ਕੀ ਹੈ। ਅੱਛਾ, ਉਹਨਾਂ ਸਾਨੂੰ 10-15 ਮਿੰਟ ਨਾਲ ਇੱਦਾਂ ਸੂੰਘ ਜਿਹੀ ਜਿਹੜੀ ਬਣੀ ਸੀ, ਉਹਦੇ ਵਿੱਚ ਸਾਨੂੰ ਬਿਠਾ ਦਿੱਤਾ। ਉਹ ਜਦੋਂ ਫਾਇਰਿੰਗ ਹਟੀ ਆ ਨਾ, 10-15 ਮਿੰਟਾਂ ਬਾਅਦ ਉਹਨਾਂ ਸਾਨੂੰ ਬਾਹਰ ਕੱਢਿਆ। ਕੱਢ ਕੇ ਤੇ ਫਿਰ ਸਾਨੂੰ ਟੋਰਨਾ ਸ਼ੁਰੂ ਕਰਤਾ। ਟੋਰ ਕੇ ਤੇ ਮੈਂ ਨਾ ਉਹ ਮੁੰਡੇ ਅਫਗਾਨੀ ਨੂੰ ਇਹ ਗੱਲ ਆਖੀ, ਯਾਰ ਇਹਨੂੰ ਪੁੱਛ ਕਿੰਨਾ ਕੁ ਦੂਰ ਰਹਿ ਗਿਆ। ਭਾਜੀ ਉਹ ਇੰਨੀਆਂ ਕੁ ਮੁਸ਼ਕਲ ਪਹਾੜੀਆਂ ਸੀ ਨਾ, ਤੇ ਅਸਾਂ ਜੋ ਤੁਹਾਨੂੰ ਦੱਸ ਸਕਦੇ ਹਾਂ ਨਾ, ਹਾਂਜੀ, ਇਹ ਸਮਝ ਲਓ ਕਿ ਤੁਸੀਂ ਸਫ਼ਰ ਕਰਨ ਦੇ ਜੀ। ਸਫ਼ਰ ਤੇ ਅਸਾਂ ਕੀਤਾ ਨਾ, ਅਸਾਂ ਹੀ ਇਹਨਾਂ ਅੱਖਾਂ ਨਾਲ ਵੇਖਿਆ ਨਾ ਉਹਨਾਂ ਪਹਾੜੀਆਂ, ਕਿ ਏਡਾਂ ਦੀਆਂ ਇਸ ਤਰ੍ਹਾਂ ਦੀਆਂ ਖੌਫਨਾਕ ਪਹਾੜੀਆਂ ਜਿਨ੍ਹਾਂ ਦੇ ਵਿੱਚੋਂ ਇਹ ਸਫ਼ਰ ਕੀਤਾ। ਭਾਜੀ ਉਹ ਨਾ, ਉਹ ਅਫਗਾਨੀ ਦੇ ਨਾਲ ਅਸੀਂ ਗੱਲ ਕੀਤੀ। ਉਹਨੂੰ ਕਿਹਾ ਯਾਰ ਇਹਨੂੰ ਪੁੱਛਦੇ ਸਹੀ ਕਿੰਨਾ ਕੁ ਬਾਰਡਰ ਰਹਿ ਗਿਆ ਯਾਰ, ਹੁੰਦਾ ਕੀ ਪਿਆ ਸਾਡੇ ਨਾਲ। ਉਹਨੂੰ ਦੱਸਿਆ ਤੇ ਉਹ ਸਾਨੂੰ ਗਾਲਾਂ ਕੱਢਣ ਲੱਗ ਪਏ, ਖਾਮੋਸ਼ ਹੋ ਜਾਓ, ਫਲਾਣੇ ਹੋ ਜੇ ਉਹ, ਆਪਣੀ ਜ਼ਬਾਨ ਦੇ ਵਿੱਚ ਨਾ ਸਾਨੂੰ ਨਾ ਗਾਲਾਂ ਮੰਦੇ ਬੋਲਣ ਲੱਗ ਪਏ। ਅਸੀਂ ਚੁੱਪ ਕਰ ਗਏ। ਅਸੀਂ ਕੀ ਕੁਝ ਉਹਨਾਂ ਨੂੰ ਕਹਿਣਾ ਸੀ, ਅਸੀਂ ਤਾਂ ਕੁਛ ਕਹਿ ਸਕਦੇ ਹੀ ਨਹੀਂ ਸੀ ਉਹਨਾਂ ਨੂੰ। ਤੇ ਉਹ 10-15 ਮਿੰਟਾਂ ਬਾਅਦ ਨਾ ਉਸ ਨੇ ਫਿਰ ਸਾਨੂੰ ਨਾ ਇੱਦਾਂ ਤੋੜਨਾ ਸ਼ੁਰੂ ਕਰਤਾ। ਅੱਗੇ ਇੱਕ ਨਹਿਰ ਜੀ ਆ ਗਈ, ਇੱਦਾਂ ਛੋਟਾ ਜਿਹਾ ਨਾਲਾ ਸੀ 15-20 ਫੁੱਟ ਦਾ, ਉਹ ਕ੍ਰਾਸ ਕਰਨਾ ਸੀ। ਤੇ ਉਹ ਬਾਬਾ ਜੀ ਉਹਦੇ 'ਚ ਇੰਨਾ ਨਾ ਪਾਣੀ ਸੀ, ਹੈਂ,
ਤੇ ਸਾਡੇ ਬੂਟ ਸ਼ੂਟ ਜੋ ਅਸੀਂ ਪਜਾਮੇ ਪਜੂਮੇ ਪਾਏ ਸੀ ਉਹ ਭਿੱਜ ਭੁੱਜ ਕੇ ਉਹ ਕ੍ਰਾਸ ਕੀਤਾ ਸੀ ਅਗਲੇ ਪਾਸੇ ਕਿਨਾਰੇ ਤੇ ਲੰਘ ਕੇ ਅਗਲੇ ਕਿਨਾਰੇ ਤੇ ਜਾ ਕੇ ਫਿਰ ਉਹਨਾਂ ਸਾਨੂੰ ਤੋਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਪਹਾੜੀ ਉੱਚੀ ਸਾਰੀ ਨਜ਼ਰ ਆਵੇ ਵੀ ਸਾਨੂੰ ਕਹਿੰਦੇ ਭਾਈ ਆਹ ਪਹਾੜੀ ਆ, ਇਹ ਕ੍ਰਾਸ ਕਰਕੇ ਤੇ ਅਗਲੇ ਪਾਸੇ ਬਾਰਡਰ ਹੈ। ਅਸੀਂ ਜੀ ਅੱਲਾ ਦਾ ਨਾਮ ਲੈ ਕੇ ਬੜੀਆਂ ਮੁਸ਼ਕਲਾਂ ਦੇ ਨਾਲ ਉਹ ਪਹਾੜੀ ਤੈਅ ਕੀਤੀ, ਪਹਾੜੀ ਨੂੰ ਲੰਘੇ ਅਸੀਂ। ਹਾਂਜੀ, ਮੌਲਵੀ ਸਾਹਿਬ ਉਹਨਾਂ ਨੂੰ ਖਿੱਚ ਧਰੂ ਕੇ ਨਾ ਅਸੀਂ ਕਦੀ ਬਾਹਾਂ ਤੋਂ ਫੜੀਏ ਤੇ ਕਦੀ ਲੱਤਾਂ ਤੋਂ ਫੜ ਕੇ ਤੇ ਅਸੀਂ ਤਰੀਕਦੇ ਲੈ ਗਏ। ਤੇ ਮੌਲਵੀ ਦਾ ਇੱਕ ਸਾਹ ਆਵੇ ਤੇ ਇੱਕ ਜਾਵੇ, ਇੱਕ ਆਵੇ ਤੇ ਇੱਕ ਸਾਹ ਜਾਵੇ ਤੇ ਰੋਵੇ। ਉੱਚੀ ਉੱਚੀ ਮਾਂ ਦੀਆਂ ਮਾਵਾਂ ਨੂੰ ਆਵਾਜ਼ਾਂ ਮਾਰੇ ਮਾਂ ਨੂੰ, ਪਰ ਮਾਂ ਦੇ ਪਾਕਿਸਤਾਨ ਬੈਠੀ ਮਾਂ ਕਿਵੇਂ ਗੱਲ ਸੁਣੇ? ਉਦੋਂ ਤੋਂ ਤੂੰ ਪੈਸੇ ਕਮਾਉਣ ਗਿਆ। ਹਾਏ ਅੰਮਾ ਜੀ, ਆਏ ਅੰਮਾ ਜੀ, ਆਏ ਅੰਮਾ ਜੀ ਮੈਨੂੰ ਬਚਾ ਲਾ, ਆਏ ਅੰਮਾ ਜੀ ਮੈਨੂੰ ਬਚਾ ਲਾ। ਏਦਾਂ ਦੀਆਂ ਆਵਾਜ਼ਾਂ ਉਹ ਮੌਲਵੀ ਕੱਢਦਾ। ਉਹ ਭਾਜੀ ਉਸ ਤੋਂ ਬਾਅਦ ਨਾ ਪਹਾੜੀ ਅਸੀਂ ਤੈਅ ਕੀਤੀ। ਜਿਹੜੇ ਪੈਸੇ ਉਹ ਮੌਲਵੀ ਦੇ ਅਸੀਂ ਖਰਚੇ ਤੇ ਉਹਨੂੰ ਘੋੜੇ ਤੇ ਬਿਠਾ ਕੇ ਨਾ ਬਾਰਡਰ ਤੇ ਲਾਗੇ ਚੱਲ ਗਏ। ਅਸੀਂ ਬਾਰਡਰ ਤੋਂ ਥੋੜਾ ਜਿਹਾ ਇੱਕ ਪੈਲੀ ਘਟਵੇਂ ਸਾਂ ਤੇ ਮੈਂ ਨਾ ਕਾਸਮ ਨੂੰ ਕਹਿੰਦਾ, ਮੈਂ ਕਿਹਾ ਯਾਰ ਮੈਨੂੰ ਉਹ ਲੱਗਦਾ ਬਾਰਡਰ ਜਿਵੇਂ ਉਹ ਦੀਵਾਰ ਜੀ ਨਾ ਬਣੀ, ਆਂਦਾ ਇਹ ਲੱਗਦਾ ਇੰਝ ਹੀ ਆ। ਅਸਾਂ ਨਾ ਭਾਜੀ ਉੱਥੇ ਲੰਮੇ ਪੈ ਗਏ ਥੱਲੇ, ਉਹਨਾਂ ਸਾਨੂੰ ਆਖਿਆ ਇੱਥੇ ਲੰਮੇ ਪੈ ਜਾਓ। ਅਸੀਂ ਲੰਮੇ ਪੈ ਗਏ ਹਾਂ ਤੇ ਘੜੀਸਦੇ ਨਾ ਉਹਦੇ ਕੋਲ ਗਏ ਅਸੀਂ ਬਾਰਡਰ ਤੇ। ਭਾਜੀ ਕੰਡਿਆਂ ਵਾਲੀ ਦੀਵਾਰ ਮਸਲਾ ਉਹਨਾਂ ਕੋਲ 6-7 ਫੁੱਟ ਉੱਚੀ ਹੋਣੀ ਬਣੀ। ਮੈਂ ਨਾ ਕਾਸਮ ਨੂੰ ਇਹ ਗੱਲ ਆਖੀ, ਮੈਂ ਕਿਹਾ ਕਾਸਮ ਇੰਜ ਦੇ ਟੀਵੀ ਦੇ ਵਿੱਚ ਨਾ ਮਾਹੌਲ ਵੇਖੀਦਾ ਸੀ ਜਿਵੇਂ ਮੈਂ ਅੱਜ ਨਾ ਆਪਣੀਆਂ ਅੱਖਾਂ ਨਾਲ ਨਾ ਵੇਖਣ ਡਿਆ। ਕਹਿੰਦਾ ਤੈਨੂੰ ਤਾਂ ਮਾਹੌਲ ਨਜ਼ਰ ਆਉਂਦਾ ਤੇ ਮੈਨੂੰ ਮੌਤ ਨਜ਼ਰ ਆਉਣ ਡਈ ਹੈ, ਤੂੰ ਮਾਹੌਲ ਦੀ ਗੱਲ ਸੁਣਾਉਣ ਡਿਆ ਹੈਂ? ਉਹ ਇੰਜ ਦੀਆਂ ਅਸੀਂ ਨਾ ਗੱਲਾਂ ਕਰਨ ਡਿਆ ਤਾਂ 15-20 ਮਿੰਟ ਅਸੀਂ ਲੰਮੇ ਪਏ ਰਹੇ ਭਾਈ। 3:30 ਦਾ ਟਾਈਮ, 3:45 ਦਾ, 3:30 ਦਾ ਟਾਈਮ। ਹੁਣ ਉਹ ਘੋੜੀ ਵਾਲਾ ਨੂੰ ਉੱਤੇ ਚੜਿਆ, ਇੱਕ ਛੋਟੀ ਜਿਹੀ ਪਹਾੜੀ ਸੀ, ਉੱਤੇ ਜਾ ਕੇ ਉਹਨੇ ਜਾਇਦਾ ਜੂਦਾ ਲਾਇਆ, ਫਿਰ ਤੁਰ ਕੇ ਥੱਲੇ ਆਇਆ ਤੇ ਉਹ ਦੂਸਰੀ ਘੋੜੀ ਵਾਲੇ ਨੂੰ ਕਹਿੰਦਾ ਜਾ ਕੇ ਇਹਨੂੰ ਕੱਟ। ਉਹ ਘੋੜੀ ਸਾਡੇ ਲਾਗੇ ਖਿਲਾਰ ਕੇ ਨਾ ਉਹਨੂੰ ਨਾ ਜਾ ਕੇ ਕੱਟਣ ਡਾਇਆ ਪਿਆ। ਤੇ ਸਾਡੇ ਸਾਹਮਣੇ ਨਾ ਏਦਾਂ ਚਿੱਟੀ ਜਿਹੀ ਲਾਈਨ ਬਣੀ ਸੀ। ਮੈਂ ਕਾਸਮ ਨੂੰ ਕਹਿੰਦਾ ਯਾਰ ਆਹ ਕੀ ਹੈ ਚਿੱਟੀ? ਉਹ ਕਹਿੰਦਾ ਯਾਰ ਇਹ ਨਾ ਬਰੂਦੀ ਸੁਰੰਗਾਂ ਵਾ। ਤੇ ਉਹ ਅਫਗਾਨੀ ਸਾਨੂੰ ਆਂਦੇ, ਉਹ ਅੱਗੇ ਵੀ ਆਉਂਦੇ ਜਾਂਦੇ ਰਹਿੰਦੇ ਸੀ ਇਹਨਾਂ ਰਸਤਿਆਂ ਦੇ ਵਿੱਚ, ਉਹਨਾਂ ਨੂੰ ਜ਼ਿਆਦਾ ਪਤਾ ਸੀ। ਉਹ ਆਂਦੇ ਯਾਰ ਨਾ ਇਹਨੂੰ ਹੱਥ ਲਾਓ ਤੇ ਨਾ ਇਹਦੇ ਉੱਤੇ ਪੈਰ ਰੱਖਿਓ, ਕਿ ਉਹ ਬਰੂਦੀ ਸੁਰੰਗ ਜਦੋਂ ਇਹਦੇ ਉੱਤੇ ਤੁਸੀਂ ਹੱਥ ਟੱਚ ਕਰਨਾ ਨਾ ਇਹਨੇ ਫਟ ਜਾਣਾ। ਅਸਾਂ ਕਿਹਾ ਠੀਕ ਹੈ ਜੀ। ਉਹ ਮੈਂ ਨਾ ਥੋੜਾ ਜਿਹਾ ਐਨੂੰ ਹੋ ਕੇ ਨਾ ਕਾਸਮ ਨੂੰ ਥੋੜਾ ਜਿਹਾ ਪਰਾਂ ਨੂੰ ਹੋ ਜਾਂਦਾ, ਮੈਨੂੰ ਬੋ ਆਵੇ। ਮੈਂ ਕਿਹਾ ਯਾਰ ਕਿਹੜੀ ਸ਼ਾਇਦ ਹੀ ਬੋ ਆਉਂਦੀ ਮਰੇ ਦੀ। ਮੈਂ ਕਾਸਮ ਨੂੰ ਨਾ ਥੋੜੀ ਜਿਹੀ ਮੈਂ ਹਲਕੀ ਜਿਹੀ ਆਵਾਜ਼ ਮਾਰ ਕੇ ਨਾ ਆਪਣੇ ਕੋਲ ਬੁਲਾਇਆ। ਮੈਂ ਕਿਹਾ ਕਾਸਮ ਕੀ ਸ਼ਾਇਦ ਪਈ ਹੈ ਯਾਰ। ਜੇ ਉਸਤਾਦ ਜੀ ਅਸੀਂ ਗੌਰ ਦੇ ਨਾਲ ਚਾਹੇ ਦੇਖਿਆ ਨਾ ਉਹਨੂੰ, ਇੱਕ ਬੰਦੇ ਦੀ ਲਾਸ਼, ਮੁੰਡੇ ਦੀ, ਜਵਾਨ ਮੁੰਡਾ, ਉੱਦਾਂ ਹੀ ਬੈਗ ਉਹਦੇ ਕੋਲ, ਸਰਵਿਸ ਦੇ ਬੂਟ ਪਾਏ ਉਹਨੇ ਵਿੱਚ, ਸਰਵਿਸ ਦੇ ਬੂਟ ਏਦਾਂ ਪਏ ਸੀ ਤੇ ਢਾਂਚਾ ਬਣਿਆ ਪਿਆ ਉਹਦਾ ਹੱਡੀਆਂ ਦਾ ਤੇ ਖੋਪੜੀ ਪਈ। ਤੇ ਜਾਨਵਰਾਂ ਨੇ ਨਾ, ਜਿਹੜੇ ਜੰਗਲ ਦੇ ਜਾਨਵਰ ਸੀ ਨਾ, ਉਹਨਾਂ ਨੇ ਖਾ ਕੇ ਨਾ ਕੱਖ ਨਹੀਂ ਛੱਡਿਆ, ਸਿਰਫ ਹੱਡੀਆਂ ਹੀ ਪਈਆਂ ਸੀ ਤੇ ਉਹਦੇ ਬੂਟ ਹੀ ਪਏ ਸਨ। ਤੇ ਭਾਜੀ ਜਦੋਂ ਅਸੀਂ ਉਹ ਵਾਕਿਆ ਵੇਖਿਆ ਨਾ, ਸਾਨੂੰ ਸਮਝ ਲਓ ਕਿ ਸਮਝ ਨਾ ਲੱਗੇ ਤੇ ਅਸੀਂ ਇੱਥੇ ਕੀ ਕਰੀਏ। ਦਿਲ ਇਹ ਕਰਦਾ ਹੈ ਕਿ ਇੱਥੋਂ ਛਾਲ ਮਾਰ ਕੇ ਨਾ ਮਰ ਜਾਈਏ ਇਸ ਕੰਮ ਦੇ ਨਾਲ। ਬਹਰਹਾਲ ਇਹ ਉੱਥੇ ਨਹੀਂ ਕਰਨਾ ਪੈਂਦਾ ਇਹੋ ਜਿਹਾ ਕੰਮ, ਨਾ ਛਾਲ ਵੱਜਦੀ ਆ ਤੇ ਨਾ ਅਗਲੇ ਸਾਈਂ ਮਾਰਨ ਦਿੰਦੇ ਆ। ਤੇ ਉਹ ਜਦੋਂ ਦੂਸਰਿਆਂ ਬੰਦਿਆਂ ਨੇ ਵੀ ਇਹ ਕੰਮ ਵੇਖਿਆ ਨਾ, ਕਈ ਰੋਣ ਡੈ ਪਏ ਹੈਂ, ਕੋਈ ਬੜੇ ਪਰੇਸ਼ਾਨ ਹੋਏ ਕਿ ਸਾਡੇ ਨਾਲ ਪਤਾ ਨਹੀਂ ਕੀ ਬਣਨਾ, ਸਾਡੇ ਨਾਲ ਪਤਾ ਨਹੀਂ ਕੀ ਬਣਨਾ, ਜਦੋਂ ਅਸੀਂ ਇਹ ਕੰਮ ਵਾਕਿਆ ਵੇਖਿਆ। ਚਲੋ ਜੀ, ਜਦੋਂ ਉਸ ਬੰਦੇ ਨੇ ਉਹ ਕੱਟੀ ਨਾ ਜਾ ਕੇ ਦੀਵਾਰ, ਉਹ ਦੀਵਾਰ ਨਹੀਂ, ਉਹ ਤਾਰ ਕੱਟੀ ਇੱਕ ਤੀਰੇ ਦੇ ਨਾਲ, ਉਹਦੇ ਨਾਲ ਇੱਕ ਅਰਥ ਵਾਲੀ ਤਾਰ,
ਪਹਿਲੇ ਉਹਨੇ ਉਹ ਕੱਟੀ, ਬਿਲਕੁਲ ਹਲਕੀ ਜਿਹੀ ਰੋਸ਼ਨੀ ਵਿੱਚੋਂ ਆਈ, ਸਾਨੂੰ ਨਜ਼ਰ ਆਈ। ਫਿਰ ਉਹਨੇ ਨਾ ਦੀਵਾਰ ਕੱਟ ਕੇ ਨਾ ਇਦਾਂ ਕੰਡਿਆਂ ਵਾਲੀ ਧਾਰ ਜੀ ਉਹ ਕੱਟ ਕੇ ਤੇ ਇੰਨਾ ਕੁ ਵਿੱਚੋਂ ਰਸਤਾ ਨਾ ਉਹਨੇ ਨਾ ਬਣਾ ਦਿੱਤਾ। ਤੇ ਬਿਲਕੁਲ ਸਾਨੂੰ ਵੀ ਨਾ ਬਿਲਕੁਲ ਉਹਦੇ ਨਜ਼ਦੀਕ ਲੈ ਗਏ। ਜਦੋਂ ਅਸੀਂ ਲਾਗੇ ਗਏ ਆ ਨਾ ਤੇ ਸਾਨੂੰ ਕਹਿੰਦਾ ਵਾਰੀ ਵਾਰੀ ਨਾ ਇਹਦੇ ਵਿੱਚੋਂ ਟੱਪ ਕੇ ਤੇ ਪਰਲੇ ਪਾਸੇ ਚੱਲ ਜਾਓ। ਪਰਲੇ ਪਾਸੇ ਤੁਰਕੀ ਆ ਤੇ ਇਹ ਆਰਾਮ ਹੈ। ਅਸਾਂ ਕਿਹਾ ਠੀਕ ਹੈ। ਮੈਂ ਨਾ ਢਿੱਡ ਦੇ ਵਿੱਚ ਨਾ ਬੜਾ ਇੱਕ ਨਾ ਰਾਜ਼ੀ ਵੀ ਹੋਇਆ, ਯਾ ਅੱਲਾ ਸ਼ੁਕਰ ਹੈ ਤੇਰਾ ਅਸੀਂ ਇਹ ਤਾਂ ਬਾਰਡਰ ਕ੍ਰਾਸ ਕੀਤਾ ਕਦੇ। ਹਾਂਜੀ। ਤੇ ਉਹ ਮੈਂ ਮੇਰੇ ਨਾਲ ਕਾਸਮ ਸੀ ਤੇ ਨਾਲ ਅਸੀਂ 2 ਇੰਡੀਆ ਦੇ ਮੁੰਡੇ ਸੀ, 2 ਬੰਗਲਾਦੇਸ਼ ਦੇ ਮੁੰਡੇ ਸੀ, 2 ਜਣੇ ਅਸੀਂ ਸਾਂ, 2 ਜਣੇ ਸਿਆਲਕੋਟ ਦੇ ਮੁੰਡੇ ਸੀ। 8 ਕੁ 10 ਜਣਿਆਂ ਨੇ ਨਾ ਉਹ ਬਾਰਡਰ ਅਸੀਂ ਕ੍ਰਾਸ ਕਰਕੇ ਨਾ 3-4 ਪੈਲੀਆਂ ਹਟੀਆਂ ਤੁਰ ਗਏ। ਪਰ ਅੱਗੇ ਇੱਕ ਸੜਕ ਜੀ ਬਣੀ ਸੀ ਤੇ ਮੈਂ ਤੇ ਸਾਰੇ ਜਣੇ ਸੜਕ ਤੇ ਜਾ ਕੇ ਖਲੋ ਗਏ। ਉਹ ਜਿਹੜਾ ਦੂਸਰੇ ਬੰਦੇ ਰਹਿੰਦੇ ਸੀ ਨਾ ਬਾਕੀ, ਉਹ ਉਹਨਾਂ ਦੇ ਪਿੱਛੇ ਹੀ ਸਨ। ਜਦੋਂ ਅਸੀਂ ਸੜਕ ਤੋਂ ਜਦੋਂ ਉਹਨਾਂ ਭਾਈਆਂ ਨੇ ਸਾਨੂੰ ਆਖਿਆ ਜਦੋਂ ਸੜਕ ਆਉਣੀ ਸੜਕ ਤੋਂ ਤੁਸੀਂ ਅੱਗੇ ਜਾ ਕੇ ਨਾ ਸ਼ੂਟ ਲਾ ਦੇਣੀ। ਅੱਗੇ ਅੱਗੇ ਪਹਾੜੀ ਹੋਣੀ, ਪਹਾੜੀ ਉਤਰਦਿਆਂ ਸਾਰੇ ਅੱਗੇ ਬੰਦੇ ਖਲੋਤੇ ਹੋਣਗੇ, ਤੁਹਾਨੂੰ ਲੈ ਜਾਣਗੇ ਪਰਾਂ। ਅਸਾਂ ਕਿਹਾ ਜੀ ਠੀਕ ਹੈ। ਅਸੀਂ ਜਦੋਂ ਉਹਦੇ ਲਾਗੇ ਪਹੁੰਚਿਆ ਨਾ, ਉਹਦੇ ਸੜਕ ਦੇ ਕੋਲ ਪਹੁੰਚਿਆ ਤੇ ਜਦੋਂ ਉੱਥੇ ਰੇਸ ਲਾਉਣ ਲੱਗੇ ਨਾ ਉੱਥੋਂ ਜੀ ਅੱਗੋਂ ਫਾਇਰਿੰਗ ਸ਼ੁਰੂ ਹੋ ਗਈ ਸਾਡੇ ਉੱਤੇ। ਕੋਈ ਥੱਲੇ ਵੱਜਣ ਡਿਆ ਫਾਇਰ, ਕੋਈ ਕਿਸੇ ਪਾਸੇ ਇੰਝ ਜਿਵੇਂ ਜੰਗ ਵਾਲਾ ਹਿਸਾਬ ਹੋ ਗਿਆ। ਚਾਰ ਸਵੇਰੇ ਉਹਨਾਂ ਸਾਨੂੰ ਘੇਰਾ ਪਾਇਆ ਸੀ ਫੌਜੀਆਂ ਨੂੰ ਹਨੇਰੇ 'ਚ, ਹੁਣ ਪਤਾ ਤਾਂ ਨਹੀਂ ਲੱਗਦਾ ਕਿ ਫਲਾਣਾ ਬੰਦਾ ਕਿੱਥੇ ਬੈਠਾ। ਉਹਨਾਂ ਸਾਨੂੰ ਚਾਰ ਸਵੇਰੇ 'ਚ ਘੇਰਾ ਪਾ ਲਿਆ। ਉੱਥੇ ਨਾ ਜ਼ਿੰਦਗੀ ਤੇ ਮੌਤ ਦਾ ਨਾ ਸਮਾਂ ਜਾ ਕੇ ਬਣ ਗਿਆ। ਤੇ ਮੈਂ ਨਾ ਕਾਸਮ ਨੂੰ ਇਹ ਗੱਲ ਆਖੀ, ਮੈਂ ਕਿਹਾ ਕਾਸਮਾ ਹੁਣ ਭੱਜੀ ਨਾ, ਹੈਂ ਭੱਜਣਾ ਵੀ ਫੈਰ ਵੱਜਣਾ ਵਾ ਤੇ ਉਂਝ ਵੀ ਵੱਜਣਾ, ਹੈਂ ਤੇ ਨਾ ਭੱਜੀ। ਅਸੀਂ ਉਸਤਾਦ ਜੀ ਭੱਜੇ ਭੁੱਜੇ ਕੋਈ ਨਹੀਂ, ਅਸੀਂ ਨਾ ਏਦਾਂ ਲੰਮੇ ਪੈ ਗਏ ਦੋਵੇਂ ਜਣੇ, ਮੈਂ ਤੇ ਕਾਸਮ ਇਕੱਠੇ ਹੀ। ਅੱਧਾ ਕੁ ਮਿੰਟ ਨਹੀਂ ਗੁਜ਼ਰਿਆ ਹੁਣ ਤੇ 2 ਫੌਜੀ ਨਾ ਜਿਨ੍ਹਾਂ ਸਾਨੂੰ ਘੇਰਾ ਪਾਇਆ ਸੀ ਉਹ ਨਾਲ ਸਾਡੇ ਤੇ ਲਿਆ ਕੇ ਨਾ ਬੰਦੂਕਾਂ ਨਾਲ ਸਾਡੇ ਸਿਰਾਂ ਤੇ ਧਰ ਦਿੱਤੀ। ਜਦੋਂ ਧਰ ਦਿੱਤੀਆਂ ਨਾ ਉਹ 10-12 ਫੌਜੀ ਸੀ, ਉਹ ਜਿਹੜੇ ਅਗਲੇ ਸਾਡੇ ਮੁੰਡੇ ਨੱਠੇ ਸੀ ਨਾ ਉਹਨਾਂ ਨੂੰ ਵੀ ਘੇਰ ਲਿਆ ਕੇ ਤੇ ਜਿੱਥੇ ਅਸੀਂ ਲੰਮੇ ਪਏ ਸਾਂ ਥੱਲੇ ਉੱਥੇ ਲੰਮੇ ਪਾਤਾ ਸਾਨੂੰ। ਭਾਜੀ ਉੱਥੇ ਸਾਨੂੰ ਉਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਬੱਟਾਂ ਨਾਲ, ਠੁੱਡਿਆਂ ਨਾਲ, ਜਿਵੇਂ ਫੁੱਟਬਾਲ ਨੂੰ ਠੁੱਡਾ ਲਾਈਦਾ ਨਾ ਮਾਰੀਦਾ, ਏਦਾਂ ਸਾਨੂੰ ਠੁੱਡੇ ਮਾਰਦੇ ਸੀ ਤੇ ਬਹੁਤ ਜ਼ਿਆਦਾ ਕੁੱਟਿਆ ਉਹਨਾਂ ਨੇ। ਏਦਾਂ ਕੁੱਟਦੇ ਸਾਨੂੰ ਪੁੱਠਿਆਂ ਲੰਮਿਆਂ ਪਾ ਕੇ ਉੱਤੇ ਦੌੜ ਲਾਉਂਦੇ ਸੀ, ਜਿੱਥੇ ਸਾਡੇ ਮੂੰਹ ਤੇ ਆ ਜੇ, ਦੂਜਾ ਪੈਰ ਸਾਡੀਆਂ ਅੱਖਾਂ ਤੇ ਆ ਜੇ, ਜਿਹੜੇ ਮਰਜ਼ੀ ਹਿੱਸੇ ਤੇ ਪੈਰ ਆ ਜੇ। ਤੇ ਮੈਂ ਕਾਸਮ ਨੂੰ ਇਹ ਗੱਲ ਆਖੀ, ਫਾਇਰਿੰਗ ਹੁੰਦੀ ਰਹੀ ਆ, ਕਦੀ ਥੱਲੇ ਫਾਇਰ ਮਾਰਦੇ ਸੀ, ਕਦੀ ਪਹਾੜਾਂ 'ਚ ਮਾਰਦੇ ਸੀ, ਕਦੀ ਉੱਚੇ ਮਾਰਦੇ ਸੀ। ਅਸੀਂ ਤੇ ਪਹਿਲੀ ਵਾਰੀ ਵੇਖਿਆ ਕਿ ਫਾਇਰ ਹੁੰਦਾ ਕੀ ਆ। ਤੇ ਉਹਨਾਂ ਨੇ ਨਾ ਸਾਨੂੰ ਪੁੱਠਿਆਂ ਲੰਮਿਆਂ ਪਾ ਕੇ ਤੇ ਉੱਤੇ ਦੌੜਦੇ ਸੀ। ਫਿਰ ਮੈਂ ਕਾਸਮ ਨੂੰ ਇਹ ਗੱਲ ਕਹੀ, ਉਹ ਇੱਕ ਮੁੰਡਾ ਸੀ ਬੰਗਲਾਦੇਸ਼ ਦਾ, ਉਹ ਰੌਲੀ ਬੜੀ ਪਾਉਂਦਾ ਸੀ, ਉੱਚੀ ਉੱਚੀ ਰੌਲੀ ਪਾਵੇ, ਹਾਏ ਅੱਲਾ ਜੀ, ਹਾਏ ਅੰਮਾ ਜੀ, ਹਾਏ ਅੱਲਾ ਜੀ, ਹਾਏ ਅੰਮਾ ਜੀ। ਤੇ ਉਹਨੂੰ ਨਾ ਉਹਨਾਂ ਨੇ ਉਹਦੇ ਬੱਟ ਮਾਰਿਆ ਲੱਤ ਦੇ ਉੱਤੇ ਤੇ ਲੱਤ ਦੇ ਵਿੱਚ ਉਹਨਾਂ ਦਾ ਕੜਾਕਾ ਪੈ ਗਿਆ, ਚੰਗੀ ਕੜਕ ਦੀ ਆਵਾਜ਼ ਆਈ। ਉਹਦੀ ਲੱਤ ਨਾ ਟੁੱਟ ਗਈ। ਜਦੋਂ ਉਹਦੀ ਲੱਤ ਟੁੱਟ ਗਈ ਨਾ ਤੇ ਮੈਂ ਕਾਸਮ ਨੂੰ ਆਖਿਆ ਸਾਨੂੰ ਵੀ ਬੜਾ ਉਹਨਾਂ ਨੇ ਜ਼ਖਮੀ ਕੀਤਾ, ਸਾਨੂੰ ਕੋਈ ਸ਼ਾਇਦ ਅੱਖਾਂ ਵਿੱਚ ਕੋਈ ਸ਼ਾਇਦ ਨਜ਼ਰ ਨਹੀਂ ਸੀ ਆਉਂਦੀ, ਅੱਖਾਂ ਸਾਡੀਆਂ ਸੁੱਜੀਆਂ ਪਈਆਂ, ਮਾਰ ਕੇ ਉਹਨਾਂ ਨੇ ਬੌਂਦਲੇ ਹੋਏ ਪਏ। ਪਰ ਮੈਂ ਇੰਨੀ ਕਾਸਮ ਨੂੰ ਇਹ ਗੱਲ ਆਖੀ ਆ, ਮੈਂ ਕਿਹਾ ਕਾਸਮਾ ਕਲਮਾ ਪੜ੍ਹ ਲਾ, ਹੁਣ ਲੱਗਦਾ ਆਖਰੀ ਵਕਤ ਜਿਹੜਾ ਨਾ ਆ ਗਿਆ, ਹੈਂ ਤੇ ਪੜ੍ਹ ਲਾ। ਮੈਂ ਤਾਂ ਪੜ੍ਹ ਲਿਆ। ਮੈਂ ਭਾਜੀ ਕਲਮਾ ਪੜ੍ਹਿਆ, ਉੱਥੇ ਮੈਂ ਲੰਮੇ ਪਿਆ। ਇਹਨੇ ਵੀ ਪੜ੍ਹ ਲਿਆ, ਆਂਦਾ ਮੰਮੀ ਪੜ੍ਹ ਲਿਆ। ਤੇ
ਪਿਛਲਿਆਂ ਦੀਆਂ ਯਾਦਾਂ ਹੋਣ ਡੈ ਪਈਆਂ। ਪਤਾ ਨਹੀਂ ਉਹਨਾਂ ਦਾ ਅਸੀਂ ਮੂੰਹ ਵੇਖਣਾ ਕਿ ਨਹੀਂ ਵੇਖਣਾ, ਪਤਾ ਨਹੀਂ ਅਸੀਂ ਹੁਣ ਜ਼ਿੰਦਾ ਇੱਥੋਂ ਜਾਣਾ ਕਿ ਨਹੀਂ ਜਾਣਾ। ਹੈਂ, ਆਪਣੀਆਂ ਗਲਤੀਆਂ ਦੀਆਂ ਮਾਫੀਆਂ ਮੰਗਣ ਡੈ ਪਏ ਤੇ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਤੇ ਅੱਥਰੂ ਵੀ ਵਿੱਚ ਬੜਾ ਆਵੇ, ਰੋਣਾ ਵੀ ਬੜਾ ਆਵੇ, ਪਰ ਉੱਥੇ ਰੋਣਾ ਕੋਈ ਕੰਮ ਨਹੀਂ ਕਰਦਾ। ਉਹ ਬੰਦੂਕਾਂ ਲਾ ਕੇ ਸਾਡੇ ਸਿਰ ਤੇ ਬਹਿ ਗਏ। ਦਿਨ ਚੜ ਗਿਆ, ਕੁੱਟਦਿਆਂ ਫਿਰ ਉਹ ਸਾਨੂੰ ਕਹਿਣ ਉੱਠੋ। ਸਾਡੇ ਕੋਲ ਉੱਠਿਆ ਕੋਈ ਨਾ ਜਾਵੇ, ਥੋੜਾ ਜਿਹਾ ਤੁਰ ਲਈਏ ਫਿਰ ਡਿੱਗ ਪਈਏ, ਫਿਰ ਥੋੜਾ ਤੁਰ ਲਈਏ ਫਿਰ ਡਿੱਗ ਪਈਏ। ਜਦੋਂ ਦਿਨ ਚੜਿਆ ਫਿਰ ਅਸੀਂ ਨਾ ਗੌਰ ਕੀਤੀ, ਥੋੜਾ ਜਿਹਾ ਨਾ ਚਾਨਣਾ ਹੋਇਆ ਤੇ ਮੋਰਚੇ ਤੇ ਕੋਈ ਉਹ ਉੱਥੇ ਮੋਰਚਾ ਬਣਿਆ, ਕੋਈ ਉਹ ਉੱਥੇ ਬਣਿਆ, ਕੋਈ ਕਿਸੇ ਪਾਸੇ ਬਣਿਆ ਮੋਰਚਾ। ਇੱਦਾਂ ਨਾ ਉਹਨਾਂ ਰਾਨੀਆਂ ਦੇ ਤੁਰਕੀ ਵਾਲਿਆਂ ਦੇ ਵੀ ਮੋਰਚੇ ਬਣੇ, ਇੱਧਰੋਂ ਸਾਨੂੰ ਇਰਾਨ ਵਾਲਿਆਂ ਦੇ ਵੀ ਮੋਰਚੇ ਨਜ਼ਰ ਆਉਣ। ਥੋੜਾ ਸਾਨੂੰ ਭਾਜੀ ਇੱਦਾਂ ਸੜਕ ਤੇ ਨਾ, ਜਿਹੜੀ ਸੜਕ ਤੇ ਅਸੀਂ ਖਲੋਤੇ ਸਾਂ, ਉਹ ਸੜਕ ਤੇ ਸਾਨੂੰ ਤੋੜਦੇ ਅਗਾਂਹ ਕਰਕੇ ਲੈ ਗਏ। ਉੱਥੇ ਜਾ ਕੇ ਨਾ ਸਾਨੂੰ ਥੱਲੇ ਬਹਾਤਾ, ਥੱਲੇ ਬਹਾ ਕੇ ਨਾ ਏਦਾਂ ਮੈਦਾਨ ਜਿਹਾ ਸੀ ਖੁੱਲ੍ਹਾ ਥੋੜਾ ਜਿਹਾ ਨਾ ਇਲਾਕਾ, ਉੱਦਾਂ ਚਾਰ ਚਫੇਰੇ ਪਹਾੜੀਆਂ ਥੋੜੀ ਜਗ੍ਹਾ ਇੱਦਾਂ ਖਾਲੀ ਸੀ, ਕੋਈ ਕਿੱਲੇ ਦੀ ਜਗ੍ਹਾ ਨਾ ਇੱਦਾਂ ਖਾਲੀ ਸੀ। ਉੱਥੇ ਨਾ ਦੋ ਫੌਜੀ ਨੇ ਨਾ ਆਰਾਮ ਨਾਲ ਮੂੰਹ ਕਰਕੇ ਨਾ ਬੰਦੂਕਾਂ ਧਰ ਲਈਆਂ, ਐਂ ਕਰਕੇ ਨਾ ਫਾਇਰਿੰਗ, ਜੇ ਬੰਦਾ ਫਾਇਰ ਨਹੀਂ ਕਰਦਾ ਇੱਦਾਂ ਕਰਕੇ ਨਾ ਉਹਨਾਂ ਨੇ ਪੋਜੀਸ਼ਨਾਂ ਆਪਣੀਆਂ ਨਾ ਮੱਲ ਲਈਆਂ ਤੇ ਸਾਨੂੰ ਇੱਕ ਜਣੇ ਨੂੰ ਆਵਾਜ਼ ਮਾਰਨ, ਆ ਜਾਓ ਜੀ ਇੱਕ ਜਣਾ। ਤੇ ਮੈਂ ਤੇ ਉੱਥੇ ਭਾਜੀ ਬਹੁਤ ਜ਼ਿਆਦਾ ਘਬਰਾ ਗਿਆ, ਦੂਸਰੇ ਬੰਦੇ ਘਬਰਾ ਗਏ ਕਿ ਹੁਣ ਨਾ ਜਿਹੜਾ ਜਿੰਨਾ ਅਸੀਂ ਜ਼ਿੰਦਾ ਰਹਿਣਾ ਰਹਿ ਲਿਆ।